ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ। ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 47 ਬੀ ਯੂਰ ਓਨ ਡਾਕਟਰ ਐਪੀਸੋਡ ਨੰਬਰ 47। ਇਹਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਇੱਕ ਅਜਿਹੇ ਵਿਸ਼ੇ ਦੀ ਜਿਹੜਾ ਇਸ ਵੇਲੇ ਹੌਟ ਇਸ਼ੂ ਯਾਨੀ ਕਿ ਗਰਮ ਮੁੱਦਾ ਹੈ। ਗਰਮ ਮੁੱਦਾ ਅਜਿਹਾ ਕਿ ਜਿਸ ਨੇ ਕਿ ਸਾਰੇ ਪੰਜਾਬ ਹੀ ਨਹੀਂ ਪੂਰੇ ਦੇਸ਼ ਵਾਸੀਆਂ ਦਾ ਇੱਥੋਂ ਤੱਕ ਕਿ ਜਿਹੜੇ ਕਿ ਮਾਨਵਤਾ ਦਾ ਭਲਾ ਚਾਹੁਣ ਵਾਲੇ ਲੋਕ ਨੇ ਉਹਨਾਂ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ। ਲੰਘੇ ਦਿਨੀ ਇੱਕ ਅਜਿਹੀ ਘਟਨਾ ਹੋਈ ਹੈ ਜਿਸ ਦੇ ਵਿੱਚ ਕੁਝ ਬੱਚੇ ਪਰਾਲੀ ਦੀ ਨਾੜ ਨੂੰ ਜਿਹੜੀ ਅੱਗ ਲੱਗੀ ਹੋਈ ਸੀਗੀ, ਕਣਕ ਦੀ ਨਾੜ ਨੂੰ ਜਿਹੜੀ ਅੱਗ ਲੱਗੀ ਹੋਈ ਸੀ ਉਹਦੇ ਵਿੱਚ ਬੱਸ ਪਲਟਣ ਕਰਕੇ ਜਿਹੜੀ ਆ ਉਹਨਾਂ ਦੇ ਝੁਲਸ ਗਏ ਅਤੇ ਕੁਝ ਇੱਕ ਦੋ ਬੱਚਿਆਂ ਦੀ ਮੌਤ ਵੀ ਹੋਈ ਆ ਉਹਦੇ ਵਿੱਚ। ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਦੇ ਨਾਲ ਇਸ ਇਸ਼ੂ ਪਲੱਸ ਇੱਕ ਦੋ ਚੀਜ਼ਾਂ ਹੋਰ ਨੂੰ ਮਿਲਾ ਕੇ ਇੱਕ ਅਜਿਹੀ ਜਿਹੜੀ ਚੀਜ਼ ਜਿਹੜੀ ਇਸ ਵੇਲੇ ਹੌਟ ਇਸ਼ੂ ਬਣੀ ਹੋਈ ਆ ਉਹਦੇ 'ਤੇ ਚਰਚਾ ਕਰਾਂਗੇ ਅਤੇ ਕੱਢ ਕੇ ਲਿਆਵਾਂਗੇ ਕਿ ਇਹਦੇ ਨਾਲ ਸਾਡੀ ਸਿਹਤ ਦੇ ਉੱਤੇ ਕਿਸ ਲੈਵਲ ਦਾ ਅਸਰ ਪੈ ਰਿਹਾ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਡਾਕਟਰ ਸਾਹਿਬ ਲੰਘੇ ਦਿਨੀ ਜਦੋਂ ਬੱਚੇ ਝੁਲਸੇ ਅੰਦਰੋਂ ਅੰਤਰਾਤਮਾ ਵਲੂੰਦਰੀ ਗਈ ਵੀ ਛੋਟੇ ਛੋਟੇ ਬੱਚੇ ਕਿਸ ਤਰੀਕੇ ਦੇ ਨਾਲ ਜਦੋਂ ਬੱਸ ਦੇ ਵਿੱਚ ਪਲਟ ਕੇ ਅਤੇ ਉੱਥੇ ਅੱਗ ਦੀ ਚਪੇਟ ਦੇ ਵਿੱਚ ਆਏ ਹੋਣ ਅਤੇ ਉਹ ਮਾਸੂਮ ਕਿੱਦਾਂ ਚੀਕਾਂ ਮਾਰ ਕੇ ਆਪਣੀ ਜਾਨ ਗਵਾ ਗਏ ਅਤੇ ਕਿੱਦਾਂ ਚੀਕਾਂ ਮਾਰ ਕੇ ਜਿਹੜੇ ਉਹ ਉੱਥੇ ਉਹਨਾਂ ਦਾ ਝੁਲਸੇ ਹੋਣੇ ਅਤੇ ਕਿਵੇਂ ਉਹ ਮਤਲਬ ਇੱਕ ਬੇਵਸ ਹੋ ਕੇ ਰਹਿ ਗਏ। ਕਿੱਥੋਂ ਇਹ ਕਿੱਥੇ ਜਾ ਕੇ ਰੁਕੀ ਸੀ? ਹੁਣ ਤਾਂ ਨਹਿਰਾਂ ਦਾ ਪਾਣੀ ਵੀ ਜਿਹੜਾ ਜ਼ਹਿਰ ਹੋ ਗਿਆ ਜੀ। ਗੁਰਮਨ ਜੀ, ਦੋ ਬੜੀਆਂ ਪਿਛਲੇ ਸਮੇਂ 'ਚ ਜਿਹੜੀਆਂ ਵਾਤਾਵਰਨ ਨਾਲ ਰਿਲੇਟਡ ਦੋ ਮੁੱਖ ਖਬਰਾਂ ਜਿਹੜੀਆਂ ਆਈਆਂ। ਇੱਕ ਸਕੂਲ ਦੀ ਬੱਸ ਜੀਰੀ ਵਾਲੇ ਪਾਣੀ ਦੇ ਵਿੱਚ ਉਲਝ ਗਈ। ਜੀਰੀ ਵਾਲੀ ਜਿਹੜੇ ਧੂਏ 'ਚ ਜੀਰੀ ਵਾਲਾ ਧੂੰਆਂ ਜਿਹੜਾ ਸੀਗਾ ਬਹੁਤ ਜ਼ਿਆਦਾ ਸੀਗਾ ਅਤੇ ਜਦੋਂ ਡਰਾਈਵਰ ਉੱਥੋਂ ਲੰਘਿਆ ਤਾਂ ਉਹਨੂੰ ਦਿਖਿਆ ਹੀ ਨਹੀਂ ਕੁਛ ਵੀ, ਅਤੇ ਉਹ ਦਿਖਣ ਕਰਕੇ ਬੱਸ ਜਿਹੜੀ ਆ ਉਹ ਖਤਾਨਾਂ 'ਚ ਵੜ ਗਈ, ਸਾਈਡ 'ਤੇ ਵੜ ਗਈ ਅਤੇ ਉਹ 'ਚ ਧੂੰਆਂ ਵੜ ਗਿਆ। ਧੂੰਆਂ ਜਦੋਂ ਵੜਿਆ ਤਾਂ ਤੇ ਅੱਗ ਸਾਰੀ ਵੜ ਗਈ। ਉਹ ਤਾਂ ਬਾਈ ਚਾਂਸ ਉਸ ਵੇਲੇ ਉੱਥੇ ਕੁਝ ਬੰਦੇ ਖੜ੍ਹੇ ਸੀਗੇ ਜਿਹੜੇ ਕਿ ਉਹਨਾਂ ਨੂੰ ਖਿੱਚ ਧੂ ਕੇ ਬੱਚਿਆਂ ਨੂੰ ਬਾਹਰ ਕੱਢ ਲਿਆ ਅਤੇ ਖੁਸ਼ਕਿਸਮਤ ਰਹੇ ਕਿ ਬੱਚੇ ਦੀ ਕਿਸੇ ਦੀ ਮੌਤ ਨਹੀਂ ਹੋਈ, ਲੇਕਿਨ ਬੱਚਿਆਂ ਦੇ ਹੱਥ ਪੈਰ ਝੁਲਸ ਗਏ। ਅਤੇ ਜੇ ਉਹ ਬਾਈ ਚਾਂਸ ਉਹ ਬੰਦੇ ਨਾ ਖੜ੍ਹੇ ਹੁੰਦੇ ਤਾਂ ਉਹ ਬੜਾ ਵੱਡਾ ਹਾਦਸਾ ਹੋਣਾ ਸੀ ਜਿਹੜਾ ਕਿ ਬਹੁਤ ਹੀ ਟ੍ਰੈਜਿਕ ਸੀ ਉਸ ਵੇਲੇ ਬੱਚਿਆਂ ਦਾ। ਇੱਕ ਤਾਂ ਉਹ ਖਬਰ ਹੈ ਅਤੇ ਇੱਕ ਅੱਜ ਬਹੁਤ ਵੱਡੀ ਖਬਰ ਲੱਗੀ ਹੋਈ ਹੈ ਕਿ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਤਾਂ ਮਾਲਵੇ 'ਚ ਪਹਿਲਾਂ ਹੀ ਪੀਣ ਦੇ ਕਾਬਲ ਨਹੀਂ ਸੀਗਾ ਅਤੇ ਹੁਣ ਨਹਿਰਾਂ ਦਾ ਪਾਣੀ ਵੀ ਪੀਣ ਦੇ ਕਾਬਲ ਨਹੀਂ ਰਿਹਾ। ਸੋ ਇਸ ਕਰਕੇ ਇੱਕ ਬਹੁਤ ਦੋ ਐਸੀਆਂ ਖਬਰਾਂ ਨੇ ਜਿਹੜੀਆਂ ਕਿ ਮੈਂ ਸਮਝਦਾ ਕਿ ਮਨੁੱਖਤਾ ਨੂੰ ਬਹੁਤ ਡੂੰਘਾ ਝੰਜੋੜਨ ਵਾਲੀਆਂ ਨੇ। ਤੁਸੀਂ ਅੱਜ ਦੂਜੀ ਖਬਰ ਇਹ ਲੱਗੀ ਹੋਈ ਹੈ ਕਿ ਮੁਕਤਸਰ 'ਚ ਪਾਣੀ ਪੀਣ ਵਾਲੇ ਪਾਣੀ ਦਾ ਜਿਹੜਾ ਪਿਆ ਕਾਲ। ਮੁਕਤਸਰ ਮਾਲਵਾ ਦਾ ਬਹੁਤ ਇੰਪੋਰਟੈਂਟ ਡਿਸਟ੍ਰਿਕਟ ਹੈ ਜਿੱਥੇ ਕਿ ਪਾਣੀ ਬਹੁਤ ਖਰਾਬ ਹੈ। ਧਰਤੀ ਹੇਠਲਾ ਪਾਣੀ ਪਹਿਲਾਂ ਹੀ ਨਾ ਸਿਰਫ ਪੀਣ ਦੇ ਫਿੱਟ ਨਹੀਂ ਹੈ, ਉਹ ਡੰਗਰਾਂ ਦੇ ਵੀ ਫਿੱਟ ਨਹੀਂ ਹੈ, ਉਹ ਖੇਤੀ ਦੇ ਵੀ ਫਿੱਟ ਨਹੀਂ ਹੈ, ਉਹ ਮਤਲਬ ਆਲਮੋਸਟ ਨਿਖਿੱਧ ਹੋ ਚੁੱਕਾ ਹੈ। ਅਤੇ ਹੁਣ ਜਿਹੜੀ ਇਹ ਖਬਰ ਆ ਗਈ ਵੈਸੇ ਮੈਨੂੰ ਜਾਂ ਮੇਰੇ ਬਹੁਤ ਸਾਰੇ ਦੋਸਤਾਂ ਨੂੰ ਤਾਂ ਪਤਾ ਸੀਗਾ ਕਿਉਂਕਿ ਰਿਪੋਰਟਾਂ ਅਸੀਂ ਪੜ੍ਹ ਚੁੱਕੇ ਸੀ। ਜਿਹੜੀਆਂ ਰੂਰਲ ਵਾਟਰ ਵਰਕਸ ਦੀਆਂ ਰਿਪੋਰਟਾਂ ਆ ਚੁੱਕੀਆਂ ਸੀਗੀਆਂ ਕਿ ਉਹਦੇ ਅੰਦਰ ਹੈਵੀ ਮੈਟਲਸ ਬਹੁਤ ਜ਼ਿਆਦਾ ਨੇ, ਜਿਹੜਾ ਨਹਿਰਾਂ ਦਾ ਪਾਣੀ ਹੈ ਅਤੇ ਉਹਦੇ ਅੰਦਰ ਜ਼ਹਿਰ ਬਹੁਤ ਜ਼ਿਆਦਾ ਨੇ। ਲੇਕਿਨ ਇਹਨਾਂ ਨੇ ਅੱਜ ਪਬਲਿਕਲੀ ਜਿਹੜਾ ਅਖਬਾਰ 'ਚ ਪਹਿਲੀ ਵਾਰੀ ਲੱਗੀ ਖਬਰ ਕਿ ਜਿਹੜਾ ਮਾਲਵੇ ਦਾ ਨਹਿਰਾਂ ਦਾ ਪਾਣੀ ਹੈ ਉਹ ਅਨਫਿਟ ਹੋ ਗਿਆ ਪੀਣ ਦੇ। ਤਾਂ ਇਹ ਕੁਲਵੰਤ ਜੀ ਦੋ ਵੱਡੀਆਂ ਜਿਹੜੀਆਂ ਖਬਰਾਂ ਨੇ। ਮੈਂ ਸਮਝਦਾ ਕਿ ਇਹਨੇ ਸਾਡੇ ਪੂਰੇ ਦੇ ਪੂਰਾ ਸਾਡੀ ਜਿਹੜੀ ਸੋਚ ਹੈ, ਸਾਡਾ ਜਿਹੜਾ ਆਰਥਿਕ ਢਾਂਚਾ ਹੈ, ਸਾਡਾ ਮਾਡਲ ਹੈ ਵਿਕਾਸ ਦਾ, ਉਹਨੂੰ ਇੱਕ ਕਰੂਅਲ ਜ਼ਾਲਮ ਜਿਹੜੇ ਮਾਡਲ ਦੇ ਤੌਰ 'ਤੇ ਜਿਹੜਾ ਖੜ੍ਹਾ ਕਰਤਾ ਕਿ ਜੋ ਪਿਛਲੇ ਸੀ 70 ਸਾਲ 60-70 ਸਾਲ 'ਚ ਜੋ ਹਰੇ ਇਨਕਲਾਬ ਦੇ ਨਾਂ 'ਤੇ ਕੀਤਾ ਖੇਤੀ ਦੇ ਵਿੱਚ, ਅਤੇ ਜੋ ਸਾਡਾ ਇੰਡਸਟਰੀਅਲ ਮਾਡਲ ਡਿਵੈਲਪ ਕੀਤਾ ਜਿਹਦੇ ਅੰਦਰ ਲੁਧਿਆਣੇ ਦਾ ਪਾਣੀ ਜਾ ਕੇ ਸਾਰੇ ਦਾ ਸਾਰਾ ਇੰਡਸਟਰੀ ਦਾ ਪਾਣੀ ਸਤਲੁਜ ਦਰਿਆ 'ਚ ਗਿਰਦਾ ਅਤੇ ਸਤਲੁਜ ਦਰਿਆ ਤੋਂ ਜਾ ਕੇ ਹਰੀਕੇ ਪੱਤਣ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਨੇ ਜਿਹਦਾ ਪਾਣੀ ਹੁਣ ਟੋਟਲੀ ਅਨਫਿਟ ਹੋ ਚੁੱਕਿਆ ਜਿਹੜਾ ਪੀਣ ਦੇ। ਤਾਂ ਇਹ ਦੇਖੋ ਸਮਾਜ ਦੇ ਵਿੱਚ ਦੋ ਹੀ ਮੁੱਖ ਨੇ, ਤਾਂ ਇੰਡਸਟਰੀ ਹੈ ਅਤੇ ਇੱਕ ਖੇਤੀ ਹੈ। ਦੋਨੋਂ ਸਿਹਤ ਨਾਲ ਬਹੁਤ ਨੇੜਿਓਂ ਜੁੜੇ ਹੋਏ ਆ ਕਿਉਂਕਿ ਜੋ ਕੁਛ ਖੇਤੀ 'ਚ ਪੈਦਾ ਹੋਣਾ ਉਹ ਅਸੀਂ ਖਾਣਾ ਹੈ, ਜੋ ਕੁਛ ਪਾਣੀ 'ਚ ਹੋਣਾ ਹੈ ਅਸੀਂ ਪੀਣਾ ਹੈ। ਸਾਡਾ ਪਾਣੀ ਵੀ ਅੱਤ ਦਾ ਜ਼ਹਿਰੀਲਾ ਹੋ ਗਿਆ ਅਤੇ ਖਾਣਾ ਵੀ ਅੱਤ ਦਾ ਜ਼ਹਿਰੀਲਾ ਹੋ ਗਿਆ। ਅਤੇ ਤੁਸੀਂ ਦੱਸੋ ਬਚਿਆ ਕੀ ਸਾਡੇ ਕੋਲ? ਅਸੀਂ ਕਹਿੰਦੇ ਵੀ ਅਸੀਂ ਕੋਠੀਆਂ ਬਚਾ ਲਈਆਂ, ਅਸੀਂ ਕਾਰਾਂ ਬਚਾ ਲਈਆਂ,
ਨੈਟ ਰਿਜ਼ਲਟ ਕੀ ਨਿਕਲਿਆ ਉਹਦਾ? ਨੈਟ ਰਿਜ਼ਲਟ ਇਹ ਨਿਕਲਿਆ ਕਿ ਜਿੰਨੀਆਂ ਮਰਜ਼ੀ ਕੋਠੀਆਂ ਬਣਾਈ ਜਾਓ, ਜਿੰਨੀਆਂ ਮਰਜ਼ੀ ਕਾਰਾਂ ਬਣਾਈ ਜਾਓ, ਅਲਟੀਮੇਟਲੀ ਤੁਹਾਡੇ ਜਿੰਨੇ ਮਰਜ਼ੀ ਪੈਸੇ ਕਮਾਈ ਜਾਓ, ਤੇ ਅਲਟੀਮੇਟਲੀ ਤੁਹਾਡੀ ਸਿਹਤ 'ਤੇ ਲੱਗਣੇ ਨੇ। ਉਹ ਅਲਟੀਮੇਟਲੀ ਸਿਹਤ ਜਿਹੜੀ ਹੈ ਉਹ ਚਾਹੀਦੀ ਹੈ ਨਾ। ਜੇ ਸਿਹਤ ਨਹੀਂ ਹੈ ਤਾਂ ਕੁਛ ਵੀ ਨਹੀਂ ਹੈ, ਤੇ ਜੇ ਸਿਹਤ ਹੈਗੀ ਹੈ ਤਾਂ ਬੰਦਾ ਆਪਣਾ ਜੀਵਨ ਬੜਾ ਸੋਹਣਾ ਗੁਜ਼ਾਰਦਾ। ਤਾਂ ਅੱਜ ਹਾਲਤ ਇਹ ਹੋ ਚੁੱਕੀ ਹੈ ਸਾਡੀ, ਹਵਾ ਤਾਂ ਬਹੁਤ ਖਰਾਬ ਹੈ। ਹਵਾ ਤਾਂ ਪਹਿਲਾਂ ਹੀ ਆ ਗਿਆ ਸੀ, ਅੱਜ ਉਹ ਵੀ ਖਬਰ ਲੱਗੀ ਹੋਈ ਹੈ। ਅੱਜ ਤੱਕ ਕਮਾਲ ਦੀਆਂ ਖਬਰਾਂ ਨੇ ਨਾ ਕਈ ਜਿਹੜੀਆਂ ਅਜੇ ਵੀ ਲੱਗੀ, ਨਾਰਥ ਇੰਡੀਆ ਦੀ ਹਵਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੈ, ਅਜੇ ਵੀ ਖਬਰ ਹੈ। ਤਾਂ ਅੱਜ ਹੁਣ ਦੇਖੋ ਤੁਸੀਂ ਅਖਬਾਰ ਜਿਹੜੀ ਹੁੰਦੀ ਹੈ ਭਰੀ ਪਈ ਹੁੰਦੀ ਹੈ ਵਾਤਾਵਰਨ ਦੀਆਂ ਖਬਰਾਂ ਨਾਲ। ਅੱਜ ਇਹ ਖਬਰ ਵੀ ਹੈ ਕਿ ਜਿਹੜੀ ਨਾਰਥ ਇੰਡੀਆ ਦੀ ਹਵਾ ਹੈ ਇਹ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੈ ਦੱਖਣ ਭਾਰਤ ਦੇ ਮੁਕਾਬਲੇ 'ਚ। ਤਾਂ ਇਹ ਜਿਹੜੀ ਹਵਾ ਪਾਣੀ ਅਤੇ ਮਿੱਟੀ ਦਾ ਮਸਲਾ ਖੜਾ ਹੋ ਗਿਆ ਸਾਡਾ, ਇਹ ਹੁਣ ਸਾਡੇ ਵਾਸਤੇ ਇੱਕ ਬਹੁਤ ਹੀ ਵੱਡਾ ਡੇਂਜਰ ਦਾ, ਖਤਰੇ ਦਾ ਘੁੱਗੂ ਹੈ। ਜਿੱਦਾਂ ਜਦੋਂ ਲੜਾਈਆਂ ਲੱਗਦੀਆਂ ਨਾ, ਜੰਗਾਂ ਲੱਗਦੀਆਂ ਨੇ, ਅਤੇ ਜਦੋਂ ਏਅਰ ਅਟੈਕ ਹੋਣ ਲੱਗਦਾ ਘੁੱਗੂ ਵੱਜਦਾ। ਮੈਨੂੰ ਯਾਦ ਹੈ ਮੈਂ ਤਾਂ ਉਹ 65 ਦੀ ਲੜਾਈ ਵੀ ਦੇਖੀ ਹੋਈ ਹੈ, ਅਤੇ ਅੱਗੇ ਫਿਰ 71 ਦੀਆਂ ਲੜਾਈਆਂ ਵੀ ਦੇਖੀਆਂ ਹੋਈਆਂ ਨੇ। ਉਹ ਸਾਰਨ ਵੱਜਦਾ ਹੁੰਦਾ ਸੀ, ਘੁੱਗੂ ਵੱਜਦਾ ਸੀ ਖਤਰੇ ਦਾ, ਵੀ ਹੁਣ ਅਸੀਂ ਭੱਜ ਕੇ ਆਪਣਾ ਉੱਥੇ ਵੜ ਜਾਂਦੇ ਹੁੰਦੇ ਸੀ ਟਰੈਂਚਾਂ 'ਚ, ਵੀ ਏਅਰ ਅਟੈਕ ਹੋਣ ਵਾਲਾ। ਮੈਨੂੰ ਅੱਜ ਵੀ ਯਾਦ ਹੈ, ਮੈਂ ਉਦੋਂ 65 ਦੀ ਲੜਾਈ ਵੇਲੇ ਲੁਧਿਆਣੇ ਸੀਗਾ, ਤਾਂ ਉਦੋਂ ਟਰੈਂਚਾਂ ਬਣਾਈਆਂ ਹੋਈਆਂ ਸੀਗੀਆਂ, ਥੱਲੇ ਅਸੀਂ ਪੱਟੀਆਂ ਹੋਈਆਂ ਟਰੈਂਚਾਂ, ਪਹਿਲਾਂ ਆਪ ਪੱਟੀਆਂ, ਫਿਰ ਸਾਨੂੰ ਪੂਰਾ ਵੀ ਜਦੋਂ ਜੋ ਨਾਲ ਸੀ ਏਅਰਪੋਰਟ ਸੀਗਾ ਜਿਹੜਾ ਲੁਧਿਆਣੇ ਦੇ ਨਾਲ, ਕਿਹੜਾ ਉਹ ਏਅਰਪੋਰਟ ਹੈ ਨਾ, ਕੀ ਆ ਉਹਦਾ ਨਾਂ ਏਅਰਪੋਰਟ ਦਾ, ਉੱਥੇ ਕਿਉਂਕਿ ਉੱਥੋਂ ਫੌਜੀ ਜਹਾਜ਼ਾਂ ਦੀਆਂ ਉਡਾਣਾਂ ਹੁੰਦੀਆਂ ਸੀਗੀਆਂ, ਤਾਂ ਉੱਥੇ ਅਟੈਕ ਹੋਣ ਦਾ ਵੱਧ ਖਤਰਾ ਸੀਗਾ। ਤਾਂ ਉਹ ਘੁੱਗੂ ਵੱਜਦਾ ਹੁੰਦਾ ਸੀ, ਮੈਨੂੰ ਅੱਜ ਵੀ ਉਹ ਘੁੱਗੂ ਦੀ ਆਵਾਜ਼ ਯਾਦ ਹੈ। ਤਾਂ ਇਹ ਜਿਹੜਾ ਖਤਰੇ ਦਾ ਘੁੱਗੂ ਹੈ, ਇਹ ਉੱਦਾਂ ਦਾ ਹੀ ਘੁੱਗੂ ਹੈ ਕਿ ਹੁਣ ਬਚੋ, ਜੇ ਬਚਿਆ ਜਾਂਦਾ ਤਾਂ, ਨਹੀਂ ਤਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦਾ ਕੋਈ ਭਵਿੱਖ ਨਹੀਂ ਹੈ। ਟੋਟਲ ਧੁੰਦਲਕਾ ਹੈ। ਉਹਦੇ ਬਾਕੀ ਜਿਹੜੀਆਂ ਮੈਨੀਫੈਸਟੇਸ਼ਨ ਆ ਰਹੀਆਂ ਨੇ, ਚਾਹੇ ਉਹ ਨਸ਼ਿਆਂ ਦੀ ਸ਼ਕਲ 'ਚ ਹੈ, ਚਾਹੇ ਉਹ ਬਿਮਾਰੀਆਂ ਦੀ ਸ਼ਕਲ 'ਚ ਹੈ, ਚਾਹੇ ਉਹ ਜਿਹੜੇ ਪੰਜਾਬ ਤੋਂ ਬਾਹਰ ਜਿਹੜੀ ਸਾਡੀ ਭੱਜ ਰਹੀ ਹੈ ਜਿਹੜੀ ਨੌਜਵਾਨ ਪੀੜ੍ਹੀ ਉਹ ਹੈ, ਚਾਹੇ ਰੋਜ਼ ਖਬਰਾਂ ਆ ਰਹੀਆਂ ਕਿ ਪੰਜਾਬ ਪਾਣੀ ਵਿਹੂਣਾ ਹੋਣ ਜਾ ਰਿਹਾ, ਚਾਹੇ ਇਹ ਖਬਰਾਂ ਆ ਰਹੀਆਂ ਕਿ ਪਾਣੀ ਥੱਲੇ ਪੰਜਾਬ ਦਾ ਮੁੱਕ ਰਿਹਾ, ਚਾਹੇ ਅੱਜ ਜਿਹੜੀ ਖਬਰ ਲੱਗੀ ਹੋਈ ਹੈ ਕਿ ਨਹਿਰਾਂ ਦਾ ਪਾਣੀ ਵੀ ਜ਼ਹਿਰੀਲਾ ਹੋ ਗਿਆ, ਤਾਂ ਬਚਿਆ ਕੀ ਸਾਡੇ ਕੋਲ। ਤਾਂ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਅਸੀਂ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ 'ਤੇ ਪਿਛਲੇ 10 ਸਾਲ ਤੋਂ ਮੰਗ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਐਮਰਜੈਂਸੀ ਡਿਕਲੇਅਰ ਕਰਕੇ, ਵਾਤਾਵਰਨ ਇੱਕ ਐਮਰਜੈਂਸੀ ਡਿਕਲੇਅਰ ਕਰਕੇ ਬਹੁਤ ਵੱਡਾ ਕਮਿਸ਼ਨ ਬਣਾਇਆ ਜਾਵੇ, ਜਿਹੜਾ ਸਾਰੀ ਚੀਜ਼ ਦੀ ਇਨਵੈਸਟੀਗੇਸ਼ਨ ਕਰੇ ਕਿ ਇਹ ਵਾਪਰ ਕੀ ਰਿਹਾ ਅਤੇ ਇਹਦੇ ਆਉਣ ਵਾਲੇ ਸਮੇਂ 'ਚ ਕੀ ਸਿੱਟੇ ਨਿਕਲਣੇ ਆ। ਸੋ ਉਸ ਕਰਕੇ ਉਹ ਬਹੁਤ ਭਿਅੰਕਰ ਸਿੱਟੇ ਨਿਕਲਣ ਦੇ ਜਿਹੜੇ ਬਣ ਰਹੀ ਹੈ। ਅਤੇ ਜਿਹੜੀ ਆਪਾਂ ਪਹਿਲਾਂ ਵੀ ਬਹੁਤ ਸਾਰੇ ਵੀਡੀਓ 'ਚ ਗੱਲ ਕੀਤੀ ਹੈ ਕਿ ਸਾਡੀ ਜਿਹੜੀ ਜੋ ਸਾਡੀ ਸਰੀਰਕ ਸਿਹਤ ਹੈ, ਜਿਹਦੇ 'ਚ ਦੋ ਬਿਮਾਰੀਆਂ ਦਾ ਪੈਟਰਨ ਹੈ ਕਿ ਕਿੱਦਾਂ ਜਿਹੜੀਆਂ ਨੇ ਲਾ ਇਲਾਜ ਅਤੇ ਲੰਬੇ ਸਮੇਂ ਚੱਲਣ ਵਾਲੀਆਂ ਬਿਮਾਰੀਆਂ ਨੇ। ਕਿਹੜੀਆਂ ਨੇ ਜਿਹੜੀਆਂ ਹਵਾ, ਪਾਣੀ ਅਤੇ ਮਿੱਟੀ ਤਿੰਨਾਂ 'ਚੋਂ ਆ ਰਹੀਆਂ? ਦੇਖੋ ਸਾਰੀਆਂ ਜਿੰਨੀ ਦੇਖੋ ਇਹ ਹੋਰ ਖਬਰ ਲੱਗੀ ਹੋਈ ਹੈ, ਅੱਜ ਤੱਕ ਖਬਰਾਂ ਮੈਨੂੰ ਹੁਣ ਯਾਦ ਆਈ ਜਾ ਰਹੀਆਂ ਨੇ। ਅੱਜ ਪੂਰੀ ਦੁਨੀਆ ਦੀ ਖਬਰ ਵੀ ਲੱਗੀ ਹੋਈ ਹੈ ਕਿ ਪ੍ਰਦੂਸ਼ਣ ਕਰਕੇ ਕਿੰਨੇ ਬੰਦੇ ਮਰਦੇ ਆ, 1 ਕਰੋੜ ਬੰਦਾ ਮਰਦਾ ਹਰ ਸਾਲ। ਅਸੀਂ ਕਰੋਨਾ ਦੀਆਂ ਇੰਨੀਆਂ ਮਰਮਤਾਂ ਫਲਾਣੀਆਂ ਦੀਆਂ ਇੰਨੀਆਂ ਮਰਮਤਾਂ ਕਰਕੇ ਕਰਦੇ ਹਾਂ। ਪ੍ਰਦੂਸ਼ਣ ਕਰਕੇ ਪੂਰੀ ਦੁਨੀਆ 'ਚ 1 ਕਰੋੜ ਬੰਦਾ ਮਰਦਾ, ਜਿਸ 'ਚ ਚੌਥਾ ਹਿੱਸਾ ਬੰਦੇ 25 ਕਰੋੜ ਦੇ ਲਗਭਗ ਬੰਦੇ, 23.5 ਲੱਖ ਬੰਦੇ ਇਕੱਲੇ ਹਿੰਦੁਸਤਾਨ 'ਚ ਮਰਦੇ ਆ ਹਰ ਸਾਲ 1 ਕਰੋੜ ਬੰਦਾ ਪੂਰੀ ਦੁਨੀਆ 'ਚ ਮਰਦਾ ਪ੍ਰਦੂਸ਼ਣ ਰਿਲੇਟਡ ਜਿਹੜੇ ਕਾਰਨਾਂ ਕਰਕੇ, ਔਰ ਚੌਥਾ ਹਿੱਸਾ ਜਿਹੜੇ ਨੇ ਸਾਡੇ ਹਿੰਦੁਸਤਾਨ 'ਚ ਮਰਦੇ ਆ। ਅਤੇ ਹਿੰਦੁਸਤਾਨ ਦੀ ਪ੍ਰਪੋਰਸ਼ਨੇਟਲੀ ਵੀ ਬਹੁਤ ਜ਼ਿਆਦਾ। ਤਾਂ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਵਰਤਾਰਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਾਡੇ ਸਭ ਲਈ ਇੱਕ ਚੈਲੰਜ ਹੈ, ਵੰਗਾਰ ਹੈ ਕਿ ਅਸੀਂ ਸੰਭਲੀਏ, ਅਸੀਂ ਜਿਸ ਵੀ ਪੱਧਰ 'ਤੇ ਜੋ ਵੀ ਕਰ ਸਕਦੇ ਹਾਂ ਕਰੀਏ। ਜੋ ਵੀ ਕਰ ਸਕਦੇ ਦਾ ਮਤਲਬ ਕਈ ਕਿਸਮ ਦੀਆਂ ਲੜਾਈਆਂ ਲੜਨ ਦੀ ਲੋੜ ਹੁੰਦੀ ਹੈ। ਇੱਕ ਲੜਾਈ ਤਾਂ ਹੁੰਦੀ ਹੈ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਜਿਹੜੀ ਕੋਈ ਕਿਸੇ ਕਿਸਮ ਦਾ ਕੋਈ ਪ੍ਰੋਟੈਸਟ ਅੰਦੋਲਨ, ਕਿ ਤੁਸੀਂ ਕੌਣ ਹੁੰਦੇ ਹੋ ਸਾਡਾ ਪਾਣੀ ਪੋਲਿਊਟ ਕਰਨ ਵਾਲੇ, ਤੁਸੀਂ ਕੌਣ ਹੁੰਦੇ ਸਾਡੀ ਹਵਾ ਪੋਲਿਊਟ ਕਰਨ ਵਾਲੇ। ਔਰ ਜਿਸ ਚੀਜ਼ ਨੂੰ ਸਾਇੰਸ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਖੇਤੀ 'ਚ ਜ਼ਹਿਰ ਪਾ ਦਿਓ ਅਤੇ ਫਿਰ ਉਹਨੂੰ ਕਹੋ ਵੀ ਇਹ ਵਿਗਿਆਨ ਹੈ ਅਤੇ ਸਾਨੂੰ ਜ਼ਹਿਰੀਲਾ ਖਾਣਾ ਖਵਾ ਰਹੇ ਹੋ ਤੁਸੀਂ, ਔਰ ਕਿਸ ਨਾਂ 'ਤੇ ਖਵਾ ਰਹੇ ਹੋ, ਕਿਸ ਬਣਾ 'ਤੇ ਖਵਾ ਰਹੇ ਹੋ। ਕਦੀ ਦੁਨੀਆ 'ਚ ਕਿਸੇ ਇੱਕ ਅੱਧਾ ਸਾਲ ਕੋਈ ਫੂਡ ਦੀ ਸ਼ਾਰਟੇਜ ਹੋਈ ਸੀ, ਅੱਜ ਤਾਂ ਫੂਡ ਸਰਪਲਸ ਪਿਆ ਤੁਹਾਡੇ ਕੋਲ, ਅੰਨਾ ਫੂਡ ਪਿਆ। ਉਹਦਾ ਸਾਡੀਆਂ ਸਰਕਾਰਾਂ ਕਹਿ ਰਹੀਆਂ ਅਸੀਂ ਸਾਰੀ ਦੁਨੀਆ ਨੂੰ ਖਵਾ ਸਕਦੇ ਹਾਂ, ਇੰਨਾ ਫੂਡ ਹੈ ਸਾਡੇ ਕੋਲ। ਅੱਜ ਤੁਸੀਂ ਕਿਉਂ ਜ਼ਹਿਰ ਖਵਾਈ ਜਾ ਰਹੇ ਹੋ ਸਾਨੂੰ? ਕੋਈ ਇਹੋ ਜਿਹੀ ਪਾਲਿਸੀ ਤਾਂ ਬਣਾਓ ਨਾ ਕਿ ਤੁਸੀਂ ਸਾਨੂੰ ਜ਼ਹਿਰ ਖਵਾਉਣਾ ਬੰਦ ਕਰੋ, ਤੁਸੀਂ ਸਾਡੀ ਖੇਤੀ ਨੂੰ ਸਾਫ਼ ਸੁਥਰਾ ਕਰੋ। ਖੇਤੀ
ਜਿਹੜੀ ਇਹ ਜ਼ਹਿਰਾਂ ਭਰੀ ਖੇਤੀ ਹੈ ਇਹ ਇਕੱਲੀ ਜ਼ਹਿਰਾਂ ਨਹੀਂ ਖਵਾਉਂਦੀ ਸਾਨੂੰ, ਇਹ ਜੋ ਪਾਣੀ ਖਤਮ ਹੋ ਰਿਹਾ, ਜੋ ਸਾਡੀ ਮਿੱਟੀ ਧਰਤੀ ਜਿਹੜੀ ਸਖਤ ਹੋ ਗਈ ਹੈ, ਇਹ ਸਾਰਾ ਉਹਨਾਂ ਕਰਕੇ ਹੀ ਹੈ। ਕਿਉਂਕਿ ਜੋ ਅਸੀਂ ਖੇਤੀ ਦਾ ਮਾਡਲ 'ਚ ਯੂਜ਼ ਕਰ ਰਹੇ ਹਾਂ, ਚਾਹੇ ਉਹ ਇਨਸੈਕਟੀਸਾਈਡ ਕਰ ਰਹੇ ਹਾਂ, ਚਾਹੇ ਉਹ ਪੈਸਟੀਸਾਈਡ ਕਰ ਰਹੇ ਹਾਂ, ਚਾਹੇ ਹਰਬੀਸਾਈਡ ਕਰ ਰਹੇ ਹਾਂ, ਚਾਹੇ ਅਸੀਂ ਕੋਈ ਵੀ ਖਾਦਾਂ ਕਰ ਰਹੇ ਹਾਂ, ਉਹ ਪਲੱਸ ਜਿਹੜਾ ਗਰਾਊਂਡ ਥੱਲੜਾ ਪਾਣੀ ਕੱਢ ਕੇ ਜੀਰੀ ਨੂੰ ਦੇ ਜਾਂਦੇ ਹਾਂ। ਹੁਣ ਜੀਰੀ ਜਿਹੜੀ ਹੈ, ਚੌਲ ਜਿਹੜੇ ਨੇ, ਪੰਜਾਬ ਤਾਂ ਨਹੀਂ ਖਾਂਦਾ, ਨਾ ਪੰਜਾਬ ਨੂੰ ਕੋਈ ਲੋੜ ਆ ਉਹਦੀ। ਪੰਜਾਬ 'ਚੋਂ ਤੁਸੀਂ ਜੀਰੀ ਪੈਦਾ ਕਰਕੇ ਲਾਤਾ ਸਾਡੇ ਕਿਸਾਨਾਂ ਨੂੰ MSP ਦੇ ਕੇ ਅਤੇ ਮਿਨੀਮਮ ਸਪੋਰਟ ਪ੍ਰਾਈਸ ਦੇ ਕੇ ਕਿ ਲਓ ਨੋਟ ਲਾਓ, ਜੀਰੀ ਪੈਦਾ ਕਰੋ, ਸਾਰੇ ਹਿੰਦੁਸਤਾਨ ਨੂੰ ਖਵਾਓ। ਅਤੇ ਹਿੰਦੁਸਤਾਨ ਨੂੰ ਜੋ ਅਸੀਂ ਖਵਾ ਰਹੇ ਹਾਂ, ਖਾ ਤਾਂ ਹਿੰਦੁਸਤਾਨ ਰਿਹਾ, ਲੇਕਿਨ ਉਹਦੇ ਜਿਹੜੇ ਭੈੜੇ ਸਿੱਟੇ ਨੇ ਉਹ ਕੌਣ ਭੁਗਤ ਰਿਹਾ? ਜ਼ਮੀਨ ਸਾਡੀ ਖਰਾਬ ਹੋ ਰਹੀ ਪੰਜਾਬ ਹਰਿਆਣੇ ਦੀ, ਪਾਣੀ ਸਾਡਾ ਮੁੱਕ ਰਿਹਾ, ਖਾ ਰਿਹਾ ਸਾਰਾ ਹਿੰਦੁਸਤਾਨ। ਕਹਿੰਦੇ ਨਾ ਡਾਕਟਰ ਸਾਹਿਬ ਕਿਸਾਨ ਹਟਦੇ ਵੀ ਨਹੀਂ ਹੈਗੇ ਉਸ ਚੀਜ਼ ਤੋਂ, ਹੁਣ ਸਰਕਾਰਾਂ ਵੀ ਕਹਿ ਰਹੀਆਂ ਨੇ ਵੀ ਹਟ ਜਾਓ, ਹੁਣ ਤਾਂ ਹਟ ਹੀ ਨਹੀਂ ਰਹੇ। ਦੇਖੋ, ਜਦੋਂ ਸੌਖ ਪੈ ਜੇ ਨਾ, ਜਦੋਂ ਹੱਡਰ ਰੰਮੀ ਪੈ ਜੇ, ਕਿਸਾਨਾਂ ਨੂੰ ਵੀ ਹੱਡਰ ਰੰਮੀ ਪਈ ਹੋਈ ਆ ਕਿ ਠੀਕ ਹੈ ਬੀਜੋ ਅਤੇ ਮੁੜ ਕੇ ਕੋਈ ਕੰਮ ਕਰਨਾ ਨਹੀਂ ਹੈ, ਦਿਹਾੜੀਦਾਰ ਲਾਓ, ਉਹ ਪੈਸਟੀਸਾਈਡ ਯੂਰੀਆ ਸਪਰੇਅ ਕਰ ਦਿੰਦਾ, ਮੁੜ ਕੇ ਉਹ ਕੰਬਾਈਨ ਬੁਲਾਓ ਅਤੇ ਵੱਢ ਕੇ ਅਤੇ ਮੰਡੀ ਸੁੱਟ ਆਓ। ਲਫ਼ਜ਼ ਵਰਤਦੇ ਹਾਂ ਅਸੀਂ, ਸੁੱਟ ਆਏ ਫਸਲ, ਉਹ ਹਾਂ ਤਾਂ ਸਿੱਟਣ ਵਾਲੀ ਹੁੰਦੀ ਆ, ਉਹ ਤਾਂ ਸਿੱਟੇ ਆਉਂਦੇ ਆ ਅਤੇ ਮੁੜ ਕੇ ਪੈਸੇ ਘਰ ਆ ਜਾਂਦੇ ਆ, ਬਸ ਸੌਖ ਲੱਭ ਗਿਆ, ਮੁੜ ਕੇ ਕਿਸਾਨ ਵਿਹਲੇ ਦਾ ਵਿਹਲਾ। ਅਤੇ ਉਹ ਜੋ ਕੁਛ ਜੋ ਵਿਹਲੜਪੁਣਾ ਹੁੰਦਾ, ਫਿਰ ਵਿਹਲੜਪੁਣਾ ਜੋ ਬਾਕੀ ਜਿਹੜੀਆਂ ਲੈ ਕੇ ਆਉਂਦਾ ਨਾਲ ਉਹਦੇ ਭੈੜ, ਉਹ ਸਾਰੇ ਨਾਲ ਆ ਜਾਂਦੇ ਆ। ਵੀ ਦਾਰੂ ਪੀ ਕੇ ਪੈਸੇ ਉਡਾ ਦੇਣੇ ਆ, ਕਿ ਕਿਸੇ ਨੇ ਫੀਮ ਖਾ ਕੇ ਉਡਾ ਦੇਣੇ ਆ, ਕਿ ਕਿਸੇ ਨੇ ਵੱਡੇ ਵਿਆਹ ਕਰਨੇ ਆ, ਵੱਡੇ ਵਿਆਹ ਕਰਨੇ ਆ, ਜਾਂ ਵੱਡੀਆਂ ਕੋਠੀਆਂ ਪਾਉਣੀਆਂ, ਜਾਂ ਵੱਡੀਆਂ ਕਾਰਾਂ ਲੈਣੀਆਂ। ਕਰਾਂਗੇ ਤਾਂ ਆਹੀ ਨਾ ਲੈ ਦੇ ਕੇ ਪੈਸੇ ਦਾ ਕੀ ਕਰੋਗੇ ਤੁਸੀਂ? ਜਾਂ ਫਿਰ ਬਿਮਾਰ ਹੋਵੋਗੇ ਤਾਂ ਡਾਕਟਰਾਂ ਕੋਲ ਜਾਣਗੇ ਅਤੇ ਕੰਪਨੀਆਂ ਕੋਲ ਜਾਣਗੇ, ਤਾਂ ਅੱਗੇ ਫਿਰ ਸੁਸਾਈਡ, ਜੇ ਕਰਜ਼ਾ ਨਹੀਂ ਮੋੜਿਆ ਜਾਂਦਾ ਫਿਰ ਸੁਸਾਈਡ ਹੈ। ਤਾਂ ਇਹ ਕਿਸੇ ਨਾ ਕਿਤੇ ਗਲਤ ਮਾਡਲ 'ਚ ਠੀਕ ਹੈ, ਉਹ ਸਰਕਾਰਾਂ ਨੇ ਫਸਾਇਆ, ਕਿਸਾਨਾਂ ਨੂੰ ਆਪਾਂ ਦੋਸ਼ੀ ਨਹੀਂ ਠਹਿਰਾ ਸਕਦੇ, ਲੇਕਿਨ ਮੂਰਖ ਬਣਨਾ ਵੀ ਤਾਂ ਕੋਈ ਆਪਾਂ ਕਹਿ ਸਕਦੇ, ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਬਿਲਕੁਲ ਦੋਸ਼ੀ ਨਹੀਂ ਹਾਂ। ਮਤਲਬ ਤੁਹਾਨੂੰ ਕਿਸੇ ਨੇ ਬੇਵਕੂਫ ਬਣਾਇਆ, ਉਹ ਇੱਕ ਅੰਗਰੇਜ਼ੀ 'ਚ ਕਹਾਵਤ ਹੈ ਕਿ ਫੂਲ ਮੀ ਵੰਸ ਸ਼ੇਮ ਔਨ ਮੀ, ਫੂਲ ਮੀ ਟਵਾਈਸ ਸ਼ੇਮ ਔਨ ਯੂ। ਨਾ ਸੌਰੀ, ਉਲਟਾ, ਫੂਲ ਮੀ ਵੰਸ ਸ਼ੇਮ ਔਨ ਯੂ, ਫੂਲ ਮੀ ਟਵਾਈਸ ਸ਼ੇਮ ਔਨ ਮੀ। ਕਿ ਜੇ ਤੁਸੀਂ 2 ਵਾਰੀ ਬੇਵਕੂਫ ਬਣ ਰਹੇ ਹਾਂ, ਅਸੀਂ ਤਾਂ 70 ਸਾਲਾਂ ਤੋਂ ਬਣੀ ਜਾ ਰਹੇ ਹਾਂ, ਤਾਂ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਵਾਰੀ ਤਾਂ ਬੇਵਕੂਫ ਬਣਾ ਲਿਆ ਕਿਸੇ ਨੇ, ਦੂਜੀ ਵਾਰੀ ਜੇ ਤੁਹਾਨੂੰ ਕੋਈ ਉਹੀ ਬੰਦਾ ਉਸੇ ਗੱਲ 'ਤੇ ਬੇਵਕੂਫ ਬਣਾ ਰਿਹਾ, ਤਾਂ ਫਿਰ ਤਾਂ ਤੁਹਾਨੂੰ ਆਪਣੇ ਆਪ ਅੰਦਰ ਤੇ ਹੱਥ 'ਚ ਹੱਥ ਮਾਰਨੀ ਚਾਹੀਦੀ ਵੀ ਤੁਸੀਂ ਕੀ ਚੀਜ਼ ਹੋ ਜੇ ਰੋਜ਼ ਬੇਵਕੂਫ ਬਣ ਜਾਂਦੇ ਹੋ। ਹੁਣ ਤਾਂ ਸਰਕਾਰਾਂ ਕਹਿ ਰਹੀਆਂ ਨੇ ਵੀ ਮੂਰਖ ਨਾ ਬਣੋ, ਹਟ ਜਾਓ, ਪਰ ਉਹ ਆਪ ਬਣ ਰਹੇ ਨੇ। ਨਹੀਂ, ਹੁਣ ਤਾਂ 2 ਜਥੇਬੰਦੀਆਂ ਨੇ ਵੀ ਕਾਲ ਦੇ ਦਿੱਤੀ ਹੈ, ਰਜਿੰਦਰ ਹੋਰਾਂ ਨੇ ਕਾਲ ਦੇ ਦਿੱਤੀ, ਕਿਰਤੀ ਕਿਸਾਨ ਯੂਨੀਅਨ ਨੇ। ਦੂਸਰੀ ਗੱਲ, ਰਾਜੇਵਾਲ ਹੋਰਾਂ ਨੇ ਓਪਨ ਕਾਲ ਦੇ ਦਿੱਤੀ ਹੈ ਕਿ ਵੀ ਅਸੀਂ ਖੇਤੀ ਦਾ ਮਾਡਲ ਬਦਲਣਾ ਚਾਹੁੰਦੇ ਹਾਂ। ਰਾਜੇਵਾਲ ਇਹਨਾਂ ਨੇ ਤਾਂ, ਰਜਿੰਦਰ ਹੋਰਾਂ ਨੇ ਤਾਂ ਜਿਹੜੀ ਹੈ ਓਪਨਲੀ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ, ਉਹਨੇ ਕਹਿ ਦਿੱਤਾ ਵੀ ਪੰਜਾਬ ਜਿਹੜਾ ਹੈ ਸਾਡੀ ਪੰਜਾਬ ਔਰ ਉਸ ਤੋਂ ਵੀ ਅੱਗੇ, ਉਸ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ, ਇੱਕ ਗੱਲ ਮੈਂ ਉਹਦੀ ਪੂਰੀ ਕਰ ਲਾਂ ਕਿ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਮੇਰੀ ਜਿਹੜੀ ਨਿੱਜੀ ਅੰਡਰਸਟੈਂਡਿੰਗ ਹੈ ਕਿ ਇਹ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਛੜਯੰਤਰ ਹੈ ਜਿਹੜੇ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੇ, ਜਿਵੇਂ ਪੰਜਾਬ ਦੀ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਕਿਉਂਕਿ ਪੰਜਾਬ ਵਰਗਾ ਖਿੱਤਾ ਦੁਨੀਆ 'ਚ ਹੈ ਨਹੀਂ ਕੋਈ। ਪੰਜਾਬ ਦੁਨੀਆ ਦੇ ਬੈਸਟ ਖਿੱਤਿਆਂ 'ਚੋਂ ਟੌਪ 'ਤੇ ਹੈ। ਇੱਥੋਂ ਦਾ ਜਲਵਾਯੂ, ਇੱਥੋਂ ਦੀ ਮਿੱਟੀ, ਇੱਥੋਂ ਦਾ ਪਾਣੀ, ਇੱਥੋਂ ਦਾ ਜੋ ਕੁਛ ਵੀ, ਹਰ ਚੀਜ਼ ਕੁਦਰਤ ਨੇ ਜਿਵੇਂ ਮਤਲਬ ਗੱਫੇ ਦਿੱਤੇ ਆ ਤੁਹਾਨੂੰ, ਲੁਟਾਇਆ ਤੁਹਾਨੂੰ, ਵੀ ਲੈ ਜੋ ਕੁਛ ਚਾਹੀਦਾ ਲੈ ਲਓ। ਔਰ ਇੱਕ ਅਮੀਰ ਸੱਭਿਅਤਾ ਦਾ ਇੱਕ ਵਿਰਸਾ, ਔਰ ਸਾਡੀ ਜੋ ਲੋਕਾਂ ਦੇ ਅੰਦਰ ਨੋ ਹਾਓ ਹੈ, ਮਿਸਤਰੀ ਪੁਣਾ ਸਾਡਾ ਮਿਸਤਰੀ ਅੱਜ ਵੀ ਇਸ ਗੱਲ ਦੇ ਬਾਵਜੂਦ ਕਿ ਮਿਸਤਰੀ ਪੁਣਾ ਛੁੱਟ ਗਿਆ, ਲੇਕਿਨ ਅੱਜ ਵੀ ਸਾਡੇ ਮਿਸਤਰੀ ਇੰਨੇ ਕੌਨਫੀਡੈਂਟ ਨੇ। ਮੈਂ ਤਾਂ ਬਹੁਤ ਮਿਸਤਰੀਆਂ ਨਾਲ ਮੇਰਾ ਤਾਲਮੇਲ ਹੁੰਦਾ ਰਹਿੰਦਾ। ਉਹ ਕਹਿੰਦੇ ਜੀ ਕੋਈ ਦੁਨੀਆ ਦੀ ਮਸ਼ੀਨ ਸਾਨੂੰ ਲਿਆ ਕੇ ਦਿਖਾ ਦਿਓ ਇੱਕ ਵਾਰੀ, ਅਸੀਂ ਉਹਨੂੰ ਬਣਾ ਦਾਂਗੇ। ਜਿਹੜੀ ਕੰਬਾਈਨ ਹੁਣ ਚੱਲ ਰਹੀ ਹੈ ਭਾਦਸੋਂ ਵਾਲੇ ਦੇ, ਇਹ ਕੰਬਾਈਨ ਕਿਤੇ ਉਹਨਾਂ ਨੇ ਦੇਖੀ ਇੱਕ ਵਾਰੀ, ਬਸ ਦੇਖ ਕੇ ਲੈ ਕੇ ਹੌਲੀ ਹੌਲੀ ਕੰਬਾਈਨ ਬਣਾ ਕੇ ਸਸਤੀ ਬਣਾਓ। ਉਹ ਤਾਂ ਬਹੁਤ, ਜਦੋਂ ਬਾਹਰੋਂ ਆਈ ਸੀ ਕੰਬਾਈਨ ਬਹੁਤ ਮਹਿੰਗੀ ਸੀ, ਅੱਜ ਬਹੁਤ ਸਸਤੀ ਕਰਤੀ ਉਹਨਾਂ ਨੇ। ਤਾਂ ਇਹ ਜਿਹੜਾ ਕਿਤੇ ਨਾ ਕਿਤੇ ਵਰਤਾਰਾ ਨਾ ਕਿ ਸਾਡੇ 'ਚ ਹਰ ਕਿਸਮ ਦੀ ਅਮੀਰੀ ਹੈ, ਸਾਡੇ ਲੋਕ ਵੀ ਅਮੀਰ ਨੇ, ਦਿਲ ਵੀ ਖੁੱਲ੍ਹੇ ਆ, ਪਾਣੀ ਵੀ ਖੁੱਲ੍ਹੇ ਆ, ਧਰਤੀ ਬਹੁਤ ਫਰਟਾਈਲ ਹੈ ਅਤੇ ਜਲਵਾਯੂ ਬਹੁਤ ਅੱਛਾ ਹੈ। ਧੁੱਪ ਸਾਲ ਦੇ 365 ਦਿਨਾਂ 'ਚੋਂ 325 ਦਿਨ ਧੁੱਪ ਰਹਿੰਦੀ ਹੈ ਖੁੱਲ੍ਹੀ। ਤਾਂ ਇਹ ਜਿਹੜਾ ਇਹੋ ਜਿਹੇ ਖਿੱਤੇ ਦੇ ਉੱਪਰ ਜਿਹੜੇ ਲੋਕ ਅੱਤ ਦੇ ਅਮੀਰ ਹੋ ਗਏ ਆ, ਉਹਨਾਂ ਦੀ ਬੁਰੀ ਨਜ਼ਰ ਹੈ ਅਤੇ ਉਹ ਕਬਜ਼ਾ ਕਰਨਾ ਚਾਹੁੰਦੇ ਆ।
ਇਸ ਕਰਕੇ ਅੱਜ ਸੰਭਲਣ ਦੀ ਲੋੜ ਹੈ ਅਤੇ ਸੰਭਲਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਖੇਤੀ ਦਾ ਉਹ ਮਾਡਲ ਅਡਾਪਟ ਕਰੀਏ ਜਿਹਨੂੰ ਅਸੀਂ ਆਪਣੇ ਦਮ 'ਤੇ ਕਰ ਸਕਦੇ ਹਾਂ। ਜੇ ਤੁਸੀਂ ਕਿਸੇ 'ਤੇ ਡਿਪੈਂਡੈਂਟ ਰਹਿ ਗਏ ਤਾਂ ਤੁਸੀਂ ਮਰੋਗੇ, ਉਹ ਤਾਂ ਪਹਿਲਾਂ ਹੀ ਚਾਹੁੰਦੇ ਆ ਕਿ ਤੁਸੀਂ ਮਰੋ, ਕਿ ਉਹ ਤੁਹਾਨੂੰ ਪਹਿਲਾਂ ਹੀ ਮਾਰਨ ਦੇ ਤੁਲੇ ਹੋਏ ਆ। ਤੁਸੀਂ ਕਮਜ਼ੋਰ ਹੋਵੋਗੇ, ਬਿਮਾਰ ਹੋਵੋਗੇ, ਮਾਨਸਿਕ ਰੋਗੀ ਹੋਵੋਗੇ, ਡਿਪਰੈਸ਼ਨ ਦੇ ਮਰੀਜ਼ ਹੋਵੋਗੇ, ਪਾਣੀ ਗੰਦਾ ਪੀਓਗੇ, ਭੋਜਨ ਗੰਦਾ ਖਾਓਗੇ ਤਾਂ ਕਮਜ਼ੋਰ ਹੋਵੋਗੇ, ਲੜ ਨਹੀਂ ਸਕੋਗੇ। ਫਿਰ ਉਹ ਤੁਸੀਂ ਜਦੋਂ ਤੁਹਾਡੀਆਂ ਜ਼ਮੀਨਾਂ ਬੰਜਰ ਹੋ ਗਈਆਂ, ਪਾਣੀ ਮੁੱਕ ਗਿਆ, ਤੁਸੀਂ ਤਾਂ ਹੱਥ ਜੋੜੋਗੇ ਵੀ ਲਓ ਸਾਡੀ ਜ਼ਮੀਨ ਲੈ ਲਓ, ਅਸੀਂ ਤਾਂ ਕਿਤੇ ਹੋਰ ਜਾਂਦੇ ਹਾਂ। ਇੱਥੋਂ ਜ਼ਮੀਨਾਂ ਵੇਚ ਕੇ ਹੁਣ ਜਾ ਹੀ ਰਹੇ ਲੋਕ ਬਾਹਰ, ਪਹਿਲਾਂ ਵੀ ਜਾ ਰਹੇ, ਕੋਈ ਕੈਨੇਡਾ ਭੱਜੀ ਜਾਂਦਾ, ਕਿਤੇ ਭੱਜੀ ਜਾਂਦਾ, ਯੂਪੀ ਹੋਰ ਕਿਤੇ ਜਾ ਕੇ ਜ਼ਮੀਨਾਂ ਲਈ ਜਾਂਦੇ ਆ। ਤਾਂ ਉਹ ਜਿਹੜਾ ਵਰਤਾਰਾ ਹੋਣਾ ਹੈ, ਤੁਸੀਂ ਹੱਥ ਜੋੜ ਕੇ ਜ਼ਮੀਨਾਂ ਦਿਓਗੇ ਇਹਨਾਂ ਨੂੰ, ਔਰ ਫਿਰ ਜ਼ਮੀਨਾਂ ਲੈ ਕੇ ਫਿਰ ਇਹ ਸਾਰਾ ਕੁਝ ਕਰਨਗੇ, ਫਿਰ ਆਰਗੈਨਿਕ ਫਾਰਮਿੰਗ ਵੀ ਕਰਾਉਣਗੇ, ਫਿਰ ਸਭ ਕੁਝ ਕਰਨਗੇ। ਉਹਦੇ ਲਈ ਤਿਆਰੀ ਪੂਰੀ ਆ। ਐਡੇ ਵੱਡੇ ਜਿਹੜੇ ਹਾਈਵੇ ਬਣ ਰਹੇ ਆ ਨਾ ਇੱਧਰ, ਜਿਹੜੇ ਪਾਕਿਸਤਾਨ ਦੇ ਥਰੂ ਅਤੇ ਸੈਂਟਰਲ ਏਸ਼ੀਆ ਦੇ ਸਾਰੇ, ਕਾਹਦੇ ਵਾਸਤੇ ਬਣ ਰਹੇ? ਇਸੇ ਕੰਮ ਲਈ ਮੰਨ ਲਏ ਪੂਰੀ ਤਿਆਰੀ ਉਹਨਾਂ ਦੀ ਕਿ ਜੇ ਇੱਕ ਵਾਰੀ ਸਾਡੇ ਕੋਲ ਫੂਡ ਦਾ ਕਬਜ਼ਾ ਆਵੇ, ਫਿਰ ਅਸੀਂ ਫੂਡ ਦੇ ਵਪਾਰ 'ਚ ਮਾਲਾਮਾਲ ਹੋਈਏ, ਕਿ ਫੂਡ ਦਾ ਵਪਾਰ ਦੁਨੀਆ ਦਾ ਸਭ ਤੋਂ ਵੱਡਾ ਵਪਾਰ ਹੈ। ਅੱਜ ਦੇਖੋ ਹਾਹਾਕਾਰ ਕਿੱਥੇ ਮੱਚੀ ਹੈ, ਯੂਕਰੇਨ ਦੀ ਜੰਗ ਹੋਈ ਹੈ ਨਾ, ਸਭ ਤੋਂ ਪਹਿਲੀ ਹਾਹਾਕਾਰ ਕਿੱਥੇ ਮੱਚੀ ਹੈ? ਫੂਡ 'ਤੇ ਮੱਚੀ ਹੈ ਕਿ ਖਾਣਾ ਕਿੱਥੋਂ ਆਊਗਾ। ਸੋ ਇਸ ਕਰਕੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਆਪਾਂ ਅੱਜ ਜਾਗੀਏ, ਖੜ੍ਹੇ ਹੋਈਏ, ਸਿਰ ਜੋੜੀਏ, ਹੱਥ ਜੋੜੀਏ, ਮਿਹਨਤ ਕਰੀਏ ਅਤੇ ਪੰਜਾਬ ਨੂੰ ਇੱਕ ਨਵਾਂ ਖੇਤੀ ਦਾ ਮਾਡਲ ਦਈਏ, ਇੱਕ ਨਵਾਂ ਇੰਡਸਟਰੀ ਦਾ ਮਾਡਲ ਦਈਏ। ਔਰ ਉਹ ਮਾਡਲ ਬਹੁਤ ਸਪਸ਼ਟ ਰੂਪ 'ਚ ਉਹਦਾ ਨਕਸ਼ਾ ਜਿਹੜਾ ਹੈ ਉਹ ਅੱਜ ਦਾ ਨਹੀਂ ਹੈ, ਉਹ ਸਾਡੀ ਸੱਭਿਅਤਾ ਦੇ ਵਿੱਚ ਪਿਆ, ਸਾਡੀ ਸੱਭਿਅਤਾ ਦੇ ਵਿਰਸੇ 'ਚ ਪਿਆ। ਔਰ ਗਾਂਧੀ ਜੀ ਨੇ ਜਿਹਨੂੰ ਅਸੀਂ ਪੰਜਾਬ ਵਾਲੇ ਜ਼ਿਆਦਾ ਪਸੰਦ ਨਹੀਂ ਕਰਦੇ, ਗਾਂਧੀ ਨੇ ਆਪਣੇ ਹਿੰਦ ਸਵਰਾਜ ਦੇ ਵਿੱਚ ਬਹੁਤ ਕਲੀਅਰ ਕੱਟ ਨਕਸ਼ਾ ਦਿੱਤਾ ਕਿ ਹਿੰਦੁਸਤਾਨ ਨੂੰ ਕਿਹੜਾ ਮਾਡਲ ਸੂਟ ਕਰਦਾ। ਉਹਨੇ ਕਿਹਾ ਪਿੰਡ ਸੈਂਟਰਿਕ, ਪਿੰਡ ਕੇਂਦਰਿਤ ਮਾਡਲ ਹੋਣਾ ਚਾਹੀਦਾ, ਔਰ ਪੀਪਲ ਕੇਂਦਰਿਤ ਹੋਣਾ ਚਾਹੀਦਾ, ਅਤੇ ਨੇਚਰ ਕੇਂਦਰਿਤ ਹੋਣਾ ਚਾਹੀਦਾ। ਤਿੰਨ ਗੱਲਾਂ ਬੜੀਆਂ ਸਪਸ਼ਟ ਕਹੀਆਂ ਉਹਨੇ ਕਿ ਸਾਡੀ ਸੱਭਿਅਤਾ ਜਿਹੜੀ ਹੈ ਉਹ ਪਿੰਡ ਕੇਂਦਰਿਤ ਸੀਗੀ, ਪਿੰਡ ਜਿਹਨੂੰ ਕਹਿੰਦੇ ਸਵਰਾਜ ਸੀਗੀ ਆਪਣੇ ਆਪ 'ਚ ਹੀ, ਹਰ ਚੀਜ਼ ਉੱਥੇ ਪੈਦਾ ਹੁੰਦੀ ਸੀ। ਮੈਂ ਤਾਂ ਦੇਖੀ ਹੋਈ ਨਾ ਆਪਣੀ ਅੱਖਾਂ ਨਾਲ ਕਿ ਪਿੰਡ ਦੇ ਵਿੱਚ ਬਾਹਰੋਂ ਜਾਂਦਾ ਹੀ ਬਹੁਤ ਘੱਟ ਸੀਗਾ, 2 4 ਦਾ 5 7 10 ਆਈਟਮਾਂ ਹੁੰਦੀਆਂ ਜਿਹੜੀ ਬਾਹਰੋਂ ਜਾਂਦੀਆਂ ਸੀਗੀਆਂ, ਨਹੀਂ ਤਾਂ ਸਾਰਾ ਕੋਈ ਪਿੰਡ ਦੇ ਵਿੱਚ ਪੈਦਾ ਹੁੰਦਾ ਸੀਗਾ। ਤਾਂ ਉਹ ਪਿੰਡ ਕੇਂਦਰਿਤ ਹੋਵੇ, ਉਹ ਖੇਤੀ ਕੇਂਦਰਿਤ ਹੋਵੇ, ਉਹ ਕਿਸਾਨ ਕੇਂਦਰਿਤ ਹੋਵੇ, ਉਹ ਲੋਕਾਂ 'ਤੇ ਕੇਂਦਰਿਤ ਹੋਵੇ। ਮਸ਼ੀਨਾਂ ਵੀ ਗਾਂਧੀ ਜੀ ਜਿਹੜੇ ਬੜੇ ਸਪਸ਼ਟ ਰੂਪ 'ਚ ਕਹਿੰਦੇ ਕਿ ਮਸ਼ੀਨ ਵੀ ਉਹ ਲਿਆਓ ਸਿਰਫ ਜਿਹੜੀ ਮਨੁੱਖ ਦਾ ਕੰਮ ਸੌਖਾ ਕਰੇ, ਉਹਨੂੰ ਰਿਪਲੇਸ ਨਾ ਕਰੇ। ਕਿਉਂਕਿ ਇਸ ਧਰਤੀ ਦੇ ਉੱਪਰ, ਇਸ ਦੇਸ਼ ਦੇ ਵਿੱਚ ਜਿਹੜਾ ਵੀ ਬੰਦਾ ਵਾਸੀ ਜੰਮਿਆ ਹੈ, ਉਹਦਾ ਇਹ ਹੱਕ ਹੈ ਕਿ ਉਹਨੂੰ ਕੰਮ ਮਿਲੇ, ਉਹਦੇ ਹੱਥਾਂ ਨੂੰ ਕੰਮ ਮਿਲਣਾ ਚਾਹੀਦਾ, ਤਾਂ ਕਿ ਉਹ ਆਪਣੀ ਜੀਵਨ ਨੂੰ ਇੱਕ ਇੱਜ਼ਤ ਨਾਲ ਸਵੈਭਮਾਨ ਦੇ ਨਾਲ ਜਿਉ ਸਕੇ ਅਤੇ ਆਪਣੇ ਪਰਿਵਾਰ ਨੂੰ, ਆਪਣੇ ਟੱਬਰ ਨੂੰ ਵਧੀਆ ਜ਼ਿੰਦਗੀ ਦੇ ਸਕੇ। ਜੇ ਉਹਨੂੰ ਕੰਮ ਨਹੀਂ ਮਿਲਦਾ ਤਾਂ ਉਹ ਸਰਕਾਰ ਦੀ, ਦੇਸ਼ ਦੀ, ਉਹ ਸਰਕਾਰ ਦੇ ਉੱਪਰ ਲਾਹਨਤ ਹੈ ਕਿ ਉਹਨੂੰ ਕੰਮ ਨਹੀਂ ਦੇ ਸਕੇ, ਕਿ ਉਹ ਦੇਸ਼ ਦਾ ਸਿਟੀਜ਼ਨ ਹੈ, ਉਹਦਾ ਰਾਈਟ ਹੈ ਕਿ ਉਹਨੂੰ ਕੰਮ ਮਿਲੇ। ਅਤੇ ਕੰਮ ਮਿਲਣ ਤੋਂ ਅੱਗੇ ਸਾਰਾ ਕੰਮ ਸ਼ੁਰੂ ਹੋਣਾ, ਅਤੇ ਕੰਮ ਨਹੀਂ, ਕਿਉਂਕਿ ਅਸੀਂ ਧੜ ਰਿਪਲੇਸ ਕਰੀ ਜਾ ਰਹੇ ਹਾਂ ਬੰਦਿਆਂ ਨੂੰ ਵੱਡੀਆਂ ਮਸ਼ੀਨਾਂ ਲਾ ਕੇ। ਤਾਂ ਜੇ ਅਸੀਂ ਇਹ ਖੇਤੀ ਦਾ ਮਾਡਲ ਬਦਲ ਦਾਂਗੇ, ਆਰਗੈਨਿਕ ਖੇਤੀ ਕਰਾਂਗੇ, ਪੁਰਾਣੀ ਜੋ ਸੀਗਾ ਪੁਰਾਣੀ ਨਹੀਂ ਹੈ, ਹੁਣ ਆਰਗੈਨਿਕ ਖੇਤੀ ਨਵੀਂ ਕਿਸਮ ਦੀ ਆਰਗੈਨਿਕ ਖੇਤੀ ਹੈ, ਉਹ 'ਚ ਬਹੁਤ ਕੁਝ ਨਵਾਂ ਹੋ ਗਿਆ। ਅੱਜ ਜੇ ਖੇਤੀ ਦਾ ਮਾਡਲ ਬਦਲਦੀ ਅਸੀਂ ਤਾਂ ਨਿਰੀ ਇੰਪਲੋਇਮੈਂਟ ਹੈ, ਕਿਉਂਕਿ ਉਹ ਖੇਤੀ ਦਾ ਜਿਹੜਾ ਮਾਡਲ ਹੈ ਸਾਰਾ ਇੰਪਲੋਇਮੈਂਟ ਸੈਂਟਰਿਕ ਹੈ। ਤੁਹਾਨੂੰ ਕੋਈ ਕਿਸੇ ਤੋਂ ਨੌਕਰੀਆਂ ਲੱਭਣ ਦੀ ਲੋੜ ਨਹੀਂ ਹੈ, ਕਿਸੇ ਤੋਂ ਭਾਅ ਪੁੱਛਣ ਦੀ ਲੋੜ ਨਹੀਂ ਹੈ। ਤੁਸੀਂ ਵਪਾਰ ਆਪ ਕਿਉਂ ਨਹੀਂ ਕਰ ਸਕਦੇ? ਪਹਿਲਾਂ ਕਿਹੜੇ ਸਰਕਾਰਾਂ ਵਪਾਰ ਕਰਦੀਆਂ ਸੀ ਜੀ? ਸਾਡਾ ਹਿੰਦੁਸਤਾਨ ਦੇ ਅੰਦਰ ਤਾਂ ਵਪਾਰ ਬਹੁਤ ਪੁਰਾਣਾ ਹੈ, ਬਹੁਤ ਪੁਰਾਤਨ ਹੈ। ਤਾਂ ਅੰਗਰੇਜ਼ਾਂ ਨੇ ਆ ਕੇ ਕਬਜ਼ਾ ਕਰ ਲਿਆ, ਅੰਗਰੇਜ਼ਾਂ ਤੋਂ ਪਹਿਲਾਂ ਨਹੀਂ ਸੀ ਵਪਾਰ ਕਰਦੇ ਸੀ। ਸਾਡਾ ਤਾਂ ਬਹੁਤ ਵਪਾਰ, ਅੱਜ ਦਾ ਥੋੜ੍ਹਾ ਵਪਾਰ ਹੈ, ਹਜ਼ਾਰਾਂ ਸਾਲ ਪੁਰਾਣਾ ਤੋਂ ਵਪਾਰ ਹੈ। ਸਾਡੇ ਕੱਪੜੇ ਦਾ ਵਪਾਰ ਹੁੰਦਾ ਸੀਗਾ, ਸਾਡੇ ਬਰਤਨਾਂ ਦਾ ਵਪਾਰ ਹੁੰਦਾ ਸੀਗਾ, ਸਾਡੇ ਲੋਹੇ ਦੀਆਂ ਚੀਜ਼ਾਂ ਦਾ ਵਪਾਰ ਹੁੰਦਾ ਸੀਗਾ, ਸਾਡੇ ਮਸਾਲਿਆਂ ਦਾ ਵਪਾਰ ਹੁੰਦਾ ਸੀਗਾ। ਔਰ ਵਪਾਰੀ ਆਪ ਜਾਂਦੇ ਸੀਗੇ, ਜਦੋਂ ਊਠਾਂ 'ਤੇ ਲੈ ਕੇ ਤਾਂ ਗੱਡਿਆਂ 'ਤੇ ਲੈ ਕੇ ਵਪਾਰ ਹੁੰਦਾ ਰਿਹਾ। ਅਤੇ ਅੱਜ ਕਿਉਂ ਨਹੀਂ ਕਰ ਸਕਦੇ ਅਸੀਂ ਸੈਂਟਰਲ ਏਸ਼ੀਆ ਨਾਲ ਖੜਾ, ਸਾਡੇ ਪਾਕਿਸਤਾਨ ਦਾ ਬਾਰਡਰ ਖੋਲ੍ਹੋ, ਖੇਤੀ ਦਾ ਮਾਡਲ ਬਦਲੋ, ਇੱਥੇ ਤੜ ਤਰੱਕੀ ਹੈ ਅਤੇ ਰੁਜ਼ਗਾਰ ਹੀ ਰੁਜ਼ਗਾਰ ਹੈ। ਉਹ ਹੁਣ ਇਹ ਜਿਹੜਾ ਪੁਰਾਤਨ ਜਿਹੜਾ ਅੱਜ ਦਾ ਖੇਤੀ ਦਾ ਮਾਡਲ ਹੈ, ਇਹ ਬੇਹੱਦ ਨਿਖਿੱਧ ਖੇਤੀ ਦਾ ਮਾਡਲ ਹੈ। ਇਹਦੇ ਅੰਦਰ ਰੁਜ਼ਗਾਰ ਹੈ ਨਹੀਂ, ਕੋਈ ਕੰਮ ਕਰਨਾ ਨਹੀਂ ਚਾਹੁੰਦਾ, ਕਿਉਂਕਿ ਖੇਤੀ ਹੋ ਹੀ ਬੜੀ ਅਤਿ ਦੀ ਜ਼ਹਿਰੀਲੀ ਗਈ ਹੈ, ਔਰ ਬੜੀ ਜਿਹਨੂੰ ਕਹਿੰਦੇ ਆ ਬੇਸੁਰੀ, ਅਤੇ ਉਹਦੇ 'ਚ ਕੋਈ ਖਿੱਚ ਹੀ ਨਹੀਂ ਹੈ। ਨਹੀਂ, ਖੇਤ ਜਿਹੜੇ ਸੀਗੇ ਉਹ ਸਾਡੇ ਸੱਭਿਆਚਾਰ ਦਾ ਇੱਕ ਅਮੀਰ ਵਿਰਸਾ ਸੀਗਾ। ਖੇਤ ਜਾ ਕੇ ਅਸੀਂ ਸਾਡੇ ਖੇਤਾਂ ਦੇ ਉੱਪਰ ਗੀਤ ਲਿਖੇ ਗਏ ਕਿ ਕਿਸ ਖੇਤ ਦੇ ਵਿੱਚ ਕਿਵੇਂ ਰੌਣਕ ਹੁੰਦੀ ਸੀ, ਹਰ ਚੀਜ਼ ਉੱਥੇ ਹੁੰਦੀ ਸੀਗੀ। ਤਾਂ ਉਹ ਜਿਹੜੀ ਸੀਗੀ ਖੇਤ ਦੀ ਸਾਰੀ ਰੌਣਕ ਆ, ਉਹ ਸਾਡੇ ਮਾਡਰਨ ਖੇਤੀ ਦੇ ਮਾਡਲ ਨੇ ਖੋਹ ਲਈ ਸਾਥੋਂ। ਹੁਣ ਨਿਰੇ ਜ਼ਹਿਰ ਨੇ ਉੱਥੇ ਤਾਂ ਮੁਸ਼ਕ ਆਉਂਦਾ।
ਉੱਥੇ ਫਸਲਾਂ 'ਚ ਜਦੋਂ ਸਪਰੇਆਂ ਹੋ ਜਾਂਦੀਆਂ ਨੇ ਤਾਂ ਉੱਥੇ ਨੇੜੇ ਬੈਠਣ ਨੂੰ ਜੀਅ ਨਹੀਂ ਕਰਦਾ। ਉੱਥੇ ਕਿਸਾਨ ਸਬਜ਼ੀ ਤੱਕ ਆਪਣੀ ਨਹੀਂ ਬੀਜਦਾ, ਫਲ ਤਾਂ ਦੂਰ ਦੀ ਗੱਲ ਹੈ। ਤੁਸੀਂ 30 ਕਿੱਲਿਆਂ ਦੇ 20 ਕਿੱਲਿਆਂ ਦੇ 10 ਕਿੱਲਿਆਂ ਦੇ ਮਾਲਕ ਨੇ, ਉਹਨਾਂ ਦੀ ਖੇਤੀ 'ਚ ਨਾ ਤਾਂ ਕੋਈ ਫਲਾਂ ਦਾ ਰੁੱਖ ਹੈ ਨਾ ਉਹ ਸਬਜ਼ੀਆਂ ਬੀਜਦਾ। ਤੁਸੀਂ ਦੇਖੋ ਨਾ ਕਿੱਡੀ ਲਾਹਨਤ ਹੈ। ਫਿਰ ਅਸੀਂ ਕਹਿੰਦੇ ਫਲ ਬਹੁਤ ਮਹਿੰਗੇ ਆ, ਸਬਜ਼ੀਆਂ ਬੜੀਆਂ ਜ਼ਹਿਰੀਲੀਆਂ ਨੇ। ਮਤਲਬ ਖੇਤੀ ਆਧਾਰਿਤ ਸਮਾਜ ਨੂੰ ਜੋ ਇਹ ਬੰਦੇ ਕਹਿਣ ਔਰ ਕਿਸਾਨ ਕਹਿਣ ਤਾਂ ਤੁਸੀਂ ਹਿਸਾਬ ਲਾ ਲਓ ਵੀ ਲਾਹਨਤ ਕਿਹਦੇ 'ਤੇ ਪਾਈਏ ਹੁਣ ਆਪਾਂ। ਤੁਸੀਂ ਇਸ ਕਰਕੇ ਇਹ ਜਿਹੜਾ ਮਾਡਲ ਹੈ ਕਿਤੇ ਨਾ ਕਿਤੇ ਖੇਤੀ ਦਾ ਸਾਡਾ ਇਹ ਮਾਡਲ ਨੂੰ ਖਤਮ ਕਰੀਏ ਆਪਾਂ ਲੋਕਲੀ ਉੱਥੋਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਉੱਥੋਂ ਪ੍ਰੋਡਿਊਸ ਕਰੀਏ ਜਿਹੜਾ ਲੋਕਲੀ ਵਿਕ ਜਾਵੇ। ਫਿਰ ਉਹ ਪੈਦਾ ਕਰੀਏ ਜਿਹੜਾ ਸਾਡੇ ਆਲੇ ਦੁਆਲੇ ਕੁਛ 150 ਕਿਲੋਮੀਟਰ ਦੇ ਵਿਕ ਜਾਵੇ। ਫਿਰ ਉਹ ਪੈਦਾ ਕਰੀਏ ਜਿਹੜਾ ਸਾਡਾ ਅਕਰੋਸ ਦਾ ਬਾਰਡਰ ਜਿਹੜੇ ਨੇੜੇ ਸਾਡੇ ਗੁਆਂਢੀ ਦੇਸ਼ ਨੇ ਉੱਥੇ ਵਿਕ ਜਾਵੇ। ਤਾਂ ਇੱਦਾਂ ਦਾ ਅਗਰ ਕਰਾਂਗੇ ਅਸੀਂ ਮਾਡਲ ਤਾਂ ਉਹਦੇ ਵਿੱਚ ਕੋਈ ਰੁਜ਼ਗਾਰ ਦਾ ਘਾਟਾ ਨਹੀਂ, ਕੋਈ ਆਮਦਨੀ ਦਾ ਘਾਟਾ ਨਹੀਂ, ਕੋਈ ਉਹਦੇ 'ਚ ਕਿਸੇ ਕਿਸਮ ਦਾ ਜਿਹੜਾ ਹੈ ਕੋਈ ਕੁਦਰਤੀ ਤਬਾਹੀ ਦਾ ਕੋਈ ਸਾਧਨ ਨਹੀਂ ਹੈ। ਕਿਉਂਕਿ ਤੁਸੀਂ ਅੱਜ ਬੰਦ ਕਰੋ, ਸਾਡੇ ਕੋਲ ਤਾਂ ਕੁਦਰਤ ਦੇ ਉਹ ਕਿਸਾਨ ਨੇ ਜਿਨ੍ਹਾਂ ਦੇ ਖੇਤਾਂ 'ਚ ਜਾ ਕੇ ਅਸੀਂ ਇਹ ਗੱਲ ਪ੍ਰੈਕਟੀਕਲੀ ਆਪਣੀ ਅੱਖਾਂ ਨਾਲ ਦੇਖੀ ਹੋਈ ਹੈ। ਜਿਸ ਪਾਣੀ ਨੂੰ ਅਸੀਂ ਅੱਜ ਰੋ ਰਹੇ ਹਾਂ, ਮੈਂ ਖੇਤ ਆਰਗੈਨਿਕ ਖੇਤ ਉੱਥੇ ਆਪਣਾ ਫਾਜ਼ਿਲਕਾ ਕੋਲ ਜਿਹੜਾ ਪਿੰਡ ਹੈ ਜਿਹੜਾ ਗਿਆਨੀ ਜੀ ਦਾ ਫਾਰਮ ਹੈ, ਉੱਥੇ ਖੜਾ ਮੈਂ ਪੁੱਛਿਆ, ਮੈਂ ਤੁਹਾਡਾ 125 ਕਿੱਲੇ ਦਾ 100 ਕਿੱਲੇ ਦਾ ਫਾਰਮ ਹੈ ਅਤੇ ਬਰਸਾਤਾਂ ਬਹੁਤ ਹੁੰਦੀਆਂ ਨੇ, ਇੱਥੇ ਪਾਣੀ ਦੀ ਨਿਕਾਸੀ ਕਿੱਧਰ ਨੂੰ ਕਰਦੇ ਹੋ? ਉਹ ਕਹਿੰਦਾ ਡਾਕਟਰ ਸਾਹਿਬ ਕਿਹੜੀ ਨਿਕਾਸੀ? ਮੈਂ ਕਿਹਾ ਪਾਣੀ ਜਿਹੜਾ ਵਾਧੂ ਹੁੰਦਾ ਕਿੱਧਰ ਜਾਂਦਾ? ਕਹਿੰਦਾ ਕੋਈ ਵਾਧੂ ਨਹੀਂ ਹੁੰਦਾ ਪਾਣੀ। ਮੈਂ ਕਿੱਥੇ ਜਾਂਦਾ? ਕਹਿੰਦਾ ਧਰਤੀ ਪੀ ਜਾਂਦੀ ਹੈ। ਕਿਉਂਕਿ ਆਰਗੈਨਿਕ ਫਾਰਮਿੰਗ ਤੁਸੀਂ ਕਰਨ ਲੱਗੋ 3-4 ਸਾਲਾਂ 'ਚ ਤੁਹਾਡੀ ਜ਼ਮੀਨ ਇੰਨੀ ਪੋਲੀ ਹੋ ਜਾਂਦੀ ਹੈ ਸਾਰੇ ਦਾ ਸਾਰਾ ਪਾਣੀ ਪੀ ਜਾਂਦੀ ਹੈ ਅਤੇ ਪੱਤਣ ਤੁਹਾਡੇ ਫਿਰ ਭਰ ਜਾਣਗੇ। ਕੁਦਰਤ ਤਾਂ ਬਹੁਤ ਗ੍ਰੇਟ ਹੈ, ਪਰਮਾਤਮਾ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ। ਅਸੀਂ ਰਸਤਾ ਤਾਂ ਠੀਕ ਅਡੋਪਟ ਕਰੀਏ ਨਾ, ਅਸੀਂ ਆਪ ਹੀ ਬੇਮੁਖ ਹੋ ਗਏ ਹਾਂ। ਅਸੀਂ ਕੁਦਰਤ ਤੋਂ ਪਰਮਾਤਮਾ ਤੋਂ ਮੂੰਹ ਹੀ ਫੇਰ ਲਿਆ, ਅਸੀਂ ਉਹਨੂੰ ਤਬਾਹ ਕਰਨ 'ਤੇ ਆ ਗਏ ਹਾਂ ਕੁਦਰਤ ਨੂੰ। ਤਾਂ ਜਿਹੜੀ ਉਹ ਤਬਾਹੀ ਹੈ ਕਿਤੇ ਨਾ ਕਿਤੇ ਉਹ ਅਗਰ ਬੰਦ ਕਰ ਦਈਏ ਅਸੀਂ ਤਾਂ 3 ਸਾਲ 'ਚ ਗੁਰਮੀਤ ਦੇ ਖੇਤ 'ਚ ਤੁਸੀਂ ਗੁਰਮੀਤ ਦੇ ਖੇਤ ਦੇਖਿਆ ਹੋਣਾ ਬਹਾਲਪੁਰ, ਮੈਂ ਤਾਂ ਇਹਦੇ ਖੇਤ 'ਚ ਪਿਛਲੇ 10 ਸਾਲ ਤੋਂ ਜਾ ਰਿਹਾ, 10-12 ਸਾਲ ਤੋਂ। ਜਦੋਂ ਸ਼ੁਰੂ 'ਚ ਜਾਂਦੇ ਹੁੰਦੇ ਸੀ ਅਸੀਂ, ਅਜੇ ਸ਼ੁਰੂ ਕੀਤੀ ਸੀ ਆਰਗੈਨਿਕ ਫਾਰਮਿੰਗ, ਅਤੇ ਜ਼ਮੀਨ ਦੀ ਬਹੁਤ ਡਾਕਰ ਸੀਗੀ, ਸਖਤ ਸੀ ਬਹੁਤ। ਅਤੇ ਮੈਂ ਕਿਹਾ ਗੁਰਮੀਤ ਕੋਈ ਗੜਵਾ ਨਿਕਲਦਾ ਇੱਥੋਂ? ਕਹਿੰਦਾ ਨਾ ਜੀ ਸਭ ਕੋਈ ਗੜਵਾ ਨਹੀਂ ਨਿਕਲਦਾ। ਮੈਂ ਫਿਰ ਗੜੋਏ ਤੋਂ ਬਿਨਾਂ ਤਾਂ ਕਿਵੇਂ ਕੰਮ ਖਰਾਬ ਹੀ ਹੈ, ਗੜੋਏ ਤੋਂ ਬਿਨਾਂ ਤਾਂ ਖੇਤੀ ਨਹੀਂ ਹੋਣੀ, ਆਰਗੈਨਿਕ ਫਾਰਮਿੰਗ ਕਿਵੇਂ ਕਰਾਂਗੇ ਆਪਾਂ? ਕਹਿੰਦਾ ਜੀ ਦੇਖਦੇ ਹਾਂ ਚਲੋ। ਖਜੂ ਦੇਖਦੇ ਮੈਂ ਇੱਕ ਦਿਨ ਫਿਰਦਾ ਸੀ ਉੱਥੇ, ਇਹ ਕੋਈ ਉਸ ਤੋਂ ਬਾਅਦ 2 ਸਾਲ ਬਾਅਦ ਦੀ ਗੱਲ ਹੈ। 2 ਸਾਲ ਬਾਅਦ ਇਹ ਗੁਰਮੀਤ ਪਰੇ ਕਿਤੇ ਕੰਮ ਕਰ ਰਿਹਾ ਸੀ, ਮੈਂ ਫਿਰਦਾ ਹੈ ਖੇਤ 'ਚ ਫਿਰ ਰਿਹਾ ਸੀ। ਤਾਂ ਮੈਂ ਗੁਰਮੀਤ ਨੂੰ ਉੱਚੀ ਆਵਾਜ਼ਾਂ ਮਾਰਾਂ, ਗੁਰਮੀਤ ਭੱਜ ਕੇ ਆ ਉਹ ਆਇਆ ਪਤਾ ਨਹੀਂ ਮੱਕੀ ਹੋ ਗਿਆ। ਮੈਂ ਕਿਹਾ ਦੇਖ ਗੜੋਏ ਦੀਆਂ ਉਹ ਪਈਆਂ ਗੋਲੀਆਂ, ਉਹ ਗੜੋਏ ਦੀਆਂ ਨਿੱਕੀਆਂ ਗੋਲੀਆਂ ਬਣਾਉਂਦਾ ਗੁੜ। ਮੈਂ ਕਿਹਾ ਦੇਖ ਗੜੋ ਆ ਗਿਆ ਤੇਰੇ ਖੇਤ 'ਚ। ਉਹ ਵੀ ਬੜਾ ਖੁਸ਼ ਹੋਇਆ ਵੀ ਇਹ ਤਾਂ ਗੜੋ। ਤਾਂ 3 ਸਾਲਾਂ 'ਚ ਕੁਦਰਤ ਫਿਰ ਵਾਪਸ ਮੋੜ ਦਿੰਦੀ ਸਭ ਕੁਝ ਤੁਹਾਨੂੰ। ਤੁਹਾਡੀਆਂ 3 ਦਹਾਕਿਆਂ ਦੀਆਂ 4 ਦਹਾਕਿਆਂ ਦੀਆਂ ਕੀਤੀਆਂ ਗਲਤੀਆਂ ਨੂੰ 3 ਸਾਲਾਂ 'ਚ ਵਾਪਸ ਲਿਆਉਂਦੀ। ਹੁਣ ਉਹਦੇ ਖੇਤ 'ਚ ਚੂਹੇ ਵੀ ਨੇ, ਸੱਪ ਵੀ ਨੇ, ਚਿੜੀਆਂ ਵੀ ਨੇ, ਜੋ ਰੌਣਕ ਮੇਲਾ ਸਾਰਾ ਉੱਥੇ ਹੈਗਾ। ਔਰ ਚੰਗੀ ਭਲੀ ਜ਼ਮੀਨ ਜਿਹੜੀ ਆ ਉਹ ਬੜਾ ਸੋਹਣਾ ਪੈਦਾ ਕਰ ਰਹੀ ਹੈ। ਉਦੋਂ ਸਬਜ਼ੀਆਂ ਨਹੀਂ ਸੀ ਹੁੰਦੀਆਂ, ਹੁਣ ਸਬਜ਼ੀਆਂ ਵੀ ਬਹੁਤ ਸੋਹਣੀਆਂ ਪੈਦਾ ਹੋ ਰਹੀਆਂ ਉਹਦੇ ਕੋਲ। ਤਾਂ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਆਪਾਂ ਜੇ ਕੁਦਰਤ ਸਾਡੀ ਮਾਂ ਹੈ, ਧਰਤੀ ਸਾਡੀ ਮਾਂ ਹੈ। ਮਾਂ ਨੂੰ ਕਹੋ ਵੀ ਮਾਂ ਮੈਨੂੰ ਆਹ ਚੀਜ਼ ਚਾਹੀਦੀ ਹੈ ਅਤੇ ਤੂੰ ਮੈਨੂੰ ਦੱਸ ਤੇਰੀ ਕੀ ਸੇਵਾ ਕਰਾਂ ਮੈਂ। ਅਤੇ ਜੇ ਮਾਂ ਦੀ ਨਿਯਮਾਂ ਦੇ ਹਿਸਾਬ ਨਾਲ ਚੱਲਾਂਗੇ ਆਪਾਂ ਤਾਂ ਕੋਈ ਘਾਟ ਨਹੀਂ ਹੈ, ਨਾ ਕੋਈ ਗਰੀਬੀ ਹੈ ਉੱਥੇ, ਨਾ ਉੱਥੇ ਕੋਈ ਕਿਸੇ ਚੀਜ਼ ਦੀ ਘਾਟ ਹੈ। ਸਭ ਕੁਛ ਉੱਥੋਂ ਪੈਦਾ ਹੋਣਾ, ਉੱਥੇ ਉਹੀ ਖਾਣਾ ਪੀਣਾ ਸੀ, ਉੱਥੇ ਹੀ ਫਿਰ ਵਾਪਸ ਮੋੜ ਦੇਣਾ। ਤਾਂ ਉਹ ਸਾਈਕਲ ਨੇ, ਚਾਹੇ ਉਹ ਪਾਣੀ ਦਾ ਸਾਈਕਲ ਹੈ, ਚਾਹੇ ਹਵਾ ਦਾ ਸਾਈਕਲ ਹੈ, ਚਾਹੇ ਖੁਰਾਕੀ ਤੱਤਾਂ ਦਾ ਸਾਈਕਲ ਹੈ। ਜੇ ਉੱਥੇ ਹੀ ਉਹਨੂੰ ਰੀਸਾਈਕਲ ਕਰੀ ਜਾਓ ਤਾਂ ਸਭ ਕੁਛ ਆਈ ਜਾਂਦਾ। ਅਸੀਂ ਹੁਣ ਐਸੇ ਇਹੋ ਜਿਹੇ ਹੋ ਗਏ ਹਾਂ ਵੀ ਉੱਥੋਂ ਕੱਢ ਤਾਂ ਲੈਂਦੇ ਹਾਂ, ਮੁੜ ਕੇ ਜੀਰੀ ਨੂੰ ਉਹਨੂੰ ਅੱਗ ਲਾ ਦਿੰਦੇ ਹਾਂ। ਜਿਹੜੀ ਆਪਾਂ ਬੱਸ ਦੀ ਗੱਲ ਕਰ ਰਹੇ ਸੀਗੇ, ਉਹਨੂੰ ਅੱਗ ਲਾ ਦਿੰਦੇ ਹਾਂ। ਦੇਖੋ ਕਿੱਡੀ ਲਾਹਨਤ ਹੈ ਕਿ ਤੁਸੀਂ ਜਿਹੜੀ ਮਾਂ ਤੁਹਾਨੂੰ ਪਾਲ ਰਹੀ ਹੈ ਤੁਸੀਂ ਉਹਨੂੰ ਸਾੜ ਰਹੇ ਹੋ। ਜਿਹੜੀ ਮਾਂ ਜਿਉਂਦੀ ਹੈ, ਮਾਂ ਉਹੀ ਹੁੰਦੀ ਜਿਹੜੀ ਜਿਉਂਦੀ ਹੋਵੇ, ਕਿਉਂਕਿ ਜੀਵਨ ਪੈਦਾ ਕਰਨਾ ਹੈ ਤਾਂ ਧਰਤੀ ਜਿਉਂਦੀ ਹੋਣੀ ਜ਼ਰੂਰੀ ਹੈ। ਮੁਰਦਾ ਧਰਤੀ ਜੀਵਨ ਨਹੀਂ ਪੈਦਾ ਕਰ ਸਕਦੀ। ਧਰਤੀ ਦੀ ਉੱਪਰਲੀ ਸਤ੍ਹਾ ਜਿਹੜੀ ਹੈ ਉਹ ਜਿਉਂਦੀ ਹੈ 2-4 ਫੁੱਟ, ਉਹੀ ਜੀਵਨ ਪੈਦਾ ਕਰਦੀ ਹੈ। ਅਤੇ ਉਹਨੂੰ ਤੁਸੀਂ ਅੱਗ ਲਾ ਕੇ ਉਹਦਾ ਸਾਰਾ ਕੀਟ ਪਤੰਗਾ ਅਤੇ ਉਹਦੇ ਸੂਖਸ਼ਮ ਜੀਵ ਸਾੜ ਦਿੰਦੇ ਹੋ। ਜਿਹੜੀ ਮਾਂ ਨੇ ਤੁਹਾਡੀ ਝੋਲੀ ਭਰਤੀ, ਤੁਸੀਂ
ਉਹਦੇ ਪੱਲੂ ਨੂੰ ਅੱਗ ਲਾ ਦਿੱਤੀ। ਹਾਂ ਬਿਲਕੁਲ ਬਿਲਕੁਲ, ਉਹ ਤੁਸੀਂ ਉਹਨੂੰ ਸਾੜ ਕੇ ਉਹ ਮਾਰਿਆ, ਉਹਦੇ ਬਾਅਦ ਕੋਈ ਸ਼ਰਮ ਨਹੀਂ ਹੈ ਸਾਨੂੰ, ਬੜੇ ਮਾਣ ਨਾਲ ਕਹਿੰਦੇ ਹਾਂ, ਬੜੇ ਚਾਅ ਨਾਲ ਕਹਿੰਦੇ ਹਾਂ ਅਸੀਂ। ਜਿੱਥੇ ਕਿ ਮੈਂ ਸਮਝਦਾ ਕਿ ਮੂਰਖਤਾ ਜਿਹੜੀ ਆਪਾਂ ਗੱਲ ਕਰ ਰਹੇ ਸੀ, ਜੇ ਤੁਸੀਂ ਬਾਰ-ਬਾਰ ਤੁਹਾਨੂੰ ਕੋਈ ਮੂਰਖ ਬਣਾ ਰਿਹਾ ਤਾਂ ਤੁਸੀਂ ਮੂਰਖ ਹੈਗੇ ਹੋ। ਔਰ ਕਿੱਡੇ ਤੁਸੀਂ ਦੇਖਿਆ ਹੋਣਾ ਕਿਸਾਨ ਕਿੱਡੇ ਛਾਤੀ 'ਤੇ ਹੱਥ ਮਾਰ ਕੇ ਕਹਿੰਦੇ ਅਸੀਂ ਲਾਵਾਂਗੇ ਅੱਗ, ਸਾਨੂੰ ਕੋਈ ਰੋਕ ਕੇ ਦਿਖਾ ਦੇ ਵੀ ਕੀ ਮਾਰਕਾ ਮਾਰ ਰਹੇ ਹੋ ਤੁਸੀਂ ਜੀ, ਇਹ ਕਿਹਨੂੰ ਚੈਲੰਜ ਕਰ ਰਹੇ ਹੋ ਤੁਸੀਂ ਸਰਕਾਰ ਨੂੰ ਨਹੀਂ ਚੈਲੰਜ ਕਰ ਰਹੇ, ਤੁਸੀਂ ਕੁਦਰਤ ਨੂੰ ਚੈਲੰਜ ਕਰ ਰਹੇ ਹੋ, ਪਰਮਾਤਮਾ ਨੂੰ ਚੈਲੰਜ ਕਰ ਰਹੇ ਹੋ। ਅਤੇ ਤੁਸੀਂ ਕੁਦਰਤ ਨੂੰ ਚੈਲੰਜ ਕਰੋਗੇ ਤਾਂ ਜੋ ਜੂਤ ਖਾਓਗੇ ਨਾ, ਅਤੇ ਜੂਤ ਪੈ ਰਹੇ ਆ। ਉਹ ਕਿਸਾਨੀ ਦਾ ਹਾਲ ਕੀ ਹੈ, ਭਿੱਖੇ ਮੰਗਣੀ ਪੈ ਰਹੀ ਹੈ ਜਾ ਕੇ, ਸਾਨੂੰ MSP ਦਿਓ ਜੀ, ਸਾਨੂੰ ਆਹ ਦਿਓ ਜੀ, ਸਾਡਾ ਆਹ ਰੇਟ ਦਿਓ। ਉਹ ਤੁਹਾਡੇ ਕੋਲ ਜੇ ਫਸਲਾਂ ਵਧੀਆ ਹੋਣ, ਵਧੀਆ ਵੇਚਣ ਨੂੰ ਹੋਵੇ ਤਾਂ ਤੁਹਾਡੇ ਘਰੋਂ ਆ ਕੇ ਚੱਕ ਕੇ ਲੈ ਜਾਣਗੇ ਅਗਲੇ। ਔਰ ਜੋ ਅਪਰੂਵ ਹੋ ਗਿਆ, ਉਹ ਜੈਨੀ ਦਾ 100 ਕਿੱਲੇ ਦਾ ਫਾਰਮ ਹੈ, ਉਹ ਤਾਂ ਕਿਤੇ ਨਹੀਂ ਵੇਚਣ ਜਾਂਦਾ, ਉਹਦੇ ਕੋਲੇ ਜਾਂ ਤਾਂ ਉੱਥੇ ਆ ਕੇ ਲੈ ਜਾਂਦੇ ਆ, ਜਾਂ ਉਹਨੂੰ ਫੋਨ ਕਰ ਦਿੰਦੇ ਵੀ ਜੈਨੀ ਜੀ ਆਹ ਭੇਜ ਦਿਓ, ਫਲਾਣੇ ਕੋਰੀਅਰ 'ਚ ਕਰ ਦਿਓ, ਪੈਸੇ ਤੁਹਾਡੇ ਅਕਾਊਂਟ ਜਮ੍ਹਾਂ ਹੋ ਜਾਣਗੇ। ਉਹ ਪੈਦਾ ਕਰਦਾ ਤਾਂ ਜ਼ੋਰ ਪੈਦਾ ਕਰਨ 'ਤੇ ਹੀ ਹੈ। ਲੋਕੀ ਤਾਂ ਲੱਭ ਰਹੇ ਨੇ ਪਰ ਇਹ ਹੈ ਹੀ ਨਹੀਂ ਇਹ ਚੀਜ਼ਾਂ। ਕੰਜ਼ਿਊਮਰ ਤਾਂ ਲੱਭ ਰਿਹਾ ਵੀ ਸਾਨੂੰ ਕੋਈ ਚੰਗਾ ਖਾਣ ਨੂੰ ਮਿਲ ਜੇ, ਲੇਕਿਨ ਕਿਸਾਨ ਉਸ ਪਾਸੇ ਆਉਣ ਨੂੰ ਤਿਆਰ ਨਹੀਂ ਹੈ, ਕਿਉਂਕਿ ਸੌਖ ਮਿਲ ਗਈ ਕਿ ਚਲੋ ਇੱਕ ਵਾਰੀ ਬੀਜੋ ਫਸਲ ਅਤੇ ਮੁੜ ਕੇ। ਤਾਂ ਇਸ ਕਰਕੇ ਜਿਹੜਾ ਕਦੀ ਵੀ ਜਿਹੜਾ ਸੌਖਾ ਰਾਹ ਹੁੰਦਾ ਨਾ, ਸ਼ਾਰਟਕੱਟ ਹੁੰਦਾ, ਉਹ ਕਦੀ ਵੀ ਤੁਹਾਨੂੰ ਲੌਂਗ ਟਰਮ ਤੁਹਾਡੇ ਪੱਲੇ ਕੁਛ ਨਹੀਂ ਪਾਉਂਦਾ। ਜਿਹੜਾ ਮਿਹਨਤ ਦਾ ਰਾਹ, ਮੁਸ਼ੱਕਤ ਦਾ ਰਾਹ, ਸਬਰ ਦਾ ਰਾਹ, ਸੰਤੋਖ ਦਾ ਰਾਹ, ਉਹੀ ਕੁਛ ਪੱਲੇ ਪਾਉਂਦਾ। ਇਸ ਕਰਕੇ ਜਿਹੜਾ ਇਹ ਅਸੀਂ ਖੇਤੀ ਦਾ ਮਾਡਲ ਅਡਾਪਟ ਕੀਤਾ, ਜਿਹੜੀ ਬੱਸਾਂ ਵਾਲਾ ਐਕਸੀਡੈਂਟ ਹੋਇਆ ਉਹ ਵੀ ਉਹਦੇ 'ਚੋਂ ਨਿਕਲਿਆ, ਉਸ ਮਾਡਲ 'ਚੋਂ। ਕਿਉਂਕਿ ਜੇ ਤੁਸੀਂ ਜੀਰੀ ਬੀਜਣੋਂ ਨਹੀਂ ਹਟਣਾ ਤਾਂ ਫਿਰ ਉਹਦੇ 'ਚੋਂ ਪਰਾਲੀ ਤਾਂ ਨਿਕਲੇਗੀ ਉਹ 'ਚੋਂ। ਹੁਣ ਪਰਾਲੀ ਦਾ ਜ਼ੋਰ ਜ਼ਾਰ ਲਾ ਲਿਆ, ਨਹੀਂ ਮੈਨੇਜ ਹੁੰਦੀ, ਫਿਰ ਅੱਗ ਲਾ ਦਿੰਦੇ ਆ। ਤੁਸੀਂ ਜੀਰੀ ਬੀਜ ਕਾਹਦੇ ਰਹੇ ਹੋ ਇੰਨੀ ਜ਼ਿਆਦਾ, ਮਲਟੀਪਲ ਫਸਲਾਂ ਬੀਜੋ, ਥੋੜ੍ਹੀ ਬਹੁਤੀ ਉਨੀ ਕੁ ਬੀਜੋ ਜਿੰਨੀ ਕੁ ਤੁਹਾਨੂੰ ਚਾਹੀਦੀ ਹੈ। ਔਰ ਉਹ ਵੀ ਸਿੱਧੀ ਬਿਜਾਈ, ਬੜੇ ਸੋਹਣਾ ਅੱਜ ਲੋਕਾਂ ਨੇ ਵੀ ਸਿੱਧੀ ਬਿਜਾਈ ਕਰ ਲਓ, ਜ਼ਰੂਰੀ ਥੋੜ੍ਹਾ ਤੁਸੀਂ ਉਹ ਕਰਨੀ ਹੈ ਪਾਣੀ ਦੇ ਵੈਰੀ ਬਣਨਾ। ਪਾਣੀ ਦਾ ਵੈਰ ਤਾਂ ਜਿਹੜਾ ਚਲੋ ਸਿੱਧੀ ਬਿਜਾਈ ਨਾਲ ਕਾਫੀ ਘੱਟ ਜਾਏਗਾ, ਕਿਉਂਕਿ ਜ਼ਮੀਨ ਸਖਤ ਨਹੀਂ ਹੋਏਗੀ। ਜਦੋਂ ਤੁਸੀਂ ਪਾਣੀ ਖੜਾ ਕਰ ਦਿੰਦੇ ਹੋ ਜ਼ਮੀਨ ਦੇ ਵਿੱਚ, ਕੱਦੂ ਕਰਦੇ ਹੋ, ਤਾਂ ਕੱਦੂ ਕਰਨ ਨਾਲ ਜਿਹੜਾ ਉਹ ਥੱਲੜੀ ਲੇਅਰ ਜਿਹੜੀ ਇੰਨੀ ਐਡਾ ਸਾਰਾ 1.5 ਫੁੱਟ ਦਾ ਲੈਂਟਰ ਬਣ ਜਾਂਦਾ, ਉਹ ਥੱਲੇ ਪਾਣੀ ਜਾਣ ਹੀ ਨਹੀਂ ਦਿੰਦਾ। ਉਹੀ ਬਰਸਾਤ ਦੇ ਦਿਨ ਹੁੰਦੇ, ਉੱਥੇ ਤੁਸੀਂ ਲੈਂਟਰ ਬਣਾਤਾ, ਉਹ ਪਾਣੀ ਥੱਲੇ ਜਾਏਗਾ ਨਹੀਂ, ਉੱਪਰ ਖੜਾ ਰਹੇਗਾ ਤਾਂ ਉਹ ਉੜੀ ਜਾਏਗਾ ਤਾਂ ਹੋਰ ਗੰਦ ਪਾਏਗਾ। ਕਿਉਂਕਿ ਧਰਤੀ ਦੇ ਥੱਲੇ ਤੁਸੀਂ 300-400 ਫੁੱਟ ਵਾਲਾ ਪਾਣੀ ਕੱਢਿਆ, ਉਹਦੀ TDS ਮੰਨ ਲਓ 500 ਸੀ, ਜਦੋਂ ਉਹਦੇ ਭਾਫ ਬਣ ਕੇ ਉੜ ਗਈ ਉਹ, ਤਾਂ ਉਹ 500 ਵਾਲੀ ਦੀ TDS 1500 ਹੋ ਜਾਣੀ ਹੈ। ਅਤੇ 1500 ਨਹੀਂ, ਉਹਦੀ ਭਾਫ ਤਾਂ ਇਕੱਲਾ ਪਾਣੀ ਉੜੇਗਾ ਨਾ, ਨਮਕ ਤਾਂ ਨਹੀਂ ਨਾ ਉੜਨਗੇ। ਜਿਹੜੇ 300-400 ਫੁੱਟ ਵਾਲੀ ਜ਼ਮੀਨ 'ਚੋਂ ਪਾਣੀ ਜੋ ਕੱਢਦੇ ਅਸੀਂ, ਉਹ 'ਚ ਨਮਕ ਨੇ ਕਾਫੀ ਜ਼ਿਆਦਾ। ਜਿੰਨਾ ਡੂੰਘਾ ਪਾਣੀ ਕੱਢਾਂਗੇ ਉਹਦੇ 'ਚ ਉਨੇ ਜ਼ਿਆਦਾ ਨਮਕ ਹੁੰਦੇ ਆ। ਜ਼ਿਆਦਾ ਨਮਕਾਂ ਵਾਲਾ ਪਾਣੀ ਅਸੀਂ ਕੱਢ ਕੇ ਜੀਰੀ 'ਚ ਖੜਾ ਕਰਤਾ। ਹੁਣ ਜੀਰੀ 'ਚ ਕੀ ਹੋ ਰਿਹਾ ਕਿ ਧੁੱਪ 'ਚ ਉੜ ਰਿਹਾ ਪਾਣੀ, ਉੜ ਤਾਂ ਇਕੱਲਾ ਪਾਣੀ ਰਿਹਾ, ਨਮਕ ਉਹ ਥੱਲੇ ਰਹਿ ਗਏ। ਉਹ ਜਿਹੜੇ 500 TDS ਵਾਲਾ ਪਾਣੀ ਸੀ, ਉਹ ਜਦੋਂ ਉੜ ਕੇ 1500 TDS ਦਾ ਹੋ ਗਿਆ, ਅਤੇ 1500 TDS ਵਾਲੇ ਪਾਣੀ ਨੇ ਸਾਰੀ ਧਰਤੀ ਖਰਾਬ ਕਰਤੀ, ਨਮਕਾਂ ਨਾਲ ਭਰਤੀ। ਕਹਿਣ ਤੋਂ ਭਾਵੇਂ ਵੀ ਅਸੀਂ 1500 TDS ਵਾਲੇ ਪਾਣੀ ਦੇ ਨਾਲ ਜਿਹੜੀ ਸਿੰਚਾਈ ਕਰ ਰਹੇ ਹਾਂ, ਉਹਦੇ ਜਿਹੜੀਆਂ ਜ਼ਹਿਰਾਂ, ਟੌਕਸਿਨਸ, ਹੈਵੀ ਮੈਟਲ ਜਿਹੜੇ ਨੇ ਉਹ ਫਸਲਾਂ ਦੇ ਵਿੱਚ ਆ ਕੇ ਉਹ ਵੀ ਬਿਮਾਰੀਆਂ ਦੇ ਰਹੇ। ਉਹ ਇੱਕ ਗੱਲ ਹੈ ਕਿ ਜ਼ਹਿਰ ਜਿਹੜੇ ਨੇ ਆਉਣਗੇ। ਇੱਕ ਦੂਜੀ ਗੱਲ ਹੈ ਕਿ ਜ਼ਮੀਨ ਨੂੰ ਸਖਤ ਕਰ ਦਿੰਦੇ ਹੋ। ਜ਼ਮੀਨ ਦੇ ਅੰਦਰ ਨਮਕ ਹੀ ਨਮਕ ਭਰ ਗਏ ਆ। ਪੰਜਾਬ ਦੀ ਜ਼ਮੀਨ ਦੇ ਅੰਦਰ ਇਸ ਵੇਲੇ ਜੀਰੇ ਵਾਲੀ ਜ਼ਮੀਨ 'ਚ ਇੰਨੇ ਜ਼ਿਆਦਾ ਸਾਲਟ ਨੇ ਕਿ ਉਹ ਜ਼ਮੀਨ ਟੱਕਰ ਹੋ ਚੁੱਕੀ ਹੈ, ਜ਼ਮੀਨ ਸਖਤ ਹੋ ਚੁੱਕੀ ਹੈ। ਉਹਦੇ 'ਚ ਕੋਈ ਜੀਵ ਜੰਤੂ ਨਹੀਂ ਪਲਦਾ। ਹੁਣ ਅਸੀਂ ਖੇਤਾਂ 'ਚ ਜਾ ਕੇ ਆਏ ਪਿੱਛੇ ਜੇ, ਪਿੰਡ ਇੱਥੇ ਨਾਲ ਰਾਜਪੁਰ ਦੇ ਖੇਤ 'ਚ ਐਂ ਲੱਗਦਾ ਜਿਵੇਂ ਮੁਰਦਾ ਘਾਟ ਹੁੰਦਾ। ਨਹੀਂ, ਖੇਤ 'ਚ ਕਦੇ ਐਂ ਹੁੰਦਾ? ਖੇਤ 'ਚ ਚਹਿ ਹੁੰਦੀ ਹੈ, ਚਿੜੀਆਂ ਹੁੰਦੀਆਂ ਨੇ, ਕਬੂਤਰ ਹੁੰਦੇ ਆ, ਕਾਂ ਹੁੰਦੇ ਆ, ਕੋਈ ਪੰਛੀ ਹੁੰਦੇ ਆ, ਕੋਈ ਜੀਵ ਜੰਤੂ ਹੁੰਦਾ, ਕੋਈ ਉਹ ਜਿਹੜੀਆਂ ਨੇ ਗਲਹਿਰੀਆਂ ਹੁੰਦੀਆਂ ਨੇ, ਕੋਈ ਰੌਣਕ ਮੇਲਾ ਹੁੰਦਾ ਪੂਰਾ। ਜ਼ਮੀਨ ਦਾ ਮਤਲਬ ਤਾਂ ਇਹ ਹੁੰਦਾ ਖੇਤ ਦਾ, ਤਾਂ ਉੱਥੇ ਨਿਰੀ ਕੁਛ ਵੀ ਨਹੀਂ, ਵੱਢ ਪਿਆ। ਬੰਜਰ ਨਾ ਵੀ ਹੋਵੇ, ਬਸ ਤੁਸੀਂ ਫਸਲ ਬੀਜੀ ਅਤੇ ਕੱਟ ਲਈ, ਬਸ। ਉਹ ਫਸਲ 'ਤੇ ਡਿਪੈਂਡ ਕਰਦਾ ਕਿਹੜੀ ਸਟੇਜ 'ਚ ਹੈ। ਉਹਦੇ ਕੋਲ ਜੀਵ ਜੰਤੂ ਕੋਈ ਨਹੀਂ ਹੈ, ਤੁਸੀਂ ਉਹਨੂੰ ਇੰਡਸਟਰੀਲਾਈਜ਼ ਕਰਤਾ। ਹੁਣ ਖੇਤੀ ਨਹੀਂ ਹੈ, ਉਹ ਇੰਡਸਟਰੀ ਹੈ। ਤੁਸੀਂ ਧਰਤੀ ਨੂੰ, ਜਿਹੜੀ ਮਾਂ ਹੈ, ਉਹ ਧਰਤੀ ਮਾਂ ਜਿਹੜੀ ਹੁੰਦੀ ਹੈ, ਉਹ ਭਾਂਤ ਦੇ ਪੌਦੇ ਚਾਹੁੰਦੀ ਹੈ। ਕਿਉਂਕਿ ਕਿਸੇ ਪੌਦੇ ਨੇ ਕੁਛ ਕਰਨਾ, ਕਿਸੇ ਨੇ ਕੁਛ ਕਰਨਾ, ਕਿਸੇ ਨੇ ਕੁਛ ਕਰਨਾ। ਤੁਸੀਂ ਇੱਕੋ ਹੀ ਪੌਦਾ ਲਾ ਕੇ ਉਹਨੂੰ ਇੰਡਸਟਰੀ 'ਚ ਕਨਵਰਟ ਕਰਤਾ। ਫਿਰ ਉਹ 'ਚ ਦੇ ਯੂਰੀਆ ਤੇ ਯੂਰੀਆ, ਦੇ DAP, ਦੇ ਉੱਤੇ ਪੈਸਟੀਸਾਈਡ, ਇੰਸੈਕਟੀਸਾਈਡ, ਦੇ ਉਹ 'ਚ ਹਰਬੀਸਾਈਡ ਪਾ ਕੇ ਉਹਦੇ ਇੱਕ ਤਾਂ ਜੀਵਨ ਖਤਮ ਕਰਤਾ। ਦੂਜੀ ਗੱਲ, ਉਹ ਸਾਰਾ ਕੁਛ ਅਲਟੀਮੇਟਲੀ ਕਿੱਥੇ ਜਾਏਗਾ? ਜਾਂ ਪਾਣੀ 'ਚ ਆਏਗਾ, ਜਾਂ ਮਿੱਟੀ 'ਚ ਆਏਗਾ, ਜਾਂ ਭੋਜਨ 'ਚ ਆਏਗਾ। ਤਾਂ ਇਹ ਸਾਰੇ ਦਾ ਸਾਰਾ ਮਾਡਲ ਜਿਹੜਾ ਹੈ, ਇਹ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਡਿਸਟਰਕਟਿਵ ਹੈ, ਬਹੁਤ ਤਬਾਹਕੁਨ ਮਾਡਲ ਹੈ ਖੇਤੀ ਦਾ।
ਔਰ ਜਿਹੜਾ ਇੰਡਸਟਰੀ ਦਾ ਮਾਡਲ ਅਸੀਂ ਲਾਇਆ ਉਹਦੇ ਅੰਦਰ ਵੀ ਜਿਹੜੀ ਹੈ ਉਹ ਬਹੁਤ ਸਾਰੀ ਇੰਡਸਟਰੀ ਜਿਹੜੀ ਹੈ ਉਹ ਸਿਰਫ ਪ੍ਰੋਫਿਟ ਵਾਸਤੇ ਹੈ। ਉਦਾਹਰਨ ਦੇ ਤੌਰ 'ਤੇ ਕੋਲਡ ਡਰਿੰਕਸ ਦੀ ਇੰਡਸਟਰੀ ਕਿਉਂ ਲਾ ਰਹੇ ਹੋ ਤੁਸੀਂ? ਜਦੋਂ ਪ੍ਰੂਵ ਹੋ ਗਿਆ ਹੋਇਆ ਹੁਣ ਤਾਂ ਕਿ ਕੋਲਡ ਡਰਿੰਕਸ ਜਿਹੜੇ ਨੇ ਸਿਹਤ ਲਈ ਨੁਕਸਾਨਦੇਹ ਕਰਦੇ, ਤੁਸੀਂ ਦੜਾ ਕੋਲਡ ਡਰਿੰਕ ਦੀ ਇੰਡਸਟਰੀ ਲਾਈ ਜਾਂਦੇ ਹੋ, ਤੁਸੀਂ ਸ਼ਰਾਬ ਦੀ ਇੰਡਸਟਰੀ ਲਾਈ ਜਾਂਦੇ ਹੋ, ਤੁਸੀਂ ਆ ਜਿਹੜੀ ਡਾਈਂਗ ਦੀ ਇੰਡਸਟਰੀ ਜਿਹੜੀ ਵੈਸਟਰਨ ਕੰਟਰੀ 'ਚੋਂ ਕੱਢ ਕੇ ਉਹਨਾਂ ਨੇ ਬਾਹਰ ਮਾਰੀ ਹੈ ਕਿਉਂਕਿ ਪੋਲੂਟਿੰਗ ਸੀਗੀ, ਉਹ ਤੁਸੀਂ ਇੱਥੇ ਲਿਆ ਕੇ ਸਾਰੀ ਲੁਧਿਆਣੇ 'ਚ ਲਾਤੀ ਹੈ। ਔਰ ਲੁਧਿਆਣੇ ਦਾ ਪਾਣੀ ਤੁਸੀਂ ਜਾ ਕੇ ਜਦੋਂ ਉਹ ਸਤਲੁਜ ਦਰਿਆ 'ਚ ਮਿਲਦਾ ਉੱਥੇ ਖੜ੍ਹ ਕੇ ਤਾਂ ਰੋਣਾ ਨਿਕਲ ਜਾਂਦਾ ਬੰਦੇ ਦਾ ਵੀ ਹੋ ਕੀ ਰਿਹਾ ਹੈ। ਇੰਨਾ ਗੰਦਾ ਪਾਣੀ, ਇੰਨਾ ਮੁਸ਼ਕ ਮਾਰਦਾ ਪਾਣੀ ਸਾਫ਼ ਸੁਥਰੇ ਪਾਣੀ ਜਾ ਕੇ ਰਲ ਰਿਹਾ, ਔਰ ਮੁੜ ਕੇ ਜਾ ਕੇ ਉਹ ਹਰੀਕੇ ਪੱਤਨ ਜਾ ਕੇ ਨਹਿਰਾਂ 'ਚ ਜਾ ਕੇ ਲੋਕ ਉਸੇ ਪਾਣੀ ਨੂੰ ਪੀ ਰਹੇ ਆ, ਡੰਗਰ ਪੀ ਰਹੇ ਆ, ਸਭ ਕੁਝ ਹੋ ਰਿਹਾ। ਪਰ ਇਹ ਹੋ ਕੀ ਰਿਹਾ ਹੈ? ਇਹਦਾ ਮਤਲਬ ਅੰਨੇ ਆ ਅਸੀਂ, ਸਾਨੂੰ ਦਿਖਦਾ ਨਹੀਂ ਹੈ ਵੀ ਅਸੀਂ ਕੀ ਕਰ ਰਹੇ ਹਾਂ, ਅਤੇ ਸਮਾਜ ਉਹਦੇ 'ਤੇ ਕੋਈ ਰਿਐਕਸ਼ਨ ਨਹੀਂ ਹੈ, ਕੋਈ ਬੋਲਦਾ ਨਹੀਂ ਹੈ। ਔਰ ਉਹਦੇ ਜਿਹੜੀ ਸਭ ਤੋਂ ਜਿਹੜੀ ਨਿਖਿੱਧ ਕਲਾਸ ਪ੍ਰੂਵ ਹੋਈ, ਉਹ ਪੜ੍ਹੀ ਲਿਖੀ ਕਲਾਸ ਹੋਈ ਜਿਹਨੂੰ ਪਤਾ। ਚਲੋ ਆਮ ਬੰਦਾ ਤਾਂ ਗਰੀਬ ਬੰਦੇ ਨੂੰ ਆਪਾਂ ਦੋਸ਼ੀ ਨਹੀਂ ਠਾਉਂਦੇ ਕਿਉਂਕਿ ਉਹ ਵਿਚਾਰਾ ਰੋਟੀ ਰੋਜ਼ੀ ਦੇ ਆਪਣੇ ਚੱਕਰ 'ਚ ਐਸਾ ਉਲਝਿਆ ਹੁੰਦਾ ਹੈ ਕਿ ਉਹਨੂੰ ਕੋਈ ਵੇਲ ਹੀ ਨਹੀਂ ਵੀ ਮੈਂ ਕੁਝ ਕਰ ਲਾਂ। ਲੇਕਿਨ ਜਿਹੜੇ ਪੜ੍ਹੇ ਲਿਖੇ ਲੋਕ ਹੋ, ਤੁਸੀਂ ਵਿਦਿਆਰਥੀ ਹੋ, ਵਕੀਲ ਹੋ, ਡਾਕਟਰ ਹੋ, ਇੰਟਲੈਕਚੁਅਲ ਹੋ, ਅਫਸਰ ਹੋ, ਤੁਹਾਨੂੰ ਤਾਂ ਸਭ ਕੁਝ ਪਤਾ, ਤੁਹਾਡੇ ਕੋਲ ਟਾਈਮ ਵੀ ਹੈਗਾ ਸੋਚਣ ਦਾ, ਤੁਸੀਂ ਵੀ ਨਹੀਂ ਬੋਲਦਾ ਹੀ ਨਹੀਂ ਕੋਈ। ਤਾਂ ਉਹ ਇਹ ਵਰਤਾਰਾ ਕਿਤੇ ਨਾ ਕਿਤੇ ਆਇਆ, ਇਹ ਵਰਤਾਰਾ ਬਹੁਤ ਮਾਰੂ ਹੈ। ਜੇ ਕੋਈ ਅਮੀਰ ਆਦਮੀ, ਜੇ ਕੋਈ ਅਫਸਰ ਆਦਮੀ ਜਾਂ ਜੇ ਕੋਈ ਡਾਕਟਰ ਜਾਂ ਵਕੀਲ ਇਹ ਸਮਝਦਾ ਕਿ ਮੈਨੂੰ ਕੀ ਲੈਣਾ, ਮੈਨੂੰ ਤਾਂ ਤਨਖਾਹ ਮਿਲ ਰਹੀ ਹੈ, ਉਹ ਬਹੁਤ ਗਲਤਫਹਿਮੀ 'ਚ ਹੈ। ਅਲਟੀਮੇਟਲੀ ਸਾਰੇ ਜਿਹਨੇ ਜੋ ਕੁਝ ਵੀ ਵਾਪਰ ਰਿਹਾ ਉਹ ਅਲਟੀਮੇਟਲੀ ਤੁਹਾਡੇ ਅੰਦਰ ਜਾਣਾ, ਤੁਹਾਡੀ ਆਉਣ ਵਾਲੀ ਪੀੜ੍ਹੀਆਂ 'ਚ ਜਾਣਾ ਅਤੇ ਤੁਹਾਨੂੰ ਵੀ ਇਫੈਕਟ ਕਰਨਾ ਉਹਨੇ। ਮਤ ਸੋਚੋਗੇ ਅਤੇ ਅਸੀਂ ਬਚ ਜਾਵਾਂਗੇ, ਇਹ ਬੜੀ ਗਲਤਫਹਿਮੀ ਹੈ। ਜੋ ਅੱਜ ਡਾਇਬਟੀਜ਼ ਹੋ ਰਹੀ ਹੈ, ਜੋ ਅੱਜ ਕੈਂਸਰ ਹੋ ਰਹੇ ਹੈ, ਜੋ ਅੱਜ ਆਟੋਇਮਿਊਨ ਡਿਸਆਰਡਰ ਹੋ ਰਹੇ ਹੈ, ਜੋ ਬਿਮਾਰੀਆਂ ਹੋ ਰਹੀਆਂ, ਕੀ ਇਕੱਲੇ ਗਰੀਬਾਂ ਨੂੰ ਹੋ ਰਹੀਆਂ ਨੇ? ਸਭ ਨੂੰ ਹੋ ਰਹੀਆਂ ਨੇ। ਤੁਸੀਂ ਨਹੀਂ ਬੋਲੋਗੇ ਤਾਂ ਇਹੀ ਕੁਛ ਹੋਊਗਾ। ਅੱਜ ਘਰ ਦੇ ਅੰਦਰ ਜਿਹਨੂੰ ਕਹਿੰਦੇ ਬਿਮਾਰੀਆਂ ਦਾ ਤਾਂਡਵ ਨ੍ਰਿਤ ਹੋ ਰਿਹਾ ਘਰ 'ਚ। ਇਹ ਤਾਂ ਕੁਝ ਬਿਮਾਰੀਆਂ ਤੁਸੀਂ ਗਿਣਾਈਆਂ ਨੇ, ਇਸ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਇਹਨਾਂ ਤੋਂ ਪੈਦਾ ਹੋਈਆਂ ਨੇ, ਇਸ ਚੀਜ਼ ਤੋਂ? ਦੇਖੋ ਉਹਦੇ 'ਚ ਸਭ ਕੁਛ ਹੀ ਹੈ। ਦੇਖੋ ਹੁਣ ਸ਼ੂਗਰ ਦੀ ਆਪਾਂ ਗੱਲ ਕਰ ਲਈਏ, ਹੁਣ ਸ਼ੂਗਰ ਇਕੱਲੀ ਕਹਿਣ ਨੂੰ ਤਾਂ ਇੱਕ ਬਿਮਾਰੀ ਹੈ। ਸ਼ੂਗਰ ਨਾਲ ਲੱਖਾਂ ਲੋਕ ਅੰਨੇ ਹੋ ਜਾਂਦੇ ਆ, ਸ਼ੂਗਰ ਨਾਲ ਲੱਖਾਂ ਲੋਕਾਂ ਦੀਆਂ ਲੱਤਾਂ ਕੱਟੀਆਂ ਜਾ ਰਹੀਆਂ ਨੇ, ਲੱਖਾਂ ਲੋਕ ਸ਼ੂਗਰ ਨਾਲ ਗੁਰਦੇ ਖਰਾਬ ਹੋ ਰਹੇ ਆ, ਲੱਖਾਂ ਲੋਕਾਂ ਦੇ ਹਾਰਟ ਅਟੈਕ ਸਮੇਂ ਨਾਲੋਂ ਪਹਿਲਾਂ ਹੋ ਰਹੇ ਆ, ਲੱਖਾਂ ਕਰਕੇ ਜਿਹੜਾ ਹੁਣ ਤਾਂ ਇਹ ਆ ਗਿਆ ਨਾ, ਸ਼ੂਗਰ ਕਰਕੇ ਕੈਂਸਰ ਵੀ ਜ਼ਿਆਦਾ ਹੁੰਦਾ ਹੈ, ਸ਼ੂਗਰ ਕਰਕੇ ਆਟੋਇਮਿਊਨ ਡਿਸਆਰਡਰ ਵੀ ਜ਼ਿਆਦਾ ਹੁੰਦੇ ਆ। ਸ਼ੂਗਰ ਜਿਹੜੀ ਬਿਮਾਰੀਆਂ ਦੀ ਮਾਂ ਹੈ, ਤਾਂ ਉਹ ਸਾਰੇ ਕਿਤੇ ਨਾ ਕਿਤੇ ਜਿਹੜੇ ਨੇ ਵਿਚਾਰੇ ਜਿਹੜੇ ਅੰਨੇ ਹੋ ਰਹੇ ਆ, ਲੰਗੜੇ ਹੋ ਰਹੇ ਆ, ਜਿਹੜੇ ਗੁਰਦੇ ਖਰਾਬ ਕਰਕੇ ਡਾਇਲਿਸਿਸ ਕਰਾ ਰਹੇ ਆ ਜਾਂ ਟਰਾਂਸਪਲਾਂਟ ਲਈ ਮਾਰੇ ਫਿਰਦੇ ਆ ਵਿਚਾਰੇ, ਬਲੱਡ ਪ੍ਰੈਸ਼ਰ ਸਾਰੇ। ਤਾਂ ਇਹ ਬਿਮਾਰੀਆਂ ਜਿਹੜੀਆਂ ਕਿਤੇ ਨਾ ਕਿਤੇ ਅਲਟੀਮੇਟਲੀ ਕਿਹਦੇ ਨਾਲ ਜੁੜੀਆਂ ਹੋਈਆਂ ਨੇ? ਤੁਹਾਡੇ ਖੇਤੀ ਦੇ ਮਾਡਲ ਨਾਲ ਜੁੜੀਆਂ ਹੋਈਆਂ ਜਾਂ ਤੁਹਾਡੇ ਵਾਤਾਵਰਨ ਨਾਲ ਜੁੜੀਆਂ ਹੋਈਆਂ। ਵਾਤਾਵਰਨ ਦਾ ਮਾਡਲ 'ਚ ਸਭ ਤੋਂ ਜ਼ਿਆਦਾ ਤਬਾਹ ਕਰਨ ਵਾਲਾ ਖੇਤੀ ਹੈ, ਪਾਣੀ ਨੂੰ ਸਭ ਤੋਂ ਜ਼ਿਆਦਾ ਤਬਾਹ ਕਰਨ ਵਾਲੀ ਖੇਤੀ ਹੈ, ਹਵਾ ਨੂੰ ਸਭ ਤੋਂ ਜ਼ਿਆਦਾ ਤਬਾਹ ਕਰਨ ਵਾਲੀ ਖੇਤੀ ਹੈ। ਨਾ ਤਾਂ ਕਿਸਾਨ ਪਾਣੀ ਨੂੰ ਥੱਲੋਂ ਧਰਤੀ ਕੱਢਣੋਂ ਹਟਦੇ ਨੇ। ਹੁਣ ਵੀ ਜਦੋਂ ਆਹ ਗੱਲ ਹੋਈ ਹੈ ਕਿ ਤੁਸੀਂ ਲੇਟ ਬੀਜ ਦਿਓ ਝੋਨਾ, ਉਦੋਂ ਵੀ ਕਿਸਾਨਾਂ ਨੇ ਦੇਖੋ ਕੀ ਹਾਲ ਕੀਤਾ, ਮੋਹਾਲੀ ਜਾਮ ਕਰਤਾ ਅਤੇ ਚੰਡੀਗੜ੍ਹ ਤਾਂ ਬਲੈਕਮੇਲ ਕਰਨ ਤੱਕ ਦਾ ਸਿਸਟਮ ਦੇ ਦੋਸ਼ ਲੱਗੇ ਨੇ ਇਹਨਾਂ 'ਤੇ ਵੀ ਇਹ ਸਾਰੀ ਬਲੈਕਮੇਲਿੰਗ ਹੈ। ਅਤੇ ਉਹ ਉਦੋਂ ਤੱਕ ਇਹਨਾਂ ਨੇ ਉਹਨਾਂ ਦੀ ਜਾਨ ਨਹੀਂ ਛੱਡੀ ਸਰਕਾਰ ਦੀ, ਜਦ ਤੱਕ ਉਹਨਾਂ ਤੋਂ ਮਨਵਾ ਨਹੀਂ ਲਿਆ ਵੀ ਅਸੀਂ ਤਾਂ ਪਹਿਲਾਂ ਬੀਜਾਂਗੇ। ਫਿਰ ਜੇ ਨਾੜ ਸਾੜਨ ਤੋਂ ਰੋਕਿਆ ਜਾਂਦਾ ਤਾਂ ਕਹਿੰਦੇ ਜੀ ਅਸੀਂ ਤਾਂ ਸਾੜਾਂਗੇ। ਫਿਰ ਕਿੱਥੇ ਰੁਕੂ ਕੰਮ ਇਹ? ਉਹੀ ਗੱਲ ਹੈ ਨਾ ਵੀ ਅਸੀਂ ਇਹ ਸੋਚਦੇ ਹਾਂ ਕਿ ਸਰਕਾਰ ਇਕੱਲੀ ਜਿਹੜੀ ਹੈ ਇਹਦਾ ਕੋਈ ਖਾਮਿਆਜ਼ਾ ਭੁਗਤ ਲਏਗੀ। ਇਹਦਾ ਖਾਮਿਆਜ਼ਾ ਸਾਰੇ ਸਮਾਜ ਭੁਗਤ ਰਿਹਾ। ਉਹ ਇਕੱਲਾ ਸਮਾਜ ਨਹੀਂ ਭੁਗਤ ਰਿਹਾ, ਉਹਦੇ ਅੰਦਰ ਸਾਰੀ ਕੁਦਰਤ ਭੁਗਤ ਰਹੀ ਹੈ ਕਿ ਬਾਕੀ ਜੀਵ ਜੰਤੂ ਵੀ ਮਰ ਰਹੇ ਆ। ਸੋ ਬਹੁਤ ਵੱਡਾ ਪਾਪ ਹੈ ਅਤੇ ਐਡਾ ਵੱਡਾ ਪਾਪ ਜਿਹੜਾ ਮਾफ़ ਨਹੀਂ ਹੁੰਦਾ। ਪਾਪ ਛੋਟਾ ਮੋਟਾ ਕੁਦਰਤ ਮਾफ़ ਕਰ ਦਿੰਦੀ ਹੈ, ਲੇਕਿਨ ਜਿਹੜਾ ਘੋਰ ਪਾਪ ਹੁੰਦਾ ਹੈ, ਘੋਰ ਪਾਪ ਕਦੀ ਮਾफ़ ਨਹੀਂ ਹੁੰਦਾ, ਉਹਦਾ ਸਜ਼ਾ ਮਿਲਦੀ ਹੈ। ਤੁਹਾਨੂੰ ਕਿਸੇ ਸ਼ਕਲ 'ਚ ਮਿਲੇ। ਜੋ ਕਿਸਾਨਾਂ ਨਾਲ ਵਾਪਰ ਰਿਹਾ ਜਾਂ ਜੋ ਬਾਕੀ ਸਮਾਜ ਨਾਲ ਵਾਪਰ ਰਿਹਾ, ਉਹ ਸਾਰਾ ਮੈਂ ਸਮਝਦਾ ਕਿ ਉਸ ਪਾਪ ਦਾ ਸਿੱਟਾ, ਜਿਸ ਪਾਪ ਨੂੰ ਅਸੀਂ ਰੋਕ ਨਹੀਂ ਪਾ ਰਹੇ। ਅਤੇ ਉਹ ਪਾਪੀ ਸਭ ਤੋਂ ਵੱਡੇ ਉਹ ਨੇ ਜਿਹੜੇ ਪੈਸੇ ਦੀ ਖਾਤਰ ਇਸ ਮਾਡਲ ਨੂੰ ਸਪੋਰਟ ਕਰ ਰਹੇ ਆ, ਜਿਸ ਮਾਡਲ 'ਚ ਨੂੰ ਪ੍ਰਮੋਟ ਕਰ ਰਹੇ ਆ। ਬਾਕੀ ਅਸੀਂ ਜਿਹੜੇ ਨਾਲ ਲੱਗੇ ਹੋਏ ਆ ਉਹਨਾਂ ਦੀਆਂ ਪਾਲਿਸੀਆਂ ਦੇ ਸ਼ਿਕਾਰ ਹੋ ਰਹੇ ਹਾਂ ਅਤੇ ਬੇਵਕੂਫ ਬਣ ਰਹੇ ਹਾਂ। ਅਸੀਂ ਵੀ ਬਰਾਬਰ ਦੇ ਭਾਗੀਦਾਰ ਹਾਂ ਅਤੇ ਉਹਦੇ 'ਚ ਪੜ੍ਹੇ ਲਿਖੇ ਲੋਕ ਜ਼ਿਆਦਾ ਭਾਗੀਦਾਰ ਨੇ, ਕਿਉਂਕਿ ਉਹਨਾਂ ਦੇ ਫਰਜ਼ ਬਣਦਾ ਕਿ ਉਹ ਲੋਕਾਂ ਨੂੰ ਅਵੇਅਰ ਕਰਨੇ ਹੋਈਆਂ ਗੱਲਾਂ ਪਿੱਛੇ ਉਹ ਨਹੀਂ ਕਰਦੇ। ਕਿਸਾਨ ਵੀ ਭਾਗੀਦਾਰ ਨੇ, ਕਿਉਂਕਿ ਕਿਸਾਨ ਅਲਟੀਮੇਟਲੀ ਉਹਦਾ। ਤੁਸੀਂ ਸਾਰੇ ਭਾਗੀਦਾਰ ਹਾਂ ਅਤੇ ਸਾਰਿਆਂ ਨੂੰ ਸਜ਼ਾ ਕੋਈ ਸਜ਼ਾ ਭਗਵੰਤ ਮਾਨ ਨੇ ਇਕੱਲੇ ਨਹੀਂ ਭੁਗਤਣੀ। ਉਹ ਆਪਾਂ ਸੋਚੀਏ ਵੀ ਭਗਵੰਤ ਮਾਨ ਨੂੰ ਕੋਈ ਜ਼ਿਆਦਾ ਕੋਈ ਉਹਦਾ ਕੋਈ ਸੇਕਾ ਲੱਗ ਜਾਏਗਾ।
ਸੇਕਾ ਤਾਂ ਸਭ ਤੋਂ ਜ਼ਿਆਦਾ ਗਰੀਬ ਨੂੰ ਲੱਗਣਾ। ਜੋ ਮਰਜ਼ੀ ਹੋ ਜੇ ਮਾੜਾ ਸਮਾਜ ਦੇ ਅੰਦਰ, ਕੁਦਰਤ ਦੇ ਅੰਦਰ, ਸਭ ਤੋਂ ਜ਼ਿਆਦਾ ਸੇਕਾ ਸਭ ਤੋਂ ਗਰੀਬ ਨੂੰ ਲੱਗਦਾ, ਕਿਉਂਕਿ ਉਹਦੀ ਕਪੈਸਿਟੀ ਨਹੀਂ ਹੁੰਦੀ। ਜੀ ਦੱਸੋ ਡਾਕਟਰ ਸਾਹਿਬ, ਜਿਹੜਾ ਇਹ ਖੇਤੀ ਦਾ ਮਾਡਲ ਤੇ ਜਿਹੜਾ ਇਹ ਵਾਤਾਵਰਣ ਦੀ ਖਰਾਬੀ, ਇਹਦੀ ਸਭ ਤੋਂ ਵੱਧ ਮਾਰ ਉਹ ਕਿੱਥੇ ਪੈ ਰਹੀ ਹੈ? ਪਿੰਡਾਂ 'ਚ ਪੈ ਰਹੀ ਹੈ ਕਿ ਸ਼ਹਿਰਾਂ 'ਚ ਪੈ ਰਹੀ ਹੈ? ਦੇਖੋ ਇੱਦਾਂ ਮੇਰੇ ਖਿਆਲ 'ਚ ਨਹੀਂ ਸੋਚਣਾ ਚਾਹੀਦਾ। ਕਿਉਂਕਿ ਪਤਾ ਕੀ ਚੱਕਰ ਹੈ, ਦੇਖੋ ਮੰਨ ਲਓ ਵੀ ਉਹਨਾਂ ਨੇ ਖੇਤਾਂ ਦੇ ਵਿੱਚ ਜ਼ਹਿਰ ਪਾਇਆ, ਸਭ ਤੋਂ ਨੇੜੇ ਤਾਂ ਉਹਨਾਂ ਦੇ ਆਪਣੇ ਪਰਿਵਾਰ ਨੇ, ਉਹਨਾਂ ਦਾ ਆਪਣਾ ਸਿਸਟਮ ਹੈਗਾ, ਪਾਣੀ ਵੀ, ਵਾਤਾਵਰਨ ਵੀ। ਸਭ ਤੋਂ ਵੱਡੀ ਮਾਰ ਤਾਂ ਉਹਨਾਂ ਨੂੰ ਆਪਣਿਆਂ ਨੂੰ ਪੈ ਰਹੀ ਹੈ ਨਾ। ਤੇ ਉਹਦਾ ਸਿੱਟਾ ਹੀ ਨਿਕਲ ਰਿਹਾ ਨਾ, ਜਿਹਨਾਂ ਬਿਮਾਰੀਆਂ ਨੂੰ ਪਹਿਲਾਂ ਕਹਿੰਦੇ ਸੀ ਵੀ ਅਮੀਰਾਂ ਦੀਆਂ ਬਿਮਾਰੀਆਂ ਨੇ ਤੇ ਸ਼ਹਿਰਾਂ ਦੀਆਂ ਬਿਮਾਰੀਆਂ ਨੇ, ਅੱਜ ਤੁਸੀਂ ਦੇਖ ਲਓ ਪਿੰਡਾਂ ਦੀਆਂ ਜ਼ਿਆਦਾ ਨੇ, ਉਹ ਸ਼ਹਿਰਾਂ ਦੀਆਂ ਘੱਟ ਨੇ। ਕਿਉਂ? ਸ਼ਹਿਰਾਂ ਦੇ ਵਿੱਚ ਤਾਂ ਲੋਕ ਸੈਰ ਸੂਰ ਕਰਨ ਲੱਗੇ, ਯੋਗਾ ਕਰਨ ਲੱਗੇ, ਪਿੰਡਾਂ ਵਾਲੇ ਤਾਂ ਵੀ ਨਹੀਂ ਕੁਛ ਕਰਦੇ। ਸ਼ਹਿਰਾਂ ਵਾਲਿਆਂ ਕੋਲ ਤਾਂ ਚੱਲ ਘੰਟਾ 2 ਘੰਟੇ 3 ਘੰਟੇ ਫ੍ਰੀ ਹੈਗੇ ਆ, ਅਤੇ ਉਹਨਾਂ ਨੂੰ ਸੋਝੀ ਵੀ ਹੈਗੀ ਹੈ। ਕੋਈ ਤਾਂ ਸੈਰ ਕਰਦਾ, ਕੋਈ ਯੋਗਾ ਕਰਦਾ, ਕੋਈ ਕੁਛ ਕਰਦਾ। ਸ਼ਹਿਰਾਂ 'ਚ ਪਿੰਡਾਂ 'ਚ ਉਹ ਵੀ ਨਹੀਂ ਕਰਦੇ। ਤੁਸੀਂ ਪਿੰਡਾਂ ਦੇ ਲੋਕਾਂ ਦਾ ਹਾਲ ਦੇਖੋ ਕੀ ਹੈ। ਜਿੰਨਾ ਮੋਟਾਪਾ ਸਾਰਾ ਪਿੰਡਾਂ 'ਚ ਜ਼ਿਆਦਾ, BP ਪਿੰਡਾਂ 'ਚ ਜ਼ਿਆਦਾ, ਹਾਰਟ ਅਟੈਕ ਪਿੰਡਾਂ 'ਚ ਜ਼ਿਆਦਾ ਨੇ। ਤਾਂ ਪਿੰਡ ਅਤੇ ਸ਼ਹਿਰਾਂ ਦਾ ਕੋਈ ਫਰਕ ਹੀ ਨਹੀਂ ਰਿਹਾ ਬਿਮਾਰੀਆਂ ਦਾ। ਹੁਣ ਤਾਂ ਅਮੀਰ ਗਰੀਬ ਦਾ ਵੀ ਘੱਟ ਫਰਕ ਰਿਹਾ। ਗਰੀਬ ਵੀ ਉਹ ਬਚਿਆ ਹੋਇਆ ਜਿਹੜਾ ਸਖਤ ਮੁਸ਼ੱਕਤ ਕਰਦਾ। ਮੁਸ਼ੱਕਤ ਜਿਹੜੀ ਹੈ ਬਚਾਉਂਦੀ ਹੈ, ਇਸ ਕਰਕੇ ਮੁਸ਼ੱਕਤ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੂੰ ਇਹ ਬਿਮਾਰੀਆਂ ਘੱਟ ਹੋ ਰਹੀਆਂ ਨੇ। ਲੇਕਿਨ ਜਿਹੜੇ ਲੋਕ ਮੁਸ਼ੱਕਤ ਨਹੀਂ ਕਰਦੇ, ਚਾਹੇ ਉਹ ਗਰੀਬ ਨੇ, ਚਾਹੇ ਅਮੀਰ ਨੇ, ਚਾਹੇ ਮੱਧ ਵਰਗੀ ਦੇ, ਉਹ ਬਰਾਬਰ ਦੇ ਹੋ ਰਹੇ ਉਹਦੇ ਇਫੈਕਟ। ਅਤੇ ਉਹਦੇ 'ਚ ਜਿੰਨੀਆਂ ਬਿਮਾਰੀਆਂ ਆਪਾਂ ਕਾਊਂਟ ਕੀਤੀਆਂ ਨੇ, ਇਹ ਬਿਮਾਰੀਆਂ ਕਿਸੇ ਨੂੰ ਬਖਸ਼ ਨਹੀਂ ਰਹੀਆਂ। ਅਤੇ ਉਹਦੇ 'ਚ ਜੇ ਤੁਸੀਂ ਅੰਨੇ ਹੋ ਰਹੇ ਹੋ, ਜਾਂ ਤੁਹਾਡੇ ਗੁਰਦੇ ਖਰਾਬ ਹੋ ਰਹੇ ਆ, ਜਾਂ ਤੁਹਾਡੀਆਂ ਟੰਗਾਂ ਕੱਟੀਆਂ ਜਾ ਰਹੀਆਂ, ਤਾਂ ਬਰਾਬਰ ਦੇ ਸਾਰੇ ਭਾਗੀਦਾਰ ਨੇ। ਪਿੰਡਾਂ ਵਾਲੇ ਵੀ ਨੇ, ਪਿੰਡਾਂ ਵਾਲੇ ਆਪ ਵੀ ਭਾਗੀਦਾਰ ਨੇ। ਸੋ ਇਸ ਕਰਕੇ ਲੋੜ ਹੈ ਸੰਭਲਣ ਦੀ। ਅਤੇ ਅੱਜ ਮੈਂ ਸਮਝਦਾ ਕਿ ਇਸ ਦੋਸ਼ਣਬਾਜ਼ੀ 'ਚ ਜਾਂ ਇਸ ਗੱਲ 'ਚ ਨਹੀਂ ਪੈਣਾ ਚਾਹੀਦਾ ਕਿ ਕੌਣ ਕੀ ਕਸੂਰ ਕਿਹਦਾ ਜਾਂ ਕਿਹਦਾ ਨਹੀਂ ਹੈ। ਆਪਾਂ ਕਹੀਏ ਵੀ ਮੈਂ ਆਪਣੇ ਲੈਵਲ 'ਤੇ ਮੈਂ ਕੀ ਕਰ ਸਕਦਾ। ਆਪਾਂ ਆਪਣਾ ਸੋਚੀਏ ਵੀ ਜੇ ਮੈਂ ਆਪਣੇ ਲੈਵਲ 'ਤੇ ਖੇਤੀ ਦਾ ਮਾਡਲ ਬਦਲ ਸਕਦਾ ਤਾਂ ਮੈਨੂੰ ਬਦਲਣਾ ਚਾਹੀਦਾ। ਮੈਂ ਆਪਣੇ ਚਾਰ ਬੰਦੇ ਇਕੱਠੇ ਕਰਾਂ, ਆਪਣਾ ਪਿੰਡ ਇਕੱਠਾ ਕਰਾਂ, ਆਪਣਾ ਮਹੱਲਾ ਇਕੱਠਾ ਕਰਾਂ, ਦੋਸਤ ਮਿੱਤਰ ਇਕੱਠੇ ਕਰਾਂ, ਅਤੇ ਮੈਂ ਸੋਚਾਂ ਵੀ ਮੈਂ ਕੀ ਕਰ ਸਕਦਾ। ਨੋਟ ਕੀਤੀ ਹੈ, ਕਹਿੰਦੇ ਲੋੜ ਕਾਢ ਦੀ ਮਾਂ ਹੁੰਦੀ ਹੈ। ਮੈਂ ਇੱਕ ਬੰਦੇ ਤੋਂ ਬੜੀ ਵੱਡੀ ਸਿੱਖਿਆ ਲਈ ਹੈ ਵੀ ਕਿਸ ਤਰੀਕੇ ਨਾਲ ਜੇ ਕਿਸੇ ਨੇ ਕੋਈ ਚੀਜ਼ ਕਰਨੀ ਹੈ ਤਾਂ ਉਹ ਕਿੱਦਾਂ ਕਰ ਸਕਦਾ। ਇੱਕ ਬੰਦਾ ਸਰੀਆ ਕੱਟਣ ਵਾਲਾ ਸੀਗਾ, ਉਹ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਕੋਠੀਆਂ 'ਚ ਜਾਂਦਾ ਜਿੱਥੇ ਕੋਠੀਆਂ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਹੁੰਦੀ। ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤੁਸੀਂ ਸਰੀਆ ਕਟਵਾਉਣਾ ਜੀ, ਅਤੇ ਉਹ ਕਹਿੰਦੇ ਵੀ ਸਾਡਾ ਫਲਾਣੀ ਤਰੀਕ ਨੂੰ ਲੈਂਟਰ ਪੈਣਾ, ਤੂੰ ਆ ਜੀ। ਅਤੇ ਉਹ ਆਪਣੇ ਆਪ ਉਸ ਦਿਨ ਉਹਦਾ ਨੰਬਰ ਦੇ ਦਿੰਦਾ ਅਤੇ ਉਸ ਦਿਨ ਉਹਨੂੰ ਫੋਨ ਕਰਕੇ ਬੁਲਾ ਲੈਂਦੇ। ਅਤੇ ਕਿਸਾਨ ਵੀ ਤਾਂ ਐਵੇਂ ਕਰ ਹੀ ਸਕਦੇ ਨੇ ਨਾ। ਕਿਸਾਨ ਜਾ ਕੇ ਪਬਲਿਕ ਦੇ ਨਾਲ ਗੱਲ ਕਰਨ ਵੀ ਤੁਹਾਨੂੰ ਔਰਗੈਨਿਕ ਚੀਜ਼ ਚਾਹੀਦੀ ਹੈ ਜੀ, ਅਤੇ ਜੇ ਉਹ ਔਰਗੈਨਿਕ ਚੀਜ਼ ਜਿਹੜੀ ਹੈ ਉਹ ਜਿਨ੍ਹਾਂ ਦੇ ਜਿਹੜੇ ਚਾਹੇ ਚਾਹਵੰਦ ਹੋਣਗੇ, ਉਹ ਸਾਰੇ ਤੁਹਾਨੂੰ ਐਡਵਾਂਸ ਦੇ ਵਿੱਚ ਦੱਸ ਦੇਣਗੇ ਵੀ ਸਾਨੂੰ ਆਹ ਚੀਜ਼ ਜਿਹੜੀ ਹੈ ਸ਼ੁੱਧ ਚੀਜ਼ ਸਾਨੂੰ ਮਿਲ ਜਾਏਗੀ। ਉਹ ਕਹਿਣਗੇ ਜੀ ਠੀਕ ਹੈ, ਇੰਨੀ ਤਰੀਕ ਤੋਂ ਅਸੀਂ ਤੁਹਾਨੂੰ ਇਹ ਚੀਜ਼ ਦੇਣੀ ਸ਼ੁਰੂ ਕਰ ਸਕਦੇ। ਇੱਦਾਂ ਵੀ ਤਾਂ ਹੋ ਸਕਦਾ। ਬਿਲਕੁਲ ਸੰਭਵ ਹੈ। ਦੇਖੋ ਅਸੀਂ ਉਹਨੂੰ ਥੋੜ੍ਹੇ ਦਿਨ ਪਹਿਲਾਂ ਗਏ ਉਹਦੇ ਕੋਲ, ਗੁਰਮੀਤ ਕੋਲ, ਕਿਸਾਨ ਕੋਲ। ਅਸੀਂ ਉਹਨੂੰ ਕਿਹਾ ਵੀ ਦੱਸ ਤੂੰ ਸਬਜ਼ੀਆਂ ਕਿੰਨੀਆਂ ਤੁਹਾਡੇ ਕੋਲ, ਸਾਡੇ ਕੋਲ ਇੰਨੀਆਂ। ਤੁਹਾਨੂੰ ਕਹਿੰਦਾ ਸਾਨੂੰ ਪਹੁੰਚਾ ਜਾ ਕਰ, ਇੱਥੇ ਲਿਫਾਫਾ, ਪੈਸੇ ਲੈ ਜਾ ਕਰ। ਮੈਂ ਖੁਦ ਲੈਣ ਨੂੰ ਤਿਆਰ ਹੈ ਜੀ। ਹਾਂ, ਅਤੇ ਉਹ 2 ਵਾਰੀ ਦੇ ਗਿਆ। ਇੱਕ ਵਾਰੀ 7 ਪੈਕਟ ਦੇ ਗਿਆ, ਕੱਲ੍ਹ 10 ਪੈਕਟ ਦੇ ਗਿਆ। ਹੁਣ ਅਗਲੀ ਵਾਰੀ ਹੋਰ ਜ਼ਿਆਦਾ, ਜਿਵੇਂ ਸਬਜ਼ੀ ਉਤਰ ਰਹੀ ਹੈ ਉਹ ਵਧੀ ਜਾਣੇ। ਉਹ ਕੁਛ ਨਹੀਂ, ਉਹਨੇ ਲਈ ਕੀ ਸੌਖਾ ਹੈ, ਲਿਆ ਕੇ ਸਾਡੇ ਕੋਲ ਛੱਡ ਜਾਓ, ਅਸੀਂ ਆਪੇ ਅੱਗੇ ਕਰ ਦਾਂਗੇ। ਤਾਂ ਇਹ ਕੁਛ ਵੀ ਨਹੀਂ ਸੌਖਾ, ਕਿਉਂਕਿ ਦੋਨੋਂ ਧਿਰਾਂ ਜਿਹੜੀਆਂ ਨੇ ਉਹ ਵਿਲਿੰਗ ਨੇ। ਕੰਜ਼ਿਊਮਰ ਕਹਿੰਦਾ ਵੀ ਮੈਨੂੰ ਚੰਗੀ ਚੀਜ਼ ਮਿਲ ਜੇ, ਪੈਸੇ 2-4 ਪੈਸੇ ਦੀ ਕੋਈ ਗੱਲ ਨਹੀਂ। ਕਿਸਾਨ ਕਹਿੰਦਾ ਵੀ ਮੈਂ ਪੈਦਾ ਕਰਾਂ ਤਾਂ ਮੇਰੀ ਵਿਕ ਜਾਵੇ। ਦੋਨਾਂ ਦਾ ਹਿੱਤ ਆਪਸ 'ਚ ਮਿਲਦਾ। ਅਤੇ ਸਿੱਧੇ ਕਿਸਾਨ ਅਤੇ ਕੰਜ਼ਿਊਮਰ ਨੂੰ ਟਕਰਾ ਦਿਓ। ਜਿੱਥੇ ਕਿਤੇ ਸੰਭਵ ਨਹੀਂ ਹੈ, ਵਿੱਚ ਵਿਚਾਲੇ ਕੋਈ ਰੇਹੜੀ ਵਾਲਾ ਪਾ ਲਓ, ਕੋਈ ਮਾੜਾ ਮੋਟਾ ਫੜੀ ਵਾਲਾ ਪਾ ਲਓ, ਕੋਈ ਨੌਜਵਾਨ ਇੰਪਲੋਏ ਕਰ ਲਓ ਜਿਹੜਾ ਤੁਹਾਨੂੰ ਲਿਆ ਕੇ। ਤਾਂ ਕੁਛ ਕੀ ਔਖਾ ਕੰਮ ਹੈ? ਕੁਛ ਵੀ ਔਖਾ ਕੰਮ ਨਹੀਂ ਹੈ। ਥੋੜ੍ਹਾ ਜਿਹਾ ਇਨੀਸ਼ੀਏਟਿਵ ਚਾਹੀਦਾ ਬਸ। ਇਹ 'ਚ ਸਰਕਾਰ ਦੀ ਕੀ ਲੋੜ ਹੈ? ਸਰਕਾਰ ਦੀ ਤਾਂ ਕੋਈ ਲੋੜ ਹੀ ਨਹੀਂ ਹੈ। ਤਾਂ ਬਹੁਤ ਸਾਰੇ ਆਪ ਵੀ ਤਾਂ ਜਾ ਕੇ ਇਨੀਸ਼ੀਏਟਿਵ ਲੈ ਸਕਦੇ ਨੇ, ਫੀਲਡ ਦੇ ਵਿੱਚ ਜਾ ਕੇ ਗੱਲ ਕਰਨ। ਅਤੇ ਉਹ ਤੁਹਾਨੂੰ ਚਾਹੀਦਾ ਤਾਂ ਤੁਸੀਂ ਮਿਲ ਜਾਓ, ਉੱਥੇ ਇੱਕ ਸੈਮੀਨਾਰ ਰੱਖ ਲੈਣ ਵੀ ਸਾਡੇ ਖੇਤ ਨੂੰ ਦੇਖੋ ਆ ਕੇ ਚੀਜ਼। ਠੀਕ ਹੈ ਗੱਲ ਤੁਹਾਡੀ। ਕਿਸਾਨ ਥੋੜ੍ਹੇ ਜਿਹੇ ਇਸ ਮਾਮਲੇ 'ਚ ਮਾਰਕੀਟਿੰਗ ਦੇ ਮਾਮਲੇ ਥੋੜ੍ਹੇ ਘਬਰਾਉਂਦੇ ਆ। ਬਹੁਤ ਸਾਰੇ ਕਿਸਾਨ ਮੈਂ ਦੇਖਿਆ ਤੱਕੜੀ ਫੜਨ ਲੱਗੇ ਵੀ ਸ਼ਰਮਾਉਂਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਉਹਨਾਂ ਨੇ ਇੱਕ ਕਲਚਰ ਬਣਾ ਲਿਆ ਹੋਇਆ ਵੀ ਤੱਕੜੀ ਫੜਨੀ ਦਾ ਐਵੇਂ ਮਤਲਬ ਬਾਣੀਆਂ ਜਿਹਦਾ ਕੰਮ ਹੁੰਦਾ, ਸਾਡਾ ਕੰਮ ਨਹੀਂ ਹੈ। ਤਾਂ ਤੱਕੜੀ ਨੂੰ ਹੱਥ ਲਾਉਣ ਲੱਗੇ ਵੀ ਜਰਕਦੇ ਆ। ਤਾਂ ਉਹ ਹੌਲੀ ਹੌਲੀ ਨਵੀਂ ਗੱਲ ਸਿੱਖਣੀ ਚਾਹੀਦੀ ਆ ਕਿ ਜੇ ਤੁਸੀਂ ਸੁਖੀ ਜੀਵਨ ਜਿਉਣਾ ਅਤੇ ਆਪਣੀ ਖੇਤੀ ਨੂੰ ਪੁੰਨ ਵਾਲੀ ਖੇਤੀ ਕਰਨਾ। ਦੇਖੋ ਬਾਬੇ ਨਾਨਕ ਦੀ ਖੇਤੀ ਹੈ ਇਹ ਅਸਲ ਖੇਤੀ ਉਹ ਹੈ ਜਿਹੜੀ ਬਾਬੇ ਨਾਨਕ ਨੇ ਕੀਤੀ ਸੀ। ਅਤੇ ਅੱਜ ਜਿਹੜੀ ਅਸੀਂ ਪਾਪ ਦੀ ਖੇਤੀ ਕਰ ਰਹੇ ਹਾਂ, ਅਸੀਂ ਕਹਿੰਦੇ ਤਾਂ ਸਰਬੱਤ ਦਾ ਭਲਾ ਰੋਜ਼ ਮੰਗਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਸਰਬੱਤ ਮੋਢੇ 'ਤੇ ਢੋਲੀ ਪਾ ਕੇ ਜਾ ਕੇ ਹਜ਼ਾਰਾਂ ਲੱਖਾਂ ਕੀਟ ਪਤੰਗੇ ਮਾਰਦੇ ਆ। ਔਰ ਕੀਟ ਪਤੰਗੇ ਨਹੀਂ ਮਾਰਦੇ, ਉਹਦੇ ਨਾਲ ਉਹ ਪੰਛੀ ਵੀ ਮਰਦੇ ਆ ਜਿਹੜੇ ਕੀਟ ਪਤੰਗੇ ਖਾਂਦੇ ਆ।
ਉਹ ਮਰੇ ਜਦੋਂ ਉਹਨਾਂ 'ਤੇ ਉਹ ਛਿੜਕਦੇ ਅਸੀਂ ਕੀਟ ਪਤੰਗੇ ਬੇਹੋਸ਼ ਜਿਹੇ ਹੋ ਕੇ ਥੱਲੇ ਗਿਰਦੇ ਆ ਸੁਸਤ ਹੋ ਕੇ, ਤਾਂ ਉਹ ਪੰਛੀ ਉਹਨੂੰ ਜ਼ਿਆਦਾ ਖਾਂਦੇ ਆ, ਕਿਉਂਕਿ ਨਹੀਂ ਤਾਂ ਪੰਛੀਆਂ ਨੂੰ ਭੱਜ ਕੇ ਲੱਭਣੇ ਪੈਂਦੇ ਆ। ਉਹ ਉਹਦੇ ਮੋਏ ਜਿਹੇ ਪਏ ਹੁੰਦੇ ਆ, ਪੰਛੀ ਆ ਕੇ ਧੜਾ ਖਾ ਜਾਂਦੇ ਨੂੰ। ਅਤੇ ਹੌਲੀ ਹੌਲੀ ਗੱਲ ਨੈਟ ਰਿਜ਼ਲਟ ਕੀ ਹੋਇਆ, ਪੰਛੀ ਪਹਿਲਾਂ ਮਰੇ, ਕੀਟ ਪਤੰਗੇ ਤਾਂ ਘੱਟ ਮਰੇ, ਕਿਉਂਕਿ ਇੱਕ ਲਾਅ ਹੈ, ਨਿਯਮ ਹੈ ਕੁਦਰਤ ਦਾ ਕਿ ਜਿੰਨਾ ਜੀਵ ਧਰਤੀ 'ਤੇ ਪੁਰਾਣਾ ਹੈ ਉਹਦੇ ਅੰਦਰ ਕੁਦਰਤ ਨੇ ਸ਼ਕਤੀ ਜ਼ਿਆਦਾ ਦਿੱਤੀ ਹੈ। ਕੀਟ ਪਤੰਗਿਆਂ ਦੀ ਸ਼ਕਤੀ ਜਿਹੜੀ ਹੈ ਉਹਨਾਂ ਪੈਸਟੀਸਾਈਡ ਨੂੰ ਝੱਲਣ ਦੀ ਵੱਧ ਹੈ ਪੰਛੀਆਂ ਦੇ ਮੁਕਾਬਲੇ 'ਚ, ਅਤੇ ਪੰਛੀਆਂ ਤੋਂ ਵੀ ਜ਼ਿਆਦਾ ਘੱਟ ਸਾਡੀ ਸ਼ਕਤੀ, ਕਿਉਂਕਿ ਅਸੀਂ ਟੌਪ 'ਤੇ ਹਾਂ। ਸਭ ਤੋਂ ਪਹਿਲਾਂ ਬੰਦਾ ਮਰਦਾ, ਤਾਂ ਹੀ ਬਿਮਾਰੀਆਂ ਤੇ ਬਿਮਾਰੀਆਂ ਹੋ ਰਹੀਆਂ ਸਾਨੂੰ। ਅਤੇ ਸਾਡੇ ਜਿਹੜੇ ਸਾਰੇ ਸਾਡੀਆਂ ਕੁੜੀਆਂ ਦਾ ਜਵਾਕ ਨਹੀਂ ਪੈਦਾ ਕਰਨ ਦੇ ਕਾਬਲ ਰਹੀਆਂ। ਜਿੰਨੀਆਂ ਸਾਡੀਆਂ ਲੇਡੀਜ਼ ਨੇ ਇਸ ਵੇਲੇ, ਉਹਨਾਂ ਦਾ ਉਹ ਬੁਰਾ ਹਾਲ ਹੈ ਇਸ ਵੇਲੇ, ਔਰ ਬੰਦਿਆਂ ਦਾ ਜਿਹੜੇ ਸਪਰਮ ਕਾਊਂਟ ਦਾ ਹਾਲ ਹੈ। ਤਾਂ ਉਹ ਕਿਉਂਕਿ ਬੰਦਾ ਸਭ ਤੋਂ ਲੇਟ ਆਇਆ ਇਸ ਧਰਤੀ 'ਤੇ। ਜਿੰਨਾ ਲੇਟ ਕੋਈ ਜੀਵ ਆਇਆ ਉਹ ਜ਼ਿਆਦਾ ਉਨਾ ਜ਼ਿਆਦਾ ਸੋਲ ਹੈ। ਅਤੇ ਜਿਹੜੇ ਸੂਖਸ਼ਮ ਜੀਵ ਨੇ ਉਹ ਸਭ ਤੋਂ ਢੀਠ ਨੇ, ਫਿਰ ਕੀਟ ਪਤੰਗੇ ਨੇ, ਫਿਰ ਪੰਛੀ ਨੇ, ਤਾਂ ਉਹ ਮਰਦੇ ਸਾਰੇ ਨੇ ਸਾਰੇ। ਤੁਹਾਡੇ ਕੋਲ ਵੀ ਤਜਰਬਾ ਹੈ, ਤੁਹਾਡੇ ਕੋਲ ਰੋਜ਼ ਪੇਸ਼ੈਂਟ ਆ ਰਹੇ ਨੇ, ਮੇਰੇ ਹਿਸਾਬ ਨਾਲ 60-70 ਪੇਸ਼ੈਂਟ ਡੇਲੀ ਦਾ ਤੁਸੀਂ ਦੇਖ ਰਹੇ ਹੋ। ਕਿੱਦਾਂ ਦਾ ਹੈਗਾ ਕਿ ਕਿੰਨੇ ਕੁ ਪੇਸ਼ੈਂਟ ਤੁਹਾਨੂੰ ਐਵਰੇਜ ਜਿਹੜੇ ਨੇ ਡੇਲੀ ਮਿਲ ਰਹੇ ਨੇ ਜਿਨ੍ਹਾਂ ਨੂੰ ਇਰੈਕਟਾਈਲ ਡਿਸਫੰਕਸ਼ਨ ਅਤੇ ਬਾਂਝਪਨ ਦੀ ਸ਼ਿਕਾਇਤ ਆ ਰਹੀ? ਬਹੁਤ ਜ਼ਿਆਦਾ ਦੱਸਦੇ ਨਹੀਂ, ਸ਼ਰਮਾਉਂਦੇ। ਪੁੱਛ ਲਓ ਤਾਂ ਹਾਂਜੀ ਬਹੁਤ ਜ਼ਿਆਦਾ ਹੈ। ਮਤਲਬ ਰੋਜ਼ ਪੁੱਛ ਲੈਣਾ ਵੀ ਕਿਵੇਂ ਸਿੱਖਦਾ, ਕਿੱਦਾਂ, ਕੁਛ ਨਹੀਂ ਜੀ, ਬਿਲਕੁਲ ਹੀ ਖਤਮ ਹੈ। ਤੋ 40 ਤੋਂ ਉੱਪਰ ਤਾਂ ਬਹੁਤ ਜ਼ਿਆਦਾ ਹੋ ਗਈ ਹੈ। ਇਹ ਕਿੱਥੇ ਜਾ ਕੇ ਜਿਹੜੀ 70 ਸਾਲ 'ਤੇ ਹੁੰਦੀ ਸੀਗੀ। ਪਰਸੈਂਟੇਜ ਕਹਿਣਾ ਬੜਾ ਔਖਾ, ਕਿਉਂਕਿ ਸਾਡੇ ਕੋਲ ਤਾਂ ਮਰੀਜ਼ ਆਉਂਦੇ ਨੇ ਨਾ। ਪਰਸੈਂਟੇਜ ਉਦੋਂ ਕੱਢੀ ਜਾ ਸਕਦੀ ਜਦੋਂ ਕੋਈ ਸਰਵੇ ਹੋਵੇ। ਮਰੀਜ਼ਾਂ ਦੇ ਅੰਦਰ ਬਹੁਤ ਜ਼ਿਆਦਾ, ਮਰੀਜ਼ਾਂ ਦੇ ਅੰਦਰ ਸ਼ੂਗਰ ਦੇ ਮਰੀਜ਼ ਲਗਭਗ ਸਾਰੇ ਜਿਹੜੇ ਨੇ ਇਰੈਕਟਾਈਲ ਡਿਸਫੰਕਸ਼ਨ ਦੇ ਸ਼ਿਕਾਰ ਨੇ। ਸਿਮਿਲਰਲੀ ਹਾਰਟ ਵਾਲੇ, ਹੋਰ ਦਵਾਈਆਂ ਖਾਣ ਵਾਲੇ, ਸਾਰਿਆਂ ਦਾ ਬਹੁਤ ਬੁਰਾ ਹਾਲ ਹੈ। ਔਰ ਲੋਕਾਂ ਦੇ ਜਿਹੜੇ ਨੇ ਰਿਲੇਸ਼ਨਸ਼ਿਪ ਜਿਹੜੇ ਨੇ ਇੰਨੇ ਕੁ ਵਿਗੜੇ ਹੋਏ ਆ। ਅਤੇ ਯੰਗ ਹੁਣੇ ਮੇਰੇ ਕੋਲ ਯੰਗ ਕੱਪਲ ਆ ਕੇ ਗਿਆ, ਸਾਰਾ ਹੀ ਉਹ 40 ਦਾ ਹੋਣਾ, ਲੇਕਿਨ ਉਹ ਬੰਦਾ ਬਿਲਕੁਲ ਡੈਡ ਹੈ। ਹਾਂ, ਤਾਂ ਇਸ ਕਰਕੇ ਇਹ ਜਿਹੜਾ ਵਰਤਾਰਾ ਵਾਪਰ ਰਿਹਾ ਇਹ ਬੜਾ ਖਤਰਨਾਕ ਵਰਤਾਰਾ। ਬਹੁਤ ਅਜੇ ਕੁਦਰਤ ਤੁਹਾਨੂੰ ਵਾਰ-ਵਾਰ ਵਾਰਨ ਕਰ ਰਹੀ ਹੈ, ਕੁਦਰਤ ਨੂੰ ਸਮਾਂ ਦੇ ਰਹੀ ਹੈ। ਜੇ ਅਸੀਂ ਸੰਭਲ ਗਏ ਤਾਂ ਠੀਕ ਹੈ, ਨਹੀਂ ਤਾਂ ਫਿਰ ਗੱਲ ਜਿਹੜੀ ਹੈ ਨੋ ਰਿਟਰਨ 'ਤੇ ਪਹੁੰਚਣ ਕਰਾਂਗੇ ਹੋਊਗੀ, ਜਾਂ ਜੇ ਇੱਥੋਂ ਮੁੜਨਾ ਬਹੁਤ ਔਖਾ ਹੋਏਗਾ। ਅੱਜ ਮੈਂ ਸਮਝਦਾ ਕਿ 3 ਤੋਂ 5 ਸਾਲ ਚਾਹੀਦਾ ਸਿਰਫ। ਜੇ ਜਿੱਥੇ ਤੁਸੀਂ ਸੰਭਲੀ ਜਾਓਗੇ, ਕੁਦਰਤ ਨੇ 3 ਤੋਂ 5 ਸਾਲਾਂ ਦੇ ਵਿੱਚ ਤੁਹਾਨੂੰ ਫਿਰ ਮਾਲਾਮਾਲ ਕਰ ਦੇਣਾ। ਇਸ ਕਰਕੇ ਸੰਭਲਣ ਦਾ ਬਹੁਤ ਐਪਰੋਪਰੀਏਟ ਟਾਈਮ ਹੈ, ਸੰਭਲਣਾ ਚਾਹੀਦਾ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ 2 ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਇਸ ਕਲੀਅਰ ਕੱਟ ਫੈਸਲਾ ਲਿੱਤਾ। ਔਰ ਬਾਕੀ ਹਾਂ ਬਿਲਕੁਲ ਬਹੁਤ ਸਵਾਗਤਯੋਗ ਹੈ। ਔਰ ਬਾਕੀ ਜਥੇਬੰਦੀਆਂ ਵੀ, ਮੈਂ ਇਹ ਨਹੀਂ ਹੈ ਕੋਈ ਨੈਗੇਟਿਵ ਨੇ ਇਸ ਗੱਲ ਪ੍ਰਤੀ, ਉਹ ਵੀ ਸਾਡੀ ਤਾਂ ਗੱਲ ਸਾਰਿਆਂ ਨਾਲ ਹੁੰਦੀ ਰਹਿੰਦੀ ਨਾ, ਤਾਂ ਉਹ ਵੀ ਇਸ ਗੱਲ ਪ੍ਰਤੀ ਚੇਤਨ ਨੇ, ਪਰ ਉਹ ਫੈਸਲਾ ਨਹੀਂ ਲੈ ਸਕੇ। ਖੁੱਲ੍ਹ ਕੇ ਫੈਸਲਾ ਨਹੀਂ ਲੈਂਦੇ, ਬੋਲਦੇ ਨਹੀਂ ਹੈ ਕਿ ਵੀ ਅਸੀਂ ਕੁਛ ਕਰਾਂਗੇ। 2 ਜਥੇਬੰਦੀਆਂ ਨੇ ਖੁੱਲ੍ਹ ਕੇ ਸਟੈਂਡ ਲਿੱਤਾ। ਸਾਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਇਸ ਗੱਲ ਨੂੰ ਜੀ ਆਇਆਂ ਕਰਨਾ ਚਾਹੀਦਾ। ਔਰ ਖਾਸ ਕਰਕੇ ਰਜਿੰਦਰਦੀਪ ਸਿੰਘ ਵਾਲੇ ਦਾ ਜਿਹੜਾ ਉਹਦਾ ਅਸੀਂ ਸਵਾਗਤ ਕਰਦੇ ਹਾਂ ਕਿ ਉਹਨੇ ਬਹੁਤ ਹੀ ਬੋਲਡ ਢੰਗ ਦੇ ਨਾਲ, ਬੜਾ ਸੁਲਝਿਆ ਹੋਇਆ ਉਹ ਲੀਡਰ ਹੈ, ਉਹਨੇ ਬੜੇ ਬੋਲਡ ਢੰਗ ਦੇ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਬਾਅਦ 'ਚ ਵੀਡੀਓ ਦੇ 'ਤੇ ਇੰਟਰਵਿਊ ਦਿੱਤੀਆਂ ਨੇ ਪੱਤਰਕਾਰਾਂ ਨੂੰ। ਅਤੇ ਉਹਨੇ ਓਪਨਲੀ ਕਿਹਾ ਕਿ ਅਸੀਂ ਜਿਹੜੇ ਇਸ ਗੱਲ ਲਈ ਸਟੈਂਡ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਖੇਤੀ ਦਾ ਮਾਡਲ ਬਦਲਣਾ ਚਾਹੀਦਾ, ਕਿ ਜੀਰੀ ਲਾਉਣੀ ਬੰਦ ਕਰਕੇ ਤੁਸੀਂ ਫਲਾਂ 'ਤੇ, ਸਬਜ਼ੀਆਂ 'ਤੇ, ਜਾਂ ਹੋਰ ਜਿਹੜੀਆਂ ਜੋ ਫਸਲਾਂ ਅਸੀਂ ਖਾਣੀਆਂ ਪੀਣੀਆਂ ਨੇ, ਉਹ ਕਿੰਨੀ ਕਿਸਮ ਦੀ 50, 60, 70, 100 ਕਿਸਮ ਦੀ ਫਸਲ ਹੈ ਜਿਹੜੀ ਸਾਡੇ ਖੇਤਾਂ 'ਚ ਹੋਣੀ ਚਾਹੀਦੀ ਹੈ। ਔਰ ਸਾਡੀ ਧਰਤੀ ਇੰਨੀ ਕੁ ਜ਼ਿਆਦਾ ਅਮੀਰ ਹੈ ਕਿ ਮੈਂ ਕਹਿੰਦਾ ਪੰਜਾਬ 'ਚ ਕਿਹੜੀ ਚੀਜ਼ ਜਿਹੜੀ ਨਹੀਂ ਹੋ ਸਕਦੀ, ਕੋਈ ਨਾਂ ਲੈ ਦਿਓ। ਚੀਜ਼ ਬਦਲ ਹੋਰ ਵੀ ਹੋ ਸਕਦਾ। ਮੈਡੀਸਨਲ ਪਲਾਂਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਪ੍ਰੋਫਿਟ ਵਾਲੇ ਹੁੰਦੇ ਨੇ, ਅਤੇ ਮੈਡੀਸਨਲ ਪਲਾਂਟਸ ਦੇ ਜਿਹੜੇ ਵਿੱਚ ਪਾਣੀ ਵੀ ਕੁਛ ਨਹੀਂ ਲੱਗਦਾ, ਅਤੇ ਉਹ ਜਿਹੜੀ ਆ ਉਹਦੀ ਵੀ ਜੇਕਰ ਉਹਦੀ ਵੀ ਖੇਤੀ ਕਰਵਾਈ ਜਾਵੇ ਤਾਂ ਉਹ ਤਾਂ ਵਰਲਡ ਵਾਈਡ ਜਿਹੜੇ ਉਹ ਐਕਸਪੋਰਟ ਹੋ ਸਕਦਾ। ਬਹੁਤ ਸਹੀ ਕਿਹਾ ਤੁਸੀਂ, ਬਹੁਤ ਵਧੀਆ ਪੁਆਇੰਟ ਕੈਚ ਕੀਤਾ। ਪੂਰੀ ਦੁਨੀਆ ਦੇ ਅੰਦਰ ਜਿਹੜੇ ਮੈਡੀਸਨਲ ਪਲਾਂਟਸ ਦਾ ਇਸ ਵੇਲੇ ਬੋਲਬਾਲਾ ਚੱਲ ਰਿਹਾ, ਔਰ ਜਿੰਨਾ ਮਾਡਰਨ ਮੈਡੀਕਲ ਸਿਸਟਮ ਹੈ, ਕੈਮੀਕਲ ਦਵਾਈਆਂ ਵਾਲਾ ਡਿਕਲਾਈਨ ਕਰ ਰਿਹਾ ਲਗਾਤਾਰ, ਔਰ ਆਯੁਰਵੈਦਿਕ ਜਿਹੜੀ ਹਰਬਲ ਦਵਾਈਆਂ ਦਾ ਅੱਪ ਜਾ ਰਿਹਾ। ਔਰ ਆਉਣ ਵਾਲੇ 20 ਸਾਲਾਂ 'ਚ ਤੁਸੀਂ ਪਾਓਗੇ ਕਿ ਇਹ ਜਿਹੜਾ ਹਰਬਲ ਵਾਲਾ ਸਿਸਟਮ ਹੈ ਇਹ ਹੁਣ ਵਾਲਾ ਇਹ ਉੱਪਰ ਜਾਏਗਾ। ਇਹ ਜਿਹੜਾ ਹੁਣ ਦਾ ਸੋ ਕਾਲਡ ਮਾਡਰਨ ਮੈਡੀਕਲ ਸਿਸਟਮ ਕੈਮੀਕਲ ਵਾਲਾ ਥੱਲੇ ਰਹਿ ਜਾਏਗਾ। ਸਿਰਫ 2 ਦਹਾਕੇ ਲੱਗਣੇ, ਜ਼ਿਆਦਾ ਨਹੀਂ ਲੱਗਣੇ। ਸੋ 2 ਦਹਾਕੇ ਜਿਹੜੀ ਹਰਬਸ ਦੀ ਡਿਮਾਂਡ ਹੈ ਇੰਨੀ ਜ਼ਿਆਦਾ ਵਧਣੀ ਹੈ, ਔਰ ਵਧ ਰਹੀ ਲਗਾਤਾਰ। ਅਤੇ ਇਸ ਕਰਕੇ ਕਿਸਾਨਾਂ ਨੂੰ ਜਿਹੜਾ ਹਰਬਲ ਪਲਾਂਟਸ ਬਿਲਕੁਲ ਜਿਹੜੀਆਂ ਦੁਆ ਪੌਦੇ ਨੇ, ਦੁਆ ਪੌਦਿਆਂ ਦੀ ਕੋਈ ਗਿਣਤੀ ਨਹੀਂ ਹੈ। ਵਿਕਣਗੇ, ਬਿਲਕੁਲ ਉਹ ਵੀ ਵਿਕਣਗੇ। ਫਿਰ ਤੁਹਾਡੇ ਫਲ ਤੁਸੀਂ ਦੇਖੋ, ਸਾਰਾ ਫਲ ਬਾਹਰੋਂ ਆ ਰਿਹਾ।
ਫਲ ਕੰਜ਼ਿਊਮ ਅਸੀਂ ਕਰ ਰਹੇ ਹਾਂ। ਜਿੰਨੀਆਂ ਰੇਹੜੀਆਂ ਪੰਜਾਬ 'ਚ ਤੁਹਾਨੂੰ ਮਿਲਣਗੀਆਂ ਫਲਾਂ ਦੀਆਂ, ਤੁਸੀਂ ਕਿਤੇ ਚਲੇ ਜਾਓ, ਮਤਲਬ ਨਹੀਂ ਇੰਨੀ ਰੇਹੜੀ ਮਿਲ ਜਾਵੇ। ਹਰ ਗਲੀ ਦੇ ਮੋੜ 'ਤੇ ਫਲਾਂ ਦਾ, ਇਹਦਾ ਮਤਲਬ ਖਾਣੇ ਨਾ ਅਸੀਂ ਤਾਂ ਹੀ ਖੜੀਆਂ ਨੇ। ਸੇਮ ਸਬਜ਼ੀਆਂ ਦੀ ਗੱਲ ਹੈ, ਉਸ ਤੋਂ ਬਾਅਦ ਦਾਲਾਂ ਦੀ ਗੱਲ ਹੈ, ਉਸ ਤੋਂ ਬਾਅਦ ਤੇਲ ਬੀਜਾਂ ਦੀ ਗੱਲ ਹੈ, ਉਸ ਤੋਂ ਬਾਅਦ ਨਟਸ ਦੀ ਗੱਲ ਹੈ, ਫਲ ਨੇ। ਤਾਂ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਅਸੀਂ ਕੀ ਪੈਦਾ ਕੀ ਕਰ ਰਹੇ ਹਾਂ? ਕਣਕ ਤੇ ਚੌਲ। ਉਹਨੂੰ ਵੀ ਸਾਨੂੰ ਕਹਿਣਾ ਪੈ ਰਿਹਾ ਵੀ ਨਾ ਖਾਓ। ਬਾਕੀ ਦੀ ਚੀਜ਼ਾਂ ਬਾਹਰੋਂ ਮੰਗਾ ਰਹੇ ਹਾਂ ਅਸੀਂ। ਸਾਰੀਆਂ ਬਾਹਰੋਂ ਆ ਰਹੀਆਂ ਨੇ। ਤੁਸੀਂ ਦੇਖੋ ਸਾਨੂੰ ਕੌਣ ਸਿਆਣਾ ਕਹੂਗਾ? ਮਤਲਬ ਜਿਹੜੀ ਚੀਜ਼ ਬਾਹਰੋਂ ਆ ਰਹੀ ਹੈ, ਆਫਟਰ ਆਲ ਤੁਸੀਂ ਉਹਨੂੰ ਆਪਣੀ ਇਕਨੋਮੀ ਨੂੰ ਡਰੇਨ ਕਰ ਰਹੇ ਹੋ ਨਾ। ਜਿਹੜੀ ਤੁਸੀਂ ਆਪ ਪੈਦਾ ਕਰ ਰਹੇ ਹੋ ਉੱਥੋਂ ਉਸ ਇਕਨੋਮੀ ਤੁਹਾਨੂੰ ਪੈਸੇ ਦੇ ਰਹੀ ਹੈ, ਜਿਹੜੀ ਤੁਸੀਂ ਬਾਹਰੋਂ ਮੰਗਾ ਰਹੇ ਹੋ ਪੈਸੇ ਲੈ ਰਹੀ ਹੈ। ਤਾਂ ਇਸ ਕਰਕੇ ਜਿਹੜਾ ਖੇਤੀ ਪ੍ਰਧਾਨ ਕੋਈ ਸੂਬਾ ਹੁੰਦਾ ਜਾਂ ਖੇਤੀ ਪ੍ਰਧਾਨ ਖਿੱਤਾ ਹੁੰਦਾ, ਉਹ ਜਿੰਨੀਆਂ ਵੱਧ ਤੋਂ ਵੱਧ ਚੀਜ਼ਾਂ ਪੈਦਾ ਕਰੇਗਾ। ਐਵੋਕਾਡੋ ਮੈਂ ਹੁਣ ਤੱਕ ਸਮਝਦਾ ਸੀ ਅਮਰੀਕਾ ਦਾ ਫਰੂਟ ਹੈ। ਇੱਥੇ ਕੱਲ੍ਹ ਕੋਈ ਮੈਂ ਵੀਡੀਓ ਦੇਖੀ, ਉਹ ਕਿਸਾਨ ਨੇ ਫਸਟ ਕਲਾਸ ਐਵੋਕਾਡੋ ਦਾ ਬਾਗ ਲਾਇਆ ਹੋਇਆ। ਉਹ ਕਹਿੰਦਾ ਜੀ ਮੈਂ ਲਿਆਇਆ ਸੀਗਾ ਕਿਤੋਂ ਚੋਰੀ ਚਾਰੀ ਜੇ ਕਰਕੇ ਐਵੋਕਾਡੋ ਦੇ ਬੀਜ ਮੈਂ ਲਾਏ, ਅਤੇ ਉਹਨੇ ਮੈਂ 5-7 ਸਾਲਾਂ 'ਚ ਉਹਨੂੰ ਕਾਮਯਾਬ ਕਰਕੇ ਦਿਖਾ ਦਿੱਤਾ। ਅਤੇ ਉਹ ਕਹਿੰਦਾ ਇਹ ਤਾਂ 4-4 5-5 ਲੱਖ ਇੱਕ ਕਿੱਲਾ ਦੇ ਸਕਦਾ, ਇੰਨਾ ਮਹਿੰਗਾ ਫਰੂਟ ਆ ਉਹ। ਤਾਂ ਇਸ ਕਰਕੇ ਖੇਤੀ ਤਾਂ ਕੁਦਰਤ ਜਿਹੜੀ ਹੈ ਮਾਂ ਐਡੀ ਦਿਆਲੂ ਹੈ ਕਿ ਤੁਸੀਂ ਇਹ ਨਿਯਮਾਂ ਦੇ ਹਿਸਾਬ ਨਾਲ ਚੱਲੋ। ਇਹਨੂੰ ਜਿਹਨੂੰ ਕਹਿੰਦੇ ਇਹਦੇ ਵੱਲ ਮੂੰਹ ਕਰੋ ਤਾਂ ਤੁਹਾਨੂੰ ਨਿਹਾਲ ਕਰ ਦਿੰਦੀ ਹੈ। ਮਤਲਬ ਇਹੋ ਜਿਹੇ ਰੁੱਖ ਨੇ। ਬਿਹਾਰ ਦੇ ਵਿੱਚ ਇੱਕ ਰੁੱਖ ਹੈ, ਇੱਕ ਅੰਬ ਦਾ ਰੁੱਖ ਹੈ ਜਿਹਨੂੰ ਪਤਾ ਨਹੀਂ ਕਿੰਨੇ ਲੱਖ ਅੰਬ ਲੱਗਦੇ ਆ। ਉਹਦੇ ਰਿਕਾਰਡ 'ਚ ਜਿਹੜਾ ਤਾਂ ਇੱਕ ਰੁੱਖ ਤੁਹਾਨੂੰ ਲੱਖਾਂ ਅੰਬ ਦਿੰਦਾ। ਦੇਖੋ ਕੁਦਰਤ ਕਿੱਡੀ ਦਿਆਲੂ ਹੁੰਦੀ ਹੈ। ਅਸੀਂ ਐਡੇ ਨਾ ਸ਼ੁਕਰੇ ਹਾਂ ਕਿ ਅਸੀਂ ਉਹਨੂੰ ਸਾਰਾ ਤਬਾਹੀ ਕਰਤਾ ਕੁਦਰਤ ਨੂੰ। ਉਹਦੇ ਖੇਤੇ 'ਚ ਦਰਖਤ ਹੀ ਨਹੀਂ ਦਿਖਦੇ, ਫਲਾਂ ਦੇ ਦਰਖਤਾਂ ਦੂਰ ਦੀ ਗੱਲ, ਦਰਖਤ ਹੀ ਨਹੀਂ ਦਿਖਦੇ। ਜਿਹੜੇ ਕੰਢਿਆਂ ਦੇ ਲੱਗੇ ਹੋਏ ਨੇ ਸੜਕਾਂ ਦੇ, ਉਹ ਵੀ ਵੱਢੀ ਜਾ ਰਹੇ। ਹਾਂ, ਹੁਣ ਰਾਜੇਵਾਲ ਉਹਨਾਂ ਨੇ ਕਾਲ ਦਿੱਤੀ ਹੈ ਵੀ, ਅਤੇ ਸਰਕਾਰ ਨੂੰ ਵੀ ਕਿਹਾ ਵੀ ਮਸਟ ਕਰੋ ਵੀ ਘਰਾਂ ਦੇ ਅੰਦਰ ਜਿਹੜੇ ਦਰਖਤ ਲਾਉਣੇ, ਵੀ ਇੰਨਾ ਛੋਟਾ ਘਰ ਹੈ ਤਾਂ ਇੰਨੇ ਦਰਖਤ ਹੋਣੇ ਨੇ, ਉਹਨੇ ਦਰਖਤ ਮਸਟ ਕਰਨੇ ਚਾਹੀਦੇ ਆ। ਬੜੀ ਵਧੀਆ ਗੱਲ ਹੈ। ਚਲੋ ਸਾਨੂੰ ਆਪ ਹੀ ਚੇਤਨ ਹੋਣਾ ਚਾਹੀਦਾ, ਜਿੱਥੇ ਥਾਂ ਮਿਲਦੀ ਉੱਥੇ ਦਰਖਤ ਲਾ ਦਿਓ। ਅਤੇ ਦਰਖਤ ਦੇ ਵਿੱਚ ਕੀ ਲਾਓ? ਜਾਂ ਤਾਂ ਰਵਾਇਤੀ ਰੁੱਖ ਲਾਓ, ਜਾਂ ਫਲਾਂ ਦੇ ਰੁੱਖ ਲਾਓ, ਜਾਂ ਦੁਆ ਪੌਦੇ ਲਾਓ। ਸਭ ਤੋਂ ਵਧੀਆ ਉਹ ਨੇ। ਇਹ ਮੈਂ ਸਮਝਦਾ ਕਿ ਅੱਜ ਸੰਭਲਣ ਦਾ ਵੇਲਾ, ਔਰ ਖਾਸ ਕਰਕੇ ਪੰਜਾਬ ਹਰਿਆਣਾ ਵਾਸਤੇ, ਕਿਉਂਕਿ ਪੰਜਾਬ ਹਰਿਆਣਾ ਦੀ ਤਬਾਹੀ ਸਭ ਤੋਂ ਵੱਧ ਹੋਈ ਹੈ। ਪੰਜਾਬ ਦੀ ਸਭ ਤੋਂ ਵੱਧ ਹੋਈ ਹੈ, ਉਸ ਤੋਂ 2 ਨੰਬਰ 'ਤੇ ਹਰਿਆਣਾ। ਹਿਮਾਚਲ ਫਿਰ ਵੀ ਕੁਝ ਬਚਿਆ ਹੋਇਆ, ਰਾਜਸਥਾਨ ਬਚਿਆ ਹੋਇਆ। ਤਾਂ ਉਹ ਜਿਹੜੀ ਤਬਾਹੀ ਹੋ ਰਹੀ ਹੈ, ਰਾਜਸਥਾਨ ਦੀ ਤਬਾਹੀ ਨਹਿਰਾਂ ਰਾਹੀਂ ਜ਼ਰੂਰ ਹੋ ਰਹੀ ਹੈ। ਜਿਹੜੀਆਂ ਨਹਿਰਾਂ ਲੀਆਂ ਜਾ ਰਹੀਆਂ ਇੱਥੋਂ ਤਰੀਕੇ ਪਤਨ ਤੋਂ, ਉਹ ਪਾਣੀ ਲੈ ਕੇ ਜਾ ਰਹੀਆਂ, ਉਹ ਤਬਾਹੀ ਕਰ ਰਹੀਆਂ। ਸੋ ਉਹ ਰਾਜਸਥਾਨ 'ਚ ਉਹੋ ਜਿਹੀਆਂ ਬਿਮਾਰੀਆਂ ਸ਼ੁਰੂ ਹੋ ਗਈਆਂ ਸਾਡੇ ਵਰਗੀਆਂ। ਤਾਂ ਉਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਪੰਜਾਬ ਹਰਿਆਣਾ ਦੇ ਲੋਕਾਂ ਨੂੰ ਚੇਤਨ ਹੋਣਾ ਚਾਹੀਦਾ ਖਾਸ ਕਰਕੇ, ਔਰ ਪੰਜਾਬ ਹਰਿਆਣਾ ਦੇ ਲੋਕਾਂ ਨੂੰ ਸਟੈਂਡ ਲੈਣਾ ਚਾਹੀਦਾ ਕਿ ਅਸੀਂ ਆਪਣੇ ਲੈਵਲ 'ਤੇ ਜਿੱਥੇ ਬੈਠੇ ਹਾਂ, ਅਸੀਂ 4 ਦੋਸਤ ਬੈਠੇ ਹਾਂ, ਉੱਥੇ ਖੜ੍ਹ ਜਾਓ। ਇੱਥੇ ਮਹੱਲਾ ਹੈ, ਇੱਕ ਪਿੰਡ ਹੈ, ਪੰਚਾਇਤ ਹੈ, ਜਿੱਥੇ ਖੜ੍ਹੇ ਉੱਥੇ ਖੜ੍ਹ ਕੇ ਆਪਣਾ ਸਟੈਂਡ ਲਓ ਵੀ ਅਸੀਂ ਖੇਤੀ ਦਾ ਮਾਡਲ ਜਿਹੜਾ ਆਹ ਕਰਨਾ। ਉਹਦੇ ਨਾਲ ਦੀ ਨਾਲ ਤਬਦੀਲੀ ਕਰੋ, ਸ਼ੁਰੂ ਕਰੋ। ਜੋ ਕੰਮ ਆਪ ਕਰ ਸਕਦੇ ਹੋ ਆਪ ਕਰੋ। ਜੇ ਪਿੰਡ ਦੇ ਲੈਵਲ 'ਤੇ ਕਰ ਸਕਦੇ ਪਿੰਡ 'ਚ ਕਰੋ। ਜਿਹੜਾ ਸਰਕਾਰ ਤੋਂ ਮੰਗਣ ਦੀ ਗੱਲ ਸਰਕਾਰ ਤੋਂ ਵੀ ਮੰਗੀ ਜਾਓ। ਤਾਂ ਮੇਰੇ ਖਿਆਲ 'ਚ ਇੱਕ ਇਨਕਲਾਬ ਦੀ ਸ਼ਕਲ 'ਚ ਇਸ ਚੀਜ਼ ਨੂੰ ਪ੍ਰਚਾਰਨਾ ਚਾਹੀਦਾ ਅਤੇ ਇਸ ਚੀਜ਼ ਨੂੰ ਜਿਹੜਾ ਉਹ ਸਵੀਕਾਰਨਾ ਚਾਹੀਦਾ, ਅਡਾਪਟ ਕਰਨਾ ਚਾਹੀਦਾ। ਅਤੇ ਮੈਂ ਨਹੀਂ ਸਮਝਦਾ ਕਿ 1-2 ਦਹਾਕਿਆਂ 'ਚ ਅਸੀਂ ਜਿਹੜੀ ਹੈ ਇਹ ਸਾਰੇ ਜਿਹੜੇ ਅਸੀਂ ਦੁਰਪ੍ਰਭਾਵ ਦੇਖ ਰਹੇ ਹਾਂ। ਮਸਲਾ ਹੀ ਕੋਈ ਨਹੀਂ ਖਾਸ, ਕੁਛ ਮਸਲਾ ਨਹੀਂ ਹੈ, ਸਿਰਫ 1-2 ਦਹਾਕਿਆਂ ਦਾ ਮਸਲਾ। ਜੇ ਅਸੀਂ ਸੁਧਰ ਜਾਈਏ ਤਾਂ ਕੁਦਰਤ ਫਿਰ ਸਾਨੂੰ ਮਾਲਾਮਾਲ ਕਰ ਦੇਗੀ, ਔਰ ਫਿਰ ਉੱਦਾਂ ਹੀ ਖੁਸ਼ਹਾਲ ਕਰ ਦੇਗੀ। ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇੱਕ ਨਵੇਂ ਖੇਤੀ ਦੇ ਮਾਡਲ ਵੱਲ ਆਈਏ, ਤਾਂ ਕਿ ਨਾ ਉਹ ਜਿਹੜੇ ਬੱਚੇ ਝੁਲਸੇ ਆ ਉਹ ਹੋਣ, ਅਤੇ ਨਾ ਜਿਹੜਾ ਸਾਨੂੰ ਇਹ ਸੁਣਨਾ ਪਵੇ ਵੀ ਸਾਡਾ ਜਿਹੜਾ ਨਹਿਰੀ ਪਾਣੀ ਹੈ ਉਹ ਵੀ ਅਨਫਿਟ ਹੋ ਗਿਆ ਪੀਣ ਦੇ। ਦੇਖੋ ਸਾਰੇ ਮਾਲਵੇ ਦਾ ਜਿਹੜਾ ਪਾਣੀ ਹੈ ਉਹ ਅਨਫਿਟ ਹੋ ਗਿਆ। ਥੱਲੜਾ ਪਾਣੀ ਪਹਿਲਾਂ ਹੀ ਅਨਫਿਟ ਸੀ, ਹੋਰ ਤਲਾਬ ਵੀ ਅਨਫਿਟ ਹੋ ਗਿਆ। ਕੀ ਹੋ ਕੀ ਰਿਹਾ? ਮਤਲਬ ਇੱਕ ਉਹਦੇ ਸਮੂਹਿਕ ਸੁਸਾਈਡ ਹੈ ਇਹ। ਤਾਂ ਇਹ ਜਿਹੜਾ ਵਰਤਾਰਾ ਹੈ ਇਹਨੂੰ ਬੰਦ ਕਰਨਾ ਚਾਹੀਦਾ, ਔਰ ਸਾਨੂੰ ਮੁੜਨਾ ਚਾਹੀਦਾ ਕੁਦਰਤ ਵੱਲ ਮੂੰਹ ਕਰਨਾ ਚਾਹੀਦਾ, ਔਰ ਤਾਂ ਕਿ ਅਸੀਂ ਸਿਹਤਮੰਦ ਵੀ ਰਹੀਏ, ਮਿੱਟੀ ਵੀ ਸੁਧਰੇ, ਸਾਡੀ ਪਾਣੀ ਵੀ ਸੁਧਰੇ, ਹਵਾ ਵੀ ਸੁਧਰੇ, ਔਰ ਸਾਡਾ ਜੀਵ ਜੰਤੂ ਜਿਹੜੀ ਕੁਦਰਤ ਹੈ ਉਹ ਫਿਰ ਤੋਂ ਜਿਹੜੀ ਚਹਿਲ ਪਹਿਲ ਹੋਵੇ। ਔਰ ਜਿਹੜੀ ਹੈ ਚਹਿਲ ਪਹਿਲ ਜਿਹੜੀ ਹੈ ਮੇਰੇ ਖਿਆਲ 'ਚ ਕੋਈ ਹੁਣ ਜਿਹਨੂੰ ਕਹਿੰਦੇ ਆ ਨਾਮੁਮਕਿਨ ਨਹੀਂ ਹੈ। ਆਉਣ ਵਾਲੇ ਕੁਛ ਸਾਲਾਂ 'ਚ ਅਸੀਂ ਅਚੀਵ ਕਰ ਸਕਦੇ ਹਾਂ। ਅਤੇ ਆਪਾਂ ਰਲ ਮਿਲ ਕੇ ਆਓ ਇਸ ਰਸਤੇ ਪਈਏ, ਤਾਂ ਕਿ ਆਪਾਂ ਮੁੜ ਕੇ ਇਸ ਜਿਹੜੀ ਪੰਜਾਬ ਹਰਿਆਣਾ ਵਾਲਾ ਜਿਹੜਾ ਖਿੱਤਾ ਇਹਨੂੰ ਫੁਰ ਕੇ ਇਹਦੀ ਜੋ ਗਲੋਰੀ ਹੈ, ਜੋ ਕੁਦਰਤ ਨੇ ਇਹਨੂੰ ਨਿਹਾਲ ਕੀਤਾ, ਅਸੀਂ ਉਸ ਜਿਹੜੀ ਕੁਦਰਤ ਦੇ ਜਿਹੜੇ ਗਿਫਟ ਨੇ ਉਹਨਾਂ ਨੂੰ ਵਰਤਦੇ ਹੋਏ ਅਸੀਂ ਇਸ ਖਿੱਤੇ ਨੂੰ ਫਿਰ ਇੱਕ ਦੁਨੀਆ ਦਾ ਲੀਡਿੰਗ ਖਿੱਤਾ ਬਣਾਈਏ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ
ਇੱਕ ਅਜਿਹੇ ਵਿਸ਼ੇ ਦੇ ਸੰਬੰਧ ਵਿੱਚ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਜਿਸ ਵਿਸ਼ੇ ਦੇ ਬਾਰੇ ਅਸੀਂ ਅਚੇਤ ਮਨ ਦੇ ਵਿੱਚ ਸੋਚਦੇ ਤਾਂ ਜ਼ਰੂਰ ਹਾਂ, ਇਹਦੇ ਬਾਰੇ ਸਾਨੂੰ ਪਤਾ ਤਾਂ ਜ਼ਰੂਰ ਹੈ ਵੀ ਆਹ ਕੁਝ ਹੋ ਰਿਹਾ, ਲੇਕਿਨ ਇਸ ਵਿਸ਼ੇ ਦੇ ਉੱਤੇ ਚਿੰਤਨ ਨਹੀਂ ਕਰਦੇ। ਅਤੇ ਚਿੰਤਨ ਕਰਨ ਦੇ ਨਾਲ ਨਾਲ ਅੱਜ ਤੁਸੀਂ ਹੱਲ ਵੀ ਦਿੱਤੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਵੇਖਣ ਨੂੰ ਗੱਲਾਂ ਛੋਟੀਆਂ ਜਿਹੀਆਂ ਲੱਗਦੀਆਂ ਨੇ, ਵੇਖਣ ਨੂੰ ਲੱਗਦਾ ਹੈ ਕਿ ਇਹ ਕੀ ਗੱਲ ਹੈ, ਇਹ ਆਮ ਗੱਲ ਹੈ, ਲੇਕਿਨ ਆਮ ਗੱਲਾਂ ਦੇ ਵਿੱਚੋਂ ਵੀ ਅਸੀਂ ਇਸ ਕਰਕੇ ਇਸ ਦੇ ਉੱਤੇ ਧਿਆਨ ਨਹੀਂ ਦੇ ਪਾਉਂਦੇ ਕਿ ਸਾਡੇ ਮਨ ਦੇ ਵਿੱਚ ਇਸ ਨੂੰ ਆਮ ਗੱਲ ਮੰਨ ਲਿਆ ਗਿਆ, ਇਸ ਨੂੰ ਸਾਡੀ ਜ਼ਿੰਦਗੀ ਦਾ ਹਿੱਸਾ ਮੰਨ ਲਿਆ ਕਿ ਇਹ ਤਾਂ ਵਾਪਰ ਰਿਹਾ, ਇਹ ਤਾਂ ਹੋ ਰਿਹਾ, ਇਹ ਤਾਂ ਹੋਏਗਾ। ਇਸ ਕਰਕੇ ਅਸੀਂ ਇਹਦੇ 'ਤੇ ਚਰਚਾ ਵੀ ਨਹੀਂ ਕਰਦੇ। ਅਤੇ ਜਦੋਂ ਇਸ ਦੇ ਦੁਰਪ੍ਰਭਾਵਾਂ ਦੇ ਬਾਰੇ ਸਾਨੂੰ ਪਤਾ ਲੱਗਦਾ, ਅਸੀਂ ਚੇਤਨ ਹੁੰਦੇ ਹਾਂ, ਸਾਨੂੰ ਡਾਕਟਰ ਅਮਰ ਸਿੰਘ ਆਜ਼ਾਦ ਵਰਗੇ ਵਿਦਵਾਨ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਨੇ, ਅਤੇ ਫਿਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਕਿੱਧਰ ਨੂੰ ਤੁਰ ਪਏ ਅਤੇ ਉਹਦੇ ਅਸਲ ਹੱਲ ਕਿੱਧਰ ਨੂੰ ਨੇ। ਅਸੀਂ ਕਿਉਂ ਨਹੀਂ ਸਮਝ ਪਾ ਰਹੇ ਕਿ ਜੋ ਕੁਛ ਵੀ ਇਹ ਵਰਤਾਰਾ ਹੋ ਰਿਹਾ, ਸਾਇੰਟੀਫਿਕਲੀ ਜਿਹੜੀਆਂ ਤੱਥ ਡਾਕਟਰ ਅਮਰ ਸਿੰਘ ਆਜ਼ਾਦ ਨੇ ਅੱਜ ਤੁਹਾਡੇ ਸਾਹਮਣੇ ਰੱਖੇ ਨੇ ਵੀ ਕਿੱਦਾਂ ਜਿਹੜੀ ਹੈ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਆ ਰਹੀਆਂ ਨੇ, ਕਿਹੜੀਆਂ ਬਿਮਾਰੀਆਂ ਆ ਰਹੀਆਂ ਨੇ, ਜਿਹੜੀਆਂ ਬਿਮਾਰੀਆਂ ਨੂੰ ਅਸੀਂ ਆਮ ਬਿਮਾਰੀਆਂ ਸਮਝ ਰਹੇ ਹਾਂ ਉਹਦੇ ਪਿੱਛੇ ਦੇ ਕਾਰਨ ਕੀ ਨੇ, ਕਿਉਂ ਅੱਜ ਸ਼ੂਗਰ ਜਿਹੜੀ ਹੈ ਉਹ ਮਹਾਮਾਰੀ ਦਾ ਰੂਪ ਧਾਰਨ ਕਰ ਰਹੀ ਹੈ, ਕਿਉਂ ਵਰਲਡ ਵਾਈਡ ਇਹ ਕਿਹਾ ਜਾਣ ਲੱਗ ਪਿਆ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਭਾਰਤ ਜਿਹੜੀ ਹੈ ਉਹ ਸ਼ੂਗਰ ਦੀ ਕੈਪੀਟਲ ਬਣਨ ਜਾ ਰਿਹਾ ਹੈ। ਕਿਉਂ ਕਿਹਾ ਜਾ ਰਿਹਾ ਹੈ, ਉਹਦੇ ਪਿੱਛੇ ਦੇ ਕਾਰਨ ਕੀ ਨੇ? ਕਿ ਸਾਨੂੰ ਦਿਖ ਨਹੀਂ ਰਿਹਾ ਵੀ ਸਾਡੇ ਨਾਲ ਅਸੀਂ ਜੋ ਕੁਝ ਕਰ ਰਹੇ ਹਾਂ ਉਹਦੇ ਕਰਕੇ ਹੀ ਜਿਹੜੀਆਂ ਸ਼ੂਗਰ ਦੀ ਬਿਮਾਰੀ, BP ਦੀ ਬਿਮਾਰੀ ਅਤੇ ਹੋਰ ਸਾਰੀਆਂ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਗਈਆਂ। ਕਦੋਂ ਅਸੀਂ ਸੁਣਿਆ ਕਰਦੇ ਸੀ ਅੱਜ ਤੋਂ 30 ਸਾਲ 35 ਸਾਲ ਪਹਿਲਾਂ ਕਿ ਸ਼ੂਗਰ ਦੀ ਬਿਮਾਰੀ ਮਹਾਮਾਰੀ ਵਾਂਗੂ ਫੈਲ ਰਹੀ ਹੈ? ਕਦੋਂ ਅਸੀਂ ਸੁਣਿਆ ਕਰਦੇ ਸੀ ਕਿ ਡਾਇਲਿਸਿਸ ਵੱਧ ਗਏ ਨੇ, ਕਿਡਨੀਆਂ ਖਰਾਬ ਹੋਣ ਲੱਗ ਪਈਆਂ ਨੇ, ਅੱਖਾਂ ਖਰਾਬ ਹੋਣ ਲੱਗ ਪਈਆਂ ਨੇ, ਸਾਡੇ ਲੀਵਰ 'ਚ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ? ਕਦੋਂ ਅਸੀਂ ਸੁਣਿਆ ਕਰਦੇ ਸੀ ਵੀ ਹਾਰਟ ਅਟੈਕ ਨਾਲ ਲੋਕ ਇੰਨੇ ਮਰ ਰਹੇ ਨੇ? ਕਦੇ ਵੀ ਨਹੀਂ। ਅਤੇ ਪਿਛਲੇ 3-4 ਦਹਾਕਿਆਂ ਤੋਂ ਜਦੋਂ ਤੋਂ ਇਸ ਖੇਤੀ ਦੇ ਮਾਡਲ ਨੇ ਜ਼ੋਰ ਫੜਿਆ, ਉਦੋਂ ਤੋਂ ਸਾਡਾ ਜਿਹੜਾ ਇਹ ਨਾ ਸਿਰਫ ਵਾਤਾਵਰਨ ਦਾ, ਪਾਣੀ ਦਾ ਅਤੇ ਧਰਤੀ ਦਾ ਸੱਤਿਆਨਾਸ਼ ਵੱਜਣਾ ਸ਼ੁਰੂ ਹੋ ਗਿਆ। ਕਹਿਣ ਨੂੰ ਅਸੀਂ ਰੋਜ਼ ਗੱਲ ਗੁਰਬਾਣੀ ਪੜ੍ਹਦੇ ਹਾਂ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਰ ਕਦੋਂ ਅਸੀਂ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਮੰਨਦੇ ਹਾਂ? ਕਦੇ ਮੰਨਦੇ ਹਾਂ? ਕਿਉਂਕਿ ਤਿੰਨਾਂ ਨੂੰ ਹੀ ਅਸੀਂ ਜਿਹੜਾ ਇੰਨੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਹੇ ਹਾਂ ਕਿ ਅੱਜ ਜਿਹੜੀ ਉਸ ਦਾ ਜਿਹੜਾ ਫੀਡਬੈਕ, ਉਸ ਤੋਂ ਜਿਹੜਾ ਬਾਊਂਸ ਬੈਕ ਹੋ ਕੇ ਜਦੋਂ ਇਹਨਾਂ ਤਿੰਨਾਂ ਵੱਲੋਂ ਸਾਨੂੰ ਬਾਊਂਸ ਬੈਕ ਕੀਤਾ ਜਾ ਰਿਹਾ, ਅਤੇ ਅੱਜ ਬਿਮਾਰੀਆਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ, ਸਾਰਿਆਂ ਦੇ ਸਾਹਮਣੇ ਨਤੀਜੇ ਨਿਕਲ ਕੇ ਸਾਹਮਣੇ ਆ ਰਹੇ ਨੇ। ਲੋੜ ਹੈ ਕਿ ਇਸ ਗੱਲਬਾਤ ਨੂੰ ਧਿਆਨ ਨਾਲ ਸੁਣ ਕੇ ਆਪਣੇ ਪੱਲੇ ਬੰਨ੍ਹਣ ਦੀ, ਅਤੇ ਘਰ ਘਰ ਇਸ ਗੱਲ ਨੂੰ ਪਹੁੰਚਾਉਣ ਦੀ, ਇਸ ਚਰਚਾ ਨੂੰ ਪਹੁੰਚਾਉਣ ਦੀ, ਇਹ ਸੋਚੇ ਬਿਨਾਂ ਕਿ ਇਹ ਆਮ ਵਰਤਾਰਾ ਹੈ, ਇਹ ਜ਼ਿੰਦਗੀ ਦਾ ਹਿੱਸਾ ਹੈ। ਕਿਉਂ ਅਸੀਂ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਚੁੱਕੇ ਹਾਂ ਵੀ ਇਹ ਪ੍ਰਦੂਸ਼ਣ ਹੋ ਰਿਹਾ ਤਾਂ ਜ਼ਿੰਦਗੀ ਦਾ ਹਿੱਸਾ ਹੈ, ਪਾਣੀ ਖਰਾਬ ਹੋ ਰਿਹਾ ਤਾਂ ਜ਼ਿੰਦਗੀ ਦਾ ਹਿੱਸਾ ਹੈ, ਧਰਤੀ ਦੇ ਵਿੱਚ ਜ਼ਹਿਰਾਂ ਪੈ ਰਹੀਆਂ ਨੇ ਅਤੇ ਫਿਰ ਕੀ ਕਰੀਏ, ਇਹ ਤਾਂ ਹੋ ਰਿਹਾ। ਕਿਉਂ ਅਸੀਂ ਇਹਨਾਂ ਚੀਜ਼ਾਂ ਨੂੰ ਮੰਨ ਕੇ ਬੈਠ ਗਏ ਹਾਂ? ਕਿਉਂ ਨਹੀਂ ਅਸੀਂ ਇਹਦੇ 'ਤੇ ਚਿੰਤਨ ਕਰਦੇ? ਕਿਉਂ ਨਹੀਂ ਅਸੀਂ ਇਹਦੇ 'ਤੇ ਪਹਿਲ ਕਰਦੇ ਵੀ ਅਸੀਂ ਇਸ ਨੂੰ ਬਦਲਾਂਗੇ? ਅਸੀਂ ਆਪਣੇ ਗਮਲੇ ਦੇ ਵਿੱਚ ਵੀ ਜੇ ਕੋਈ ਚੀਜ਼ ਲਾਣੀ ਹੈ, ਸ਼ੁਰੂਆਤ ਉੱਥੋਂ ਵੀ ਕੀਤੀ ਜਾ ਸਕਦੀ ਹੈ ਵੀ ਅਸੀਂ ਵੀ ਇਹਦੇ 'ਤੇ ਜ਼ਹਿਰ ਮੁਕਤ ਚੀਜ਼ ਲੈਣੀ ਹੈ। ਕਿਉਂ ਨਹੀਂ ਅਸੀਂ ਇੱਥੋਂ ਸ਼ੁਰੂ ਕਰਦੇ? ਖੇਤਾਂ ਦੇ ਵੱਲ ਅਸੀਂ ਤਾਂ ਵਧਾਂਗੇ, ਕਿਸੇ ਨੂੰ ਅਸੀਂ ਪ੍ਰੇਰਿਤ ਤਾਂ ਹੀ ਕਰਾਂਗੇ ਜੇਕਰ ਅਸੀਂ ਆਪ ਜਿਹੜੀਆਂ ਆਪਣੀ ਸੋਚ ਨੂੰ ਆਪਣੇ ਘਰ ਦੇ ਵਿੱਚ ਲਾਗੂ ਕਰਦੇ ਹਾਂ। ਕਿਉਂ ਨਹੀਂ ਕਿਸਾਨ ਜਿਹੜੇ ਨੇ, ਜਿੱਦਾਂ ਮੈਂ ਡਾਕਟਰ ਅਮਰ ਸਿੰਘ ਆਜ਼ਾਦ ਦੇ ਨਾਲ ਚਰਚਾ ਕੀਤੀ ਕਿ ਕਿਉਂ ਨਹੀਂ ਕਿਸਾਨ ਜਿਹੜੇ ਨੇ ਉਹ ਆਪ ਜਾ ਕੇ ਕੰਜ਼ਿਊਮਰ ਨਾਲ ਕੰਟੈਕਟ ਕਰਦੇ ਵੀ ਜੇਕਰ ਤੁਹਾਨੂੰ ਔਰਗੈਨਿਕ ਸਬਜ਼ੀਆਂ ਜਾਂ ਤੁਹਾਨੂੰ ਔਰਗੈਨਿਕ ਫਲ ਚਾਹੀਦੇ ਨੇ ਤਾਂ ਕੀ ਅਸੀਂ ਜਿਹੜੇ ਯਤਨ ਕਰੀਏ ਕਿ ਤੁਸੀਂ ਸਾਡਾ ਸਾਥ ਦਿਓਗੇ, ਤੁਸੀਂ ਸਾਡੇ ਨਾਲ ਲਾਓਗੇ? ਤੁਸੀਂ 20-25 ਘਰਾਂ ਦੇ ਨਾਲ ਜਾ ਕੇ ਜੇ ਇੱਕ ਕਿਸਾਨ ਕੰਟੈਕਟ ਕਰ ਲੈਂਦਾ ਤਾਂ ਉਹਦਾ ਇੱਕ ਖੇਤ ਜਿਹੜਾ ਉਹ ਇਸ ਚੀਜ਼ ਦੇ ਨਾਲ ਉਹਦਾ ਬੁੱਕ ਹੋ ਜਾਂਦਾ, ਅਤੇ ਉਸ ਨੂੰ ਖੁਸ਼ੀ ਜਿਹੜੀ ਆ ਉਹ ਫਸਲ ਪੈਦਾ ਕਰਨ ਦੇ ਵਿੱਚ ਉਹਦਾ ਉਤਸ਼ਾਹ ਪੈਦਾ ਹੋਏਗਾ, ਅਤੇ ਉਹ ਕੱਲ੍ਹ ਨੂੰ 1, 2, 3 ਅਤੇ ਆਪਣੇ ਸਾਰੇ ਖੇਤ ਜਿਹੜੇ ਨੇ ਉਸ ਔਰਗੈਨਿਕ ਦੇ ਵਿੱਚ ਬਦਲ ਦੇਣਗੇ। ਹਿੰਮਤ ਕਰੋ, ਅੱਜ ਲੋੜ ਹੈ ਹਿੰਮਤ ਕਰਨ ਦੀ, ਆਪਣੇ ਆਪ ਦੇ ਵਿੱਚ ਅੰਦਰ ਜਜ਼ਬਾ ਪੈਦਾ ਕਰਨ ਦੀ। ਸਰਕਾਰਾਂ ਵੀ ਮਦਦ ਕਰਨ ਨੂੰ ਤਿਆਰ ਨੇ, ਲੋਕ ਵੀ ਜਿਹੜੇ ਨੇ ਤੁਹਾਡੇ ਕੋਲ ਔਰਗੈਨਿਕ ਚੀਜ਼ਾਂ, ਤੁਹਾਡੇ ਕੋਲ ਸ਼ੁੱਧ ਚੀਜ਼ਾਂ ਖਰੀਦਣ ਨੂੰ ਤਿਆਰ ਨੇ, ਪਰ ਸਿਰਫ ਲੋੜ ਹੈ ਹਿੰਮਤ ਕਰਨ ਦੀ, ਸਿਰਫ ਲੋੜ ਹੈ ਸਾਨੂੰ ਤਹਈਆ ਕਰਨ ਦੀ ਵੀ ਆਪਾਂ ਇਹ ਕਰਨਾ ਹੈ। ਭਾਵੇਂ ਇੱਕ ਅੱਧੇ ਖੇਤ ਤੋਂ ਸ਼ੁਰੂਆਤ ਕਰ ਲਓ, ਭਾਵੇਂ ਇੱਕ ਛੋਟੀ ਜਿਹੀ ਚਰਚਾ ਦੇ ਲੈ ਕੇ ਉਸ ਤੋਂ ਸ਼ੁਰੂਆਤ ਕਰ ਲਓ ਵੀ ਅਸੀਂ ਚਰਚਾ ਕਰਦੇ ਹਾਂ, ਚਰਚਾ ਤੋਂ ਅੱਗੇ ਵਧਾਂਗੇ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਇੱਕ ਬਹੁਤ ਵੱਡਾ ਬਦਲ ਹੋਏਗਾ, ਇਨਸਾਨੀਅਤ ਦੀ ਸੇਵਾ ਹੋਏਗੀ,
ਤੇ ਇਨਸਾਨੀਅਤ ਦੀ ਸੇਵਾ ਕਰਨਾ ਉਸ ਪਰਮਾਤਮਾ ਦੀ ਸੇਵਾ ਕਰਨਾ, ਕਿਉਂਕਿ ਕਿਹਾ ਜਾਂਦਾ ਹੈ ਕਿ ਇਨਸਾਨ ਦੇ ਅੰਦਰ ਰੱਬ ਵਸਦਾ ਹੈ। ਤੇ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਅਸੀਂ ਸਮਝਾਂਗੇ ਕਿ ਇਹੋ ਜਿਹੀਆਂ ਵੀਡੀਓ ਬਣਾਉਣ ਦਾ ਸਾਡਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।